ਸਭ ਜਗ ਤਾਰਕ ਪਾਪਨ ਟਾਰਕ ਸੰਤ ਉਬਾਰਕ ਰੂਪ ਅਤੇ ਜੈ ਜੈ ਗੁਰ ਨਾਨਕ ਸਭ ਸੁਖ ਦਾਨਕ ਦ્વੈਤ ਕੋ ਹਾਨਕ ਏਕ ਪਤੇ ਦੋ ਸਵਈਆ ਕਰੁਣਾ ਗੁਰ ਜਾਚ ਸਦਾ ਸੁਖ ਦਾ ਮਨ ਕੇਰ ਵਿਕਾਰ ਕਰੋ ਹਰਨਾ ਭਜਨੋ ਭਵ ਕੋ ਕਰਤਾ ਮਹਿਮਾ ਗੁਣ ਕਹਿ ਪਰ ਹੋ ਸਰਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਰੁਣਾ ਗੁਰ ਜਾਚ ਸਦਾ ਸੁਖ ਦਾ ਮਨ ਕੇਰ ਵਿਕਾਰ ਕਰੋ ਹਰਨਾ। ਸ੍ਰੀ ਨਾਨਕ ਪ੍ਰਕਾਸ਼ ਗ੍ਰੰਥ ਉਤਰਾਰਧ ਧਿਆਏ 56। ਕਵੀ ਸੰਤੋਖ ਸਿੰਘ ਜੀ ਇੱਥੇ ਮਨ ਨੂੰ ਸਮਝਾਉਂਦਿਆਂ ਹੋਇਆਂ ਮਨ ਨੂੰ ਪ੍ਰੇਰਨਾ ਕਰਦੇ ਹਨ। ਕਰੁਣਾ ਗੁਰ ਜਾਚ ਸਦਾ ਸੁਖ ਦਾ। ਹੇ ਮਨਾ, ਤੂੰ ਹਮੇਸ਼ਾ ਹੀ ਇੱਕ ਚੀਜ਼ ਦੀ ਜਾਚਨਾ ਕਰਨੀ ਕਰ। ਗੁਰੂ ਸਾਹਿਬ ਤੋਂ ਇੱਕ ਦਾਤ ਤੋਂ ਮੰਗਣੀ ਕਰ ਜਿਹੜੀ ਕਿ ਕਿਰਪਾ ਹੈ। ਕਰਨਾ ਗੁਰ ਜਾਚ ਸਦਾ ਸੁਖ ਦਾ, ਕਿਉਂਕਿ ਇਹੀ ਸੁਖਦਾਤੀ ਹੈ। ਗੁਰੂ ਦੀ ਕਿਰਪਾ ਹੀ ਸਾਰੇ ਹੀ ਸੁਖ ਦੇਣ ਵਾਲੀ ਹੈ। ਮਨ ਕੇਰ ਵਿਕਾਰ ਕਰੋ ਹਰਨਾ। ਮਨ ਵਿੱਚ ਜਿਹੜੇ ਵਿਕਾਰ ਹਨ ਉਹਨਾਂ ਨੂੰ ਦੂਰ ਕਰ। ਮਨ ਦੇ ਵਿਕਾਰਾਂ ਨੂੰ ਜਿਹੜਾ ਹੈ ਹਰਾਣਾ ਕਰ, ਜਿਹਦੇ ਕਰਕੇ ਇਹ ਡਿਫੀਟ ਹੋ ਜਾਣ, ਇਹ ਹਾਰ ਜਾਣ। ਇਹਨਾਂ ਦੇ ਵਿੱਚ ਜਿਹੜਾ ਬਲ ਹੈ ਉਹ ਕਮਜ਼ੋਰ ਹੋ ਜਾਵੇ। ਉਹ ਜਿਹੜੇ ਮਨ ਦੇ ਵਿਕਾਰ ਹਨ ਉਹ ਗੁਰੂ ਦੀ ਕਿਰਪਾ ਸਦਕਾ ਉਹਨਾਂ ਦੇ ਵਿੱਚ ਢਲਿਆਈ ਆ ਜਾਵੇ, ਜਿਹਦੇ ਕਰਕੇ ਤੂੰ ਹਰ ਨਾ ਭਜਨੋ ਭਵ ਕੋ ਕਰਤਾ। ਤੇ ਮਨ ਦੇ ਵਿਕਾਰ ਕਿਉਂ ਪੈਦਾ ਹੁੰਦੇ ਨੇ? ਕਵੀ ਸੰਤੋਖ ਸਿੰਘ ਜੀ ਕਹਿੰਦੇ ਹਨ ਕਿ ਤੂੰ ਇਹ ਜਗਤ ਨੂੰ ਸੱਚਾ ਮੰਨਦਾ ਹੈ ਤੇ ਪਰਮੇਸ਼ਰ ਦੀ ਭਗਤੀ ਸਿਮਰਨ ਨਹੀਂ ਤੂੰ ਕਰਦਾ, ਇਸ ਕਰਕੇ ਤੇਰੇ ਮਨ ਦੇ ਵਿਕਾਰ ਦਿਨੋਂ ਦਿਨ ਤਕੜੇ ਹੁੰਦੇ ਹਨ। ਮਹਿਮਾ ਗੁਣ ਕਹਿ ਪਰ ਹੋ ਸਰਨਾ। ਇਸ ਕਰਕੇ ਮਹਿਮਾ ਗੁਣ ਕਹਿ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਜੋ ਗੁਣ ਹਨ, ਉਹਨਾਂ ਦੀ ਜੋ ਪ੍ਰੇਸ ਹੈ, ਉਹਨਾਂ ਦੇ ਜਿਹੜੇ ਕੁਆਲਿਟੀਜ਼ ਹਨ, ਉਹਨਾਂ ਦੇ ਜਿਹੜੇ ਵਰਚੂਸ ਹਨ, ਤੂੰ ਉਹਨਾਂ ਦੇ ਜਿਹੜੇ ਹਨ ਮਹਿਮਾ ਕਰ, ਉਹਨਾਂ ਨੂੰ ਪ੍ਰੇਸ ਕਰ, ਜਿਹਦੇ ਕਰਕੇ ਕਹਿੰਦੇ ਤੇਰਾ ਜਿਹੜਾ ਮਨ ਹੈ ਉਹ ਗੁਰੂ ਦੇ ਚਰਨਾਂ ਦੀ ਸ਼ਰਨ ਆਪਣੇ ਆਪ ਹੀ ਲਏਗਾ। ਕਵੀ ਸੰਤੋਖ ਸਿੰਘ ਜੀ ਨੇ ਇੱਥੇ ਬੜੀ ਗੁੱਝੀ ਗੱਲ ਆਪਾਂ ਨੂੰ ਸਮਝਾ ਦਿੱਤੀ। ਕਹਿੰਦੇ ਹੇ ਗੁਰਸਿੱਖਾ, ਜੇ ਤੂੰ ਆਪਣੇ ਮਨ ਨੂੰ ਸਮਝਾਉਣਾ ਚਾਹੁੰਦਾ ਹਾਂ ਤਾਂ ਪਹਿਲੀ ਗੱਲ ਹੈ ਇਸ ਦੁਨੀਆ ਨੂੰ ਤੂੰ ਝੂਠਾ ਜਾਣ, ਪਰਮੇਸ਼ਰ ਨੂੰ ਸੱਚਾ ਜਾਣ ਕੇ ਉਸ ਦਾ ਸਿਮਰਨ ਕਰ। ਦੂਸਰਾ ਕਿ ਗੁਰੂ ਨਾਨਕ ਦੀ ਉਸਤਤ ਤੋਂ ਦਿਨ ਰਾਤ ਸੁਣਿਆ ਕਰ ਤੇ ਗਾਇਆ ਕਰ, ਜਿਹਦੇ ਕਰਕੇ ਤੇਰਾ ਮਨ ਆਪਣੇ ਆਪ ਗੁਰੂ ਦੀ ਸ਼ਰਨ ਵਿੱਚ ਪਏਗਾ। ਸਰਨਾ ਮਨ ਆਨ ਹੰਕਾਰ ਤਜੋ। ਜਦੋਂ ਸ਼ਰਨ ਵਿੱਚ ਮਨ ਚਲਿਆ ਗਿਆ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ, ਤਾਂ ਉਸ ਵੇਲੇ ਕੀ ਹੋਵੇਗਾ? ਕਹਿੰਦੇ ਆਨ ਹੰਕਾਰ ਤਜੋ। ਕਹਿਣ ਲੱਗੇ ਫਿਰ ਜਿਹੜਾ ਦੂਸਰਾ ਹੰਕਾਰ ਹੈ, ਜੋ ਦੁਨੀਆ ਦਾ ਹੰਕਾਰ ਹੈ, ਉਹ ਦੂਰ ਹੋ ਜਾਏਗਾ। ਫਿਰ ਹੋਤ ਨਹੀਂ ਤਨ ਮੈਂ ਤਰੁਣਾ। ਜਿਹੜਾ ਮਨ ਕਿਤੇ ਵੀ ਅਸਥਿਰ ਨਹੀਂ ਹੁੰਦਾ ਇਸ ਸਰੀਰ ਦੇ ਵਿੱਚ, ਹਮੇਸ਼ਾ ਹੀ ਭਟਕਦਾ ਰਹਿੰਦਾ ਹੈ। ਤਰਨਾ ਜਗ ਸਿੰਧ ਸੁਖੈਨ ਚਹੋ। ਦੇਖੋ ਫਿਰ ਜਿਹੜਾ ਮਨ ਹਮੇਸ਼ਾ ਭਟਕਣਾ ਛਪਾਈ ਰੱਖਦਾ ਹੈ, ਜਨਮਾਂ ਜਨਮਾਂਤਰਾਂ ਦੇ ਗੇੜੇ ਵਿੱਚ ਇਸ ਇਨਸਾਨ ਨੂੰ ਫਸਾਈ ਰੱਖਦਾ ਹੈ। ਤਰਨਾ ਜਗ ਸਿੰਧ ਸੁਖੈਨ ਚਹੋ। ਕਹਿਣ ਲੱਗੇ ਹੇ ਮਨਾ, ਤੇਰਾ ਜਿਹੜਾ ਹੈ ਤਰਨਾ ਬੜਾ ਸੌਖਾ ਹੋ ਜਾਏਗਾ ਜੇ ਤੂੰ ਸ਼ਰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਲੈ ਲੇਗਾ। ਕਹਿਣਾ ਲਖ ਬਾਦ ਗਹੋ ਕਰਨਾ। ਕਹਿੰਦੇ ਉਹ ਕਹਿਣਾ ਲਖ ਬਾਦ, ਕਹਿਣ ਲੱਗੇ ਕਹਿਣੀਆਂ ਗੱਲਾਂ ਜਿਹੜੀਆਂ ਹਨ, ਕਥਨੀ ਤੇ ਜਿਹੜੀ ਹੈ ਗੱਲ, ਵਧਣੀ ਜਿਹੜੀ ਹੈ, ਇਹ ਗੱਲਾਂ ਤਾਂ ਸਿਰਫ ਕਹਿਣ ਮਾਤਰ ਹੁੰਦੀਆਂ ਨੇ। ਪਰ ਕਹਿੰਦੇ ਜਿਸ ਵੇਲੇ ਤੂੰ ਇਹਨਾਂ ਦਾ ਮੰਨਣ ਕਰੇਗਾ, ਨਿਧਿਆਸਨ ਕਰੇਗਾ, ਤੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਜਸ ਨੂੰ ਗਾਏਗਾ ਤੇ ਉਸ ਨੂੰ ਦਿਲ ਕਰਕੇ ਮੰਨੇਗਾ, ਭਰੋਸਾ ਰੱਖੇਗਾ, ਫੇਥ ਰੱਖੇਗਾ ਤੇ ਅਨਡਾਊਟਫੁਲ ਫੇਥ ਤੂੰ ਆਪਣਾ ਜਿਹੜਾ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੇ ਰੱਖੇਗਾ। ਕਹਿਣਾ ਲਖ ਬਾਦ, ਕਹਿਣਾ ਜਿਹੜਾ ਹੈ ਸਿਰਫ ਕਹਿਣ ਮਾਤਰ ਹੀ ਕਹਿਣਾ, ਉਹ ਜਿਹੜਾ ਹੈ ਪੂਰਾ ਨਹੀਂ। ਕਹਿੰਦੇ ਗਹੋ ਕਰਨਾ, ਤੂੰ ਕਰ, ਤੂੰ ਉਸ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਸੱਚਮੁੱਚ ਤੂੰ ਲੈ ਲਾ, ਜਿਹਦੇ ਕਰਕੇ ਤੇਰਾ ਤਰਨਾ ਹੋ ਜਾਏਗਾ। ਕਿਤੇ ਵੀ ਡਾਊਟ ਨਹੀਂ ਲਿਆਉਣਾ ਗੁਰੂ ਸਾਹਿਬ ਜੀ ਦੀ ਕੈਪੇਬਿਲਿਟੀ ਤੇ, ਮਹਾਰਾਜ ਦੇ ਸਰਬਗਤਾ ਤੇ, ਮਹਾਰਾਜ ਦੇ ਜਿਹੜੇ ਹਨ ਕਰਨੀ ਤੇ। ਕਿਤੇ ਵੀ ਜਿਹੜਾ ਡਾਊਟ ਨਹੀਂ ਲਿਆਉਣਾ ਚਾਹੀਦਾ ਵੀ ਇਹ ਨਹੀਂ ਹੋ ਸਕਦਾ, ਉਹ ਨਹੀਂ ਹੋ ਸਕਦਾ, ਇਹ ਕਿਵੇਂ ਹੋ ਗਿਆ, ਉਹ ਕਿਵੇਂ ਹੋ ਗਿਆ, ਇਹ ਗੱਲਾਂ ਨਹੀਂ ਕਰਨੀਆਂ।
ਮਨ ਨੂੰ ਸ਼ਰਧਾ ਵਿੱਚ ਲਾਉਣਾ ਹੈ, ਮਨ ਦੇ ਵਿੱਚ ਸ਼ਰਧਾ ਪੈਦਾ ਕਰਨੀ ਹੈ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨੀ ਲੱਗਣਾ ਹੈ। ਇਸ ਕਰਕੇ ਹੀ ਆਪਾਂ ਇਤਿਹਾਸ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਸਰਵਣ ਕਰ ਰਹੇ ਹਾਂ। ਦੋਹਰਾ ਸ੍ਰੀ ਗੁਰਦਰਸ਼ਨ ਦੇਵਹੀ ਸਾਤ ਰੂਪ ਘਨ ਗਿਆਨ। ਕਵੀ ਸੰਤੋਖ ਸਿੰਘ ਜੀ ਅਧਿਆਏ ਸ਼ੁਰੂ ਕਰਦੇ ਹਨ, ਕਹਿੰਦੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੋ ਮਾਇਆ ਦੇ ਪਤੀ ਹਨ, ਸਾਰੀ ਹੀ ਸੰਗਤ ਨੂੰ ਆਪ ਜੀ ਦਰਸ਼ਨ ਦੇ ਰਹੇ ਹਨ ਕਰਤਾਰਪੁਰ ਦੇ ਵਿੱਚ। ਗੁਰੂ ਨਾਨਕ ਦਾ ਰੂਪ ਦਾ ਵਰਣਨ ਕਰਦਿਆਂ ਹੋਇਆਂ ਕਵੀ ਸੰਤੋਖ ਸਿੰਘ ਜੀ ਕਹਿੰਦੇ ਹਨ, ਸ਼ਾਂਤ ਰੂਪ ਘਨ ਗਿਆਨ। ਕਹਿਣ ਲਗੇ ਉਹ ਬੱਦਲ ਹਨ ਗਿਆਨ ਦੇ, ਸਤਿਗੁਰਾਂ ਦਾ ਸਰੂਪ ਐਸਾ ਹੈ। ਛਨ ਆਏ ਸਧਾਰਨਾ ਬੋਲਿਓ ਬੰਦੇ ਪਾਨ। ਤੇ ਸ਼ਨ ਆਏ ਕਹਿੰਦੇ ਉਸ ਵੇਲੇ ਭਾਈ ਸਧਾਰਨ ਜੀ ਚੱਲ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਏ, ਦੋਨੋਂ ਹੱਥ ਬੰਨ ਕੇ ਬੇਨਤੀ ਕੀਤੀ। ਚੌਪਈ ਚੰਦਨ ਮ੍ਰਿਗ ਮਦ ਸਕਲ ਕਸਾਏ। ਪਾਤਸ਼ਾਹ ਜੀ ਜਿਸ ਤਰ੍ਹਾਂ ਆਪ ਜੀ ਦਾ ਹੁਕਮ ਸੀ ਕਿ ਚੰਦਨ ਕਸਤੂਰੀ ਤੇ ਜਿੰਨੀਆਂ ਵੀ ਜਿਹੜੀਆਂ ਹਨ ਸੁਗੰਧੀ ਵਾਲੀਆਂ ਵਸਤੂਆਂ ਹਨ ਸਾਰੀਆਂ ਘਸਾ ਦਿੱਤੀਆਂ ਹਨ, ਉਹਨਾਂ ਦਾ ਪਾਊਡਰ ਬਣਾ ਦਿੱਤਾ ਹੈ। ਭਲੀ ਭਾਂਤ ਕਰ ਕੋ ਛਰਕਾਏ। ਕਹਿਣ ਲਗੇ ਭਲੀ ਭਾਂਤ ਪਾਣੀ ਵਿੱਚ ਮਿਲਾ ਕੇ ਸਾਰੇ ਘਰ ਵਿੱਚ ਛਿੱਟਾ ਜਿਹੜਾ ਹੈ ਦੇ ਦਿੱਤਾ ਹੈ, ਸਪ੍ਰਿੰਕਲ ਕਰ ਦਿੱਤਾ ਹੈ ਸਾਰੇ ਘਰ ਦੇ ਵਿੱਚ। ਇਹ ਵਾਸ਼ਨਾ ਜਿਹੜੀਆਂ ਹਨ ਸਗਰੋ ਅਜਰ ਸੋ ਲੀਪ ਬਣਾਇਓ। ਸਾਰੇ ਹੀ ਘਰ ਦੇ ਵਿੱਚ ਜੋ ਲੀਪਣਾ ਕਰਨਾ ਸੀ, ਵਿਹੜਾ ਜਿਹੜਾ ਸੀ ਉਹ ਸਾਰਾ ਹੀ ਜਿਹੜਾ ਲੀਪਣਾ ਕਰ ਦਿੱਤਾ ਤੇ ਉਸ ਦਾ ਜਿਹੜਾ ਮੋਪ ਸਫਾਈ ਜਿਹੜੀ ਹੈ ਸਾਰੀ ਹੀ ਕਰ ਦਿੱਤੀ ਹੈ। ਸਭ ਸੁਗੰਧ ਨੀਕੇ ਮਹਿਕਾਇਓ। ਤੇ ਸਾਰੀਆਂ ਸੁਗੰਧੀਆਂ ਹੁਣ ਬੜੀਆਂ ਮਹਿਕ ਰਹੀਆਂ ਹਨ, ਉਹਨਾਂ ਦੀ ਵਾਸ਼ਨਾ ਦੂਰ ਦੂਰ ਤੱਕ ਆ ਰਹੀ ਹੈ। ਰਾਵਰ ਕੀ ਰਜਾਏ ਜਿਹੇ ਥਾਈ। ਪਾਤਸ਼ਾਹ ਜੀ ਜਿਸ ਤਰ੍ਹਾਂ ਆਪ ਜੀ ਦੀ ਰਜਾ ਹੁਕਮ ਹੈ, ਜਿਸ ਥਾਂ ਦੇ ਉੱਤੇ ਤਹਾ ਮ੍ਰਿਦੁਲ ਬਹੁ ਕੁਸਾ ਡਸਾਈ। ਉੱਥੇ ਅਸੀਂ ਬੜੀ ਮਿਰਦਲ, ਬੜੀ ਜਿਹੜੀ ਹੈ ਕੋਮਲ, ਜਿਹੜੀ ਹੈ ਬੜੀ ਸੌਫਟ ਜਿਹੜੀ ਹੈ ਉਹ ਕੁਸਾ ਜਿਹੜੀ ਹੈ ਸਟ੍ਰੋ ਗ੍ਰਾਸ ਜਿਹੜੇ ਹਨ ਸੁੱਕੇ ਹੋਏ ਤੇ ਉਹਨਾਂ ਦੀ ਬਣਾਈ ਹੋਈ ਸਾਫ ਜਿਹੜੀ ਹੈ ਉਹ ਵਿਛਾ ਦਿੱਤੀ ਹੈ। ਅਸ ਕਹਤੇ ਹੋ ਗਦ ਗਦ ਭੀ ਬਾਨੀ। ਅਸ ਕਹਤੇ ਹੋ ਭਾਈ ਸਧਾਰਨ ਜੀ ਗੁਰੂ ਨਾਨਕ ਸਾਹਿਬ ਜੀ ਨੂੰ ਐਸੀਆਂ ਬੇਨਤੀਆਂ ਕਰਦਿਆਂ ਉਹਨਾਂ ਦੀ ਬਾਣੀ ਗਦ ਗਦ ਹੋ ਗਈ। ਉਹ ਵਿਰਾਗ ਵਿੱਚ ਚਲੇ ਗਏ, ਅੱਖਾਂ ਵਿੱਚੋਂ ਅਥਰੂ ਆ ਗਏ ਤੇ ਅੱਗੇ ਜਿਹੜਾ ਭਾਈ ਸਧਾਰਨ ਜੀ ਬੋਲ ਨਾ ਸਕੇ, ਕਿਉਂਕਿ ਅੱਜ ਵਿਰਾਗ ਹੈ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜੋਤੀ ਜੋਤ ਸਮਾਉਣ ਲੱਗੇ ਹਨ। ਉਸ ਵੇਲੇ ਉਹ ਚੁੱਪ ਹੀ ਕਰ ਗਏ ਤੇ ਅੱਖਾਂ ਵਿੱਚੋਂ ਅਥਰੂ ਵਗਣ ਲੱਗ ਪਏ। ਲੋਚਨ ਤੇ ਜਲ ਧਾਰ ਚਲਾਨੀ। ਦੇਖੋ ਲੋਚਨ ਤੋਂ ਅੱਖਾਂ ਤੋਂ ਜਲ ਧਾਰਾ ਹੀ ਵਗ ਤੁਰੀ। ਭਾਈ ਸਧਾਰਨ ਹੁਣ ਆਪਣੇ ਸਰੀਰ ਨੂੰ, ਆਪਣਾ ਜਿਹੜਾ ਬੋਲ ਹੈ, ਆਪਣੀ ਬਾਣੀ ਨੂੰ ਨਾ ਸੰਭਾਲ ਸਕਿਆ। ਕਿਤਕ ਸਿੱਖ ਤਬ ਠਾਂਡੇ ਦਰਸੈ। ਉਸ ਵੇਲੇ ਕਿੰਨੇ ਹੀ ਸਿੱਖ ਖੜੇ ਹੋਏ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰ ਰਹੇ ਹਨ। ਬੈਠੇ ਕੇਤਕ ਦਰਸ਼ਨ ਪਰਸੈ। ਕਈ ਗੁਰਸਿੱਖ ਬੈਠੇ ਹਨ, ਬੈਠਿਆਂ ਹੋਇਆਂ ਨਿਗਾਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਤੇ ਟਿਕਾਈ ਹੋਈ ਹੈ। ਸੁਣ ਕੇ ਸਭ ਹਨ ਕਰਨਾ ਠਾਨੀ। ਮਹਾਰਾਜ ਨੇ ਐਸਾ ਜਿਹੜੀ ਵਾਤਾਵਰਣ ਹੈ, ਐਸਾ ਵਿਰਾਗ ਵਾਲਾ ਜਿਹੜਾ ਵਾਤਾਵਰਣ ਬਣਿਆ ਹੋਇਆ ਹੈ ਸੰਗਤ ਦੇ ਵਿੱਚ, ਦੇਖ ਕਰਕੇ ਸਤਿਗੁਰੂ ਜੀ ਬੜੇ ਜਿਹੜੇ ਹਨ ਕਿਰਪਾ ਦੇ ਘਰ ਵਿੱਚ ਆਏ। ਛੁੱਟਤ ਭਇਓ ਦ੍ਰਿਗ ਤੇ ਬਹੁ ਪਾਨੀ। ਦੇਖਦੇ ਹਨ ਕਿ ਸੰਗਤ ਕਿਸ ਤਰ੍ਹਾਂ ਰੋ ਰਹੀ ਹੈ। ਜਿਹੜਾ ਹਰ ਇੱਕ ਸਿੱਖ ਦਰਬਾਰ ਵਿੱਚ ਬੈਠਾ, ਚਾਹੇ ਬਾਹਰ ਖੜਾ, ਸਾਰਿਆਂ ਦੇ ਅੱਖਾਂ 'ਚ ਸੱਜਲ ਹਨ, ਸਾਰੇ ਰੋ ਰਹੇ ਹਨ। ਜਨ ਕਰਨਾ ਰਸ ਬਹੁਤ ਸਰੀਰਾ। ਜਨ ਕਰਨਾ ਇਸ ਤਰ੍ਹਾਂ ਲੱਗਦਾ ਹੈ ਕਿ ਇਹ ਵਿਰਾਗ ਨੇ ਕਿੰਨੇ ਹੀ ਰੂਪ ਧਾਰਨ ਕਰ ਲਏ ਹਨ। ਵਿਰਾਗ ਨੇ ਹੀ ਆਪਣੇ ਸਰੂਪ ਧਾਰਨ ਕਰ ਲਏ ਹਨ ਸਾਰਿਆਂ ਦੇ ਰਾਹੀਂ। ਧਰੇ ਬਸੂਰਤ ਹੋਏ ਅਧੀਰਾ। ਸਾਰੇ ਝੂਰਦੇ ਹਨ, ਅਧੀਰ ਹਨ, ਪਤਾ ਨਹੀਂ ਲੱਗਦਾ ਉਹਨਾਂ ਨੂੰ ਆਪਣੇ ਸਰੀਰ ਦੀ ਪਰਵਾਹ ਕੋਈ ਨਾ ਰਹੀ। ਕਿਸੇ ਨੂੰ ਵੀ ਆਲੇ ਦੁਆਲੇ ਦਾ ਕੋਈ ਫਿਕਰ ਨਹੀਂ, ਉਹਨਾਂ ਨੂੰ ਕੇਵਲ ਤੇ ਕੇਵਲ ਗੁਰੂ ਨਾਨਕ ਦਾ ਹੀ ਧਿਆਨ ਉਹਨਾਂ ਦੇ ਹਿਰਦੇ ਵਿੱਚ ਜੁੜਿਆ ਹੋਇਆ ਹੈ। ਗੁਰੂ ਗਿਆਨ ਘਨ ਪਿਖ ਸਭ ਤਾਈ। ਗੁਰੂ ਨਾਨਕ ਸੱਚੇ ਪਾਤਸ਼ਾਹ ਜੋ ਗਿਆਨ ਦੇ ਬੱਦਲ ਹਨ, ਸਾਰਿਆਂ ਨੂੰ ਜਿਹੜਾ ਹਨ ਐਸੀ ਹਾਲਾਤ ਵਿੱਚ ਦੇਖ ਕਰਕੇ ਪਾਤਸ਼ਾਹ ਜੀ ਸ੍ਰੀ ਮੁਖ ਤੇ ਅੰਮ੍ਰਿਤ ਗਿਰਾ ਅਲਾਈ। ਮਹਾਰਾਜ ਨੇ ਆਪਣੇ ਮੁਖਾਰ ਬਿੰਦ ਤੋਂ ਮਹਾਰਾਜ ਨੇ ਸੁਭਾਏ ਬਾਣ ਜੋ ਬਚਨ ਹਨ ਉਹ ਸੰਗਤ ਨੂੰ ਕਹੇ, ਬੜੇ ਜੋ ਮਿੱਠੇ ਹਨ। ਤਨ ਸਨੇਹ ਸਭ ਝੂਠੋ ਜਨ ਹੋ। ਦੇਖੋ ਸੰਗਤ ਜੀ, ਉਹਨਾਂ ਦਾ ਵਿਰਾਗ ਦੂਰ ਕਰਨ ਵਾਸਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਦਿੱਤਾ ਕਿ ਇਹ ਤਨ ਸਰੀਰ ਜਿਹੜਾ ਹੈ, ਫਿਰ ਸਰੀਰ ਦਾ ਜਿਹੜਾ ਪਿਆਰ ਕਰਨਾ ਹੈ,
ਸਰੀਰ ਨਾਲ ਜੋ ਆਪਣਾ ਸਨੇਹ ਜੋੜਨਾ ਹੈ ਉਹ ਸਾਰਾ ਹੀ ਝੂਠਾ ਹੀ ਹੈ। ਕਿਉਂ ਬਿਖਾਦ ਇਹ ਤੋਂ ਮਨ ਠੰਨ ਹੋ। ਕਿਉਂ ਬਿਖਾਦ, ਕਿਉਂ ਸੰਗਤ ਜੀ ਆਪਣੇ ਮਨ ਨੂੰ ਤੁਸੀਂ ਇੰਨਾ ਜਿਹੜਾ ਹੈ ਵਿਰਾਗ ਵਿੱਚ ਲੈ ਕੇ ਜਾ ਰਹੇ ਹੋ, ਇੰਨਾ ਦੁੱਖ ਕਿਉਂ ਮਾਣ ਰਹੇ ਹੋ। ਦੇਹ ਮਿਲਣ ਵਿਛੜਨ ਇਸ ਭਾਂਤੀ। ਦੇਹ ਸਰੀਰ ਜਿਹੜੇ ਹਨ ਮਿਲਦੇ ਤੇ ਵਿਛੜਦੇ ਹੀ ਰਹਿੰਦੇ ਹਨ। ਸਰੀਰ ਦਾ ਧਰਮ ਹੀ ਕੁਝ ਐਸਾ ਹੈ, ਮਿਲਣਾ ਤੇ ਵਿਛੜਨਾ। ਹੋਤ ਦਿਵਸ ਪੁਨ ਆਵਹਿ ਰਾਤੀ। ਦੇਖੋ ਜਿਵੇਂ ਦਿਨ ਚੜ੍ਹਦਾ ਹੈ ਫਿਰ ਰਾਤ ਵੀ ਆਉਂਦੀ ਹੈ, ਸੋ ਰਾਤ ਹੁੰਦੀ ਆ ਫੇਰ ਦਿਨ ਚੜ੍ਹਦਾ ਹੈ। ਐਸਾ ਹੀ ਹੈ ਇਹ ਸੰਸਾਰ, ਜਿੱਥੇ ਜਨਮ ਹੈ ਉੱਥੇ ਮਰਨ ਵੀ ਹੈ। ਸੋ ਐਸਾ ਜਿਹੜੀ ਇਹ ਰੀਤ ਹੈ ਪੁਰਾਤਨ। ਜੇ ਨਰ ਮਿਲੇ ਸ਼ਬਦ ਕੇ ਸੰਗਾ। ਪਰ ਜਿਹੜੇ ਮਨੁੱਖ ਗੁਰੂ ਦੇ ਉਪਦੇਸ਼ ਨੂੰ ਕਮਾ ਕੇ ਸ਼ਬਦ ਨਾਲ ਜੁੜਦੇ ਹਨ, ਜਿਨ੍ਹਾਂ ਦੀ ਪ੍ਰੀਤੀ ਸ਼ਬਦ ਨਾਲ ਹੁੰਦੀ ਹੈ, ਜਿਨ੍ਹਾਂ ਨੇ ਆਪਣੇ ਜੀਵਨ ਦਾ ਰਿਸ਼ਤਾ ਸ਼ਬਦਾਂ ਨਾਲ ਕੀਤਾ ਹੈ, ਗੁਰਬਾਣੀ ਨਾਲ ਕੀਤਾ ਹੈ, ਜਿਨ੍ਹਾਂ ਨੇ ਆਪਣੇ ਮਨ ਦੇ ਵਿੱਚ ਗੁਰਬਾਣੀ ਦਾ ਗਿਆਨ, ਗੁਰਬਾਣੀ ਦਾ ਭਰੋਸਾ ਜਿਨ੍ਹਾਂ ਨੇ ਬਣਾਇਆ ਹੈ, ਰਹੇ ਸਦੀਵ ਰਾਚ ਤੇ ਰੰਗਾ। ਉਹ ਹਮੇਸ਼ਾ ਹੀ ਪਰਮੇਸ਼ਰ ਦੇ ਪ੍ਰੇਮ ਦੇ ਰੰਗ ਵਿੱਚ ਰੰਗੇ ਹੀ ਰਹਿੰਦੇ ਹਨ। ਉਹਨਾਂ ਨੂੰ ਕਿਤੇ ਵੀ ਵਿਛੋੜਾ ਨਹੀਂ ਪੈਂਦਾ। ਤੇ ਨਹਿ ਵਿਛੜਹਿ ਬਹੁਰ ਕਦਾਈ। ਜੇ ਤੇ ਨਹਿ ਕਹਿਣਗੇ ਉਹ ਕਿਤੇ ਨਹੀਂ ਫੇਰ ਵਿਛੜਦੇ। ਉਹਨਾਂ ਦਾ ਵਿਛੋੜਾ ਸਪਰੇਸ਼ਨ ਜਿਹੜਾ ਹੈ ਕਿਤੇ ਵੀ ਨਹੀਂ ਹੁੰਦਾ, ਜਿਹੜਾ ਇੱਕ ਵਾਰ ਸ਼ਬਦ ਨਾਲ ਮਿਲ ਜਾਂਦਾ ਹੈ। ਜੋ ਨੀਰ ਹੈ ਮਹਿ ਨੀਰ ਸਮਾਈ। ਜਿਵੇਂ ਪਾਣੀ ਦੇ ਵਿੱਚ ਪਾਣੀ ਆ ਮਿਲਦਾ ਹੈ, ਜੋ ਜਲ में जल आए खटाना त्यों ज्योति संग जोत समाना। ਕਹਿਣਗੇ ਜਿਵੇਂ ਪਾਣੀ ਪਾਣੀ ਨਾਲ ਮਿਲਦਾ ਹੈ। ਮੁਝ ਸੋ ਮਿਲਨੇ ਕੀ ਜਹ ਚਾਹੀ। ਜਿਨ੍ਹਾਂ ਨੂੰ ਮੇਰੇ ਨਾਲ ਮਿਲਣ ਦੀ ਇੱਛਾ ਹੈ ਸਦੀਵੀ ਕਾਲ ਵਾਸਤੇ, ਜਿਹੜੇ ਮੇਰੇ ਵਿੱਚ ਸਮਾਉਣਾ ਚਾਹੁੰਦੇ ਹਨ, ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸਦਾ ਵਿਛੜਨੋ ਭਾਵ ਹੈ ਨਾਹੀ। ਜਿਨ੍ਹਾਂ ਨੂੰ ਵਿਛੜਨਾ ਚੰਗਾ ਨਹੀਂ ਲੱਗਦਾ, ਜਿਨ੍ਹਾਂ ਨੂੰ ਭਾਉਂਦਾ ਨਹੀਂ ਵੀ ਅਸੀਂ ਵਿਛੜੀਏ ਕਿਤੇ ਗੁਰੂ ਨਾਨਕ ਤੋਂ, ਸੋ ਨਰ ਸ਼ਬਦ ਕਰਹਿ ਅਭਿਆਸੇ। ਉਹ ਨਰ, ਉਹ ਵੱਡੇ ਭਾਗਾਂ ਵਾਲੇ ਗੁਰਸਿੱਖਾਂ ਨੂੰ ਇਹ ਚਾਹੀਦਾ ਹੈ ਕਿ ਸ਼ਬਦ ਦਾ ਅਭਿਆਸ ਕਰੋ, ਜਿਹਦੇ ਕਰਕੇ ਹਮੇਸ਼ਾ ਵਾਸਤੇ ਸਦੀਵੀ ਕਾਲ ਵਾਸਤੇ ਸਾਡੇ ਵਿੱਚ ਮਿਲੇ ਹੀ ਰਹਿਣਗੇ। ਸਰਵਣ ਮੰਨਨ ਨਿਤ ਪ੍ਰਤ ਨਿਧਿਆਸੇ। ਗੁਰਬਾਣੀ ਦਾ ਸਰਵਣ ਕਰਨਾ, ਮੰਨਣ ਕਰਨਾ, ਫੇਰ ਨਿਧਿਆਸਨ ਕਰਨਾ, ਨਿਤ ਹੀ ਐਸੀ ਜਿਹੜੀ ਹਨ ਆਪਣੇ ਜੀਵਨ ਦੀ ਮਰਿਆਦਾ ਨੂੰ ਪਰਪੱਕ ਕਰਨਾ, ਆਪਣੇ ਜੀਵਨ ਵਿੱਚ ਐਸੀ ਰੂਟੀਨ ਬਣਾਉਣੀ ਜਿਹਦੇ ਕਰਕੇ ਗੁਰਬਾਣੀ ਦਾ ਸਰਵਣ ਕਰਕੇ ਉਸ ਨੂੰ ਮੰਨਣਾ, ਬਿਲੀਵ ਕਰਨਾ ਤੇ ਫਿਰ ਉਹਨੂੰ ਪ੍ਰੈਕਟਿਸ ਕਰਨੀ। ਨਿਰਸੰਦੇਹ ਮਿਲੈ ਮੁਝ ਸੰਗਾ। ਨਿਰਸੰਦੇਹ, ਅਨਡਾਊਟਫੁਲੀ ਕਹਿੰਦੇ ਉਹ ਜਿਹੜੇ ਹਨ ਸਾਡੇ ਵਿੱਚ ਮਿਲ ਜਾਣਗੇ। ਨਿਰਸੰਦੇਹ, ਕੋਈ ਸ਼ੱਕ ਨਹੀਂ ਕਿ ਉਹਨਾਂ ਦਾ ਸਾਡੇ ਵਿੱਚ ਮਿਲਾਪ ਜਿਹੜਾ ਹੈ ਹੋਵੇਗਾ, ਹਮੇਸ਼ਾ ਵਾਸਤੇ ਹੋਵੇਗਾ, ਹੁੰਦਾ ਰਹੇਗਾ, ਉਹ ਸਾਡੇ ਵਿੱਚ ਮਿਲੇ ਰਹਿਣਗੇ। ਬਹੁਰ ਨਾ ਵਿਛੜੈ ਹੋਇਆ ਇੱਕ ਰੰਗਾ। ਫਿਰ ਇੱਕ ਰੰਗ ਪਰਮੇਸ਼ਰ ਦੇ ਭਗਤੀ ਦੇ ਰੰਗ ਦੇ ਵਿੱਚ ਉਹ ਰੰਗੇ ਜਾਣਗੇ, ਉਹ ਪਰਮੇਸ਼ਰ ਦੇ ਨਾਮ ਵਿੱਚ ਸਮਾ ਜਾਣਗੇ, ਫਿਰ ਉਹਨਾਂ ਦਾ ਵਿਛੋੜਾ ਨਹੀਂ ਪਏਗਾ। ਤਾਤੇ ਤੁਮ ਅਬ ਤਜਹੁ ਬਿਖਾਦਾ। ਇਸ ਕਰਕੇ ਹੁਣ ਤੁਸੀਂ ਸਾਰੇ ਇਹ ਦੁੱਖ ਜਿਹੜਾ ਹੈ ਇਹਨੂੰ ਦੂਰ ਕਰੋ। ਇਹ ਜਿਹੜਾ ਤੁਸੀਂ ਸੋਗ ਮਨਾ ਰਹੇ ਹੋ ਇਸ ਨੂੰ ਆਪਣੇ ਮਨ ਤੋਂ ਦੂਰ ਕਰੋ, ਕਿਉਂਕਿ ਸਾਡਾ ਮਿਲਾਪ ਸ਼ਬਦ ਦਾ ਹੈ, ਸਰੀਰ ਦਾ ਨਹੀਂ, ਗੁਰੂ ਨਾਨਕ ਸਾਹਿਬ ਜੀ ਕਹਿੰਦੇ। ਪਰ ਦੂਸਰੇ ਪਾਸੇ ਇਹ ਵੀ ਗੱਲ ਹੈ, ਜਿਹੜਾ ਪੜਾ ਜਿਹੜਾ ਹੈ ਰਸਤਾ, ਜਿਹੜਾ ਪਾਤ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਫਿਜ਼ੀਕਲ ਸਰੂਪ ਤੋਂ ਸ਼ੁਰੂ ਹੋਇਆ, ਉਹ ਸ਼ਬਦ ਤੱਕ ਜਾਂਦਾ ਹੈ। ਇਸ ਪ੍ਰਕਾਰ ਕਰਕੇ ਸਤਿਗੁਰੂ ਜੀ ਸੰਗਤ ਨੂੰ ਕਹਿੰਦੇ ਹਨ ਵੀ ਸ਼ਬਦ ਵਿੱਚ ਰੰਗੇ ਰਹੋ, ਗਾਵੋ ਸ਼ਬਦ ਕਰੋ ਅਹਲਾਦਾ। ਇਸ ਕਰਕੇ ਗੁਰਬਾਣੀ ਦੇ ਸ਼ਬਦਾਂ ਨੂੰ ਹੀ ਹਮੇਸ਼ਾ ਗਾਉਣਾ ਕਰੋ ਤੇ ਉਸ ਦੇ ਵਿੱਚ ਹੀ ਆਨੰਦ ਮਾਣੋ। ਦ੍ਰਿਸ਼ਟਮਾਨ ਜੋ ਸਰਬ ਪਸਾਰਾ। ਦੇਖੋ ਦੇਖਣ ਨੂੰ ਜਿਹੜਾ ਦਿਸ ਰਿਹਾ ਹੈ, ਫਿਜ਼ੀਕਲੀ ਜਿਹੜੀਆਂ ਅੱਖਾਂ ਦੇਖ ਰਹੀਆਂ ਹਨ, ਇਹ ਜਗਤ ਦੇ ਪਸਾਰੇ ਨੂੰ ਨਾਸਵੰਤ ਸੋ ਲੇਹੋ ਵਿਚਾਰਾ। ਇਹ ਸਾਰਾ ਹੀ ਨਾਸਵੰਤ ਹੈ, ਇਹ ਹਮੇਸ਼ਾ ਨਹੀਂ ਰਹਿਣਾ। ਅੱਜ ਹੈ ਭਲਕੇ ਨਹੀਂ ਹੋਵੇਗਾ, ਇਹਨੇ ਬਦਲਣਾ ਵੀ ਹੈ, ਇਹ ਬਦਲਦਾ ਰਹੇਗਾ, ਇਸ ਦਾ ਨਾਸ ਹੋਣਾ ਹੈ। ਹੋਤ ਵਿਪਰਜੈ ਥਿਰ ਨਾ ਰਹਾਈ। ਦੇਖੋ ਹੋਤ ਵਿਪਰਜੈ, ਜੇ ਇਹਦੇ ਤੇ ਭਰੋਸਾ ਰੱਖਿਆ ਜਾਵੇ ਤਾਂ ਉਹ ਭਰੋਸਾ ਜਿਹੜਾ ਠਹਿਰਨਾ ਨਹੀਂ, ਕਿਉਂਕਿ ਇਹ ਜਗਤ ਉਹ ਨਹੀਂ ਜੋ ਆਪਾਂ ਇਸ ਨੂੰ ਮੰਨ ਰਹੇ ਹਾਂ। ਇਹ ਜਗਤ ਜਿਹੜਾ ਹੈ ਇਹ ਅਸਾਰ ਹੈ, ਇਹ ਜਿਹੜਾ ਹਮੇਸ਼ਾ ਨਹੀਂ ਰਹਿਣਾ। ਇਸ ਪ੍ਰਕਾਰ ਕਰਕੇ ਜਿਹ ਧਰੁਵ ਕਹਿਤ ਅਤਰੋ ਵਹਿ ਜਾਈ। ਦੇਖੋ ਜਿਸ ਨੂੰ ਅਟਲ ਆਪਾਂ ਕਹਿੰਦੇ ਹਾਂ ਵੀ ਇਹ ਜਗਤ ਅਟਲ ਹੈ, ਕਿਉਂਕਿ ਸਾਨੂੰ ਦਿਸਦਾ ਹੈ, ਅਸੀਂ ਇਸ ਦੇ ਵਿੱਚ ਰਹਿੰਦੇ ਹਾਂ, ਤਾਂ ਫਿਰ ਜਿਹੜਾ ਹੈ ਇਹ ਭੁਲੇਖਾ ਹੈ। ਕਹਿੰਦੇ ਅਧਰੁਵ ਹੋਏ ਜਾਈ, ਕਹਿੰਦੇ ਕਿ ਉਹਨੇ ਤਾਂ ਇੱਕ ਦਿਨ ਨਾਸ ਹੋ ਜਾਣਾ ਹੈ। ਜਿਹਦੇ ਤੇ ਆਪਾਂ ਭਰੋਸਾ ਰੱਖੀ ਬੈਠੇ ਹਾਂ ਉਹ ਜਗਤ ਨੇ ਤਾਂ ਨਾਸ ਹੋ ਜਾਣਾ ਹੈ, ਉਹ ਦੇਹਾਂ ਨੇ ਮਿਟ ਜਾਣਾ ਹੈ,
ਪਰ ਜਿਹੜਾ ਪਰਮੇਸ਼ਰ ਹੈ, ਜਿਹਦੇ ਹਸਤੀ ਨੂੰ ਆਪਾਂ ਜਿਹੜਾ ਹਾਂ ਇਸ ਸੰਸਾਰ ਨੂੰ ਸੱਚ ਮੰਨ ਕੇ ਉਸ ਨੂੰ ਸੱਚ ਨਹੀਂ ਮੰਨ ਰਹੇ, ਉਹਦੇ ਵਿੱਚ ਜਿਹੜਾ ਆਪਾਂ ਨੂੰ ਸੱਚ ਹੀ ਮੰਨਣਾ ਚਾਹੀਦਾ ਹੈ, ਕਿਉਂਕਿ ਜਿਹੜਾ ਸਰੂਪ ਆਪਾਂ ਨੂੰ ਦਿਸ ਨਹੀਂ ਰਿਹਾ ਉਹੀ ਸੱਚ ਹੈ। ਜਿਹੜਾ ਨਾਮ ਮਾਤਰ ਕਹਿਣ ਮਾਤਰ ਆਪਾਂ ਨਾਮ ਨੂੰ ਆਪਣੇ ਮੁਖ ਤੋਂ ਲੈਂਦੇ ਹਾਂ, ਉਹੀ ਨਾਮ ਅਟਲ ਸਰੂਪ ਹੈ। ਸਸ ਸੂਰਜ ਪ੍ਰਕਾਸ਼ ਕਰਾਊ। ਦੇਖੋ ਜਿਵੇਂ ਚੰਦਰਮਾ ਤੇ ਸੂਰਜ ਦਾ ਪ੍ਰਕਾਸ਼ ਹੁੰਦਾ ਹੈ, ਪਰ ਉਹ ਪ੍ਰਕਾਸ਼ ਕਰਾਉਣ ਵਾਲਾ ਤਾਂ ਪਰਮੇਸ਼ਰ ਹੀ ਹੈ, ਉਸ ਦੀ ਜੋਤ ਹੈ। ਜੋਤ ਵੱਲ ਧਿਆਨ ਰੱਖੋ, ਨਾ ਕਿ ਫਿਜ਼ੀਕਲੀ ਜਿਹੜਾ ਹੈ ਚੰਦਰਮਾ ਤੇ ਸੂਰਜ ਨੂੰ ਸੱਚ ਮੰਨੋ। ਕਾਲ ਪਾਏ ਤਿਨ ਹੋਏ ਅਭਾਉ। ਦੇਖੋ ਸੂਰਜ ਤੇ ਚੰਦਰਮਾ ਨੇ ਵੀ ਹਮੇਸ਼ਾ ਨਹੀਂ ਰਹਿਣਾ, ਇਹਨਾਂ ਦਾ ਵੀ ਕਾਲ ਹੋ ਜਾਣਾ ਹੈ, ਇਹਨਾਂ ਦੀ ਵੀ ਐਕਸਪਾਇਰੀ ਹੋ ਜਾਣੀ ਹੈ। ਜੋ ਸੁਮੇਰ ਸਭ ਸੁਰਨ ਆਧਾਰਾ। ਦੇਖੋ ਜੋ ਸੁਮੇਰ ਪਰਬਤ ਹੈ, ਜੋ ਸਾਰੀ ਹੀ ਦੇਵਤਿਆਂ ਦਾ ਆਧਾਰ ਹੈ, ਜਾਂ ਜਿਹੜੇ ਹੈਵਨਸ ਹਨ, ਜਿਹੜੇ ਹੈਵਨ ਦੇ ਵਿੱਚ ਜਿਹੜੇ ਹਨ ਦੇਵਤੇ ਰਹਿੰਦੇ ਹਨ ਸਾਰੇ, ਉਹ ਵੀ ਜਿਹੜਾ ਹੈ ਛੈ ਹੋਵਤ ਤਿਨ ਲਗੈ ਨਾ ਬਾਰਾ। ਦੇਖੋ ਕੁਝ ਦੇਰੀ ਨਹੀਂ ਲੱਗਣੀ, ਉਹ ਹੈਵਨਸ ਵੀ ਮਿਟ ਜਾਣੇ ਨੇ, ਉਹ ਹੈਵਨਸ ਨਹੀਂ ਰਹਿਣੇ, ਉਹ ਵੀ ਨਹੀਂ ਰਹਿਣੇ ਜਿਹੜੇ ਕਿ ਆਪਾਂ ਮੰਨਦੇ ਹਾਂ ਵੀ ਇਹ ਹੈਵਨ ਸਭ ਤੋਂ ਉੱਚਾ ਅਸਥਾਨ ਹੈ ਦੁਨੀਆ ਦਾ। ਕਹਿੰਦੇ ਉਹਨੇ ਵੀ ਨਹੀਂ ਰਹਿਣਾ, ਉਹਨੂੰ ਮਿਟਣ ਦੇ ਵਿੱਚ ਕੋਈ ਬਹੁਤੀ ਦੇਰ ਨਹੀਂ ਲੱਗਣੀ। ਧਰਨੀ ਜਲ ਸਾਗਰ ਗੰਭੀਰਾ। ਇਸੇ ਤਰ੍ਹਾਂ ਹੀ ਜਿਹੜੀ ਧਰਤੀ ਹੈ, ਪਾਣੀ ਹੈ, ਸਾਗਰ ਜਿਹੜੇ ਡੂੰਘੇ ਹਨ ਸਾਰੇ, ਓਸ਼ਨ। ਅਗਰ ਕਾਲ ਸੋ ਧਰੈ ਨਾ ਧੀਰਾ। ਅਗਰ ਕਾਲ ਕਹਿੰਦੇ ਮੌਤ ਦੇ ਸਾਹਮਣੇ ਇਹਨਾਂ ਨੇ ਵੀ ਧੀਰਜ ਨਹੀਂ ਧਾਰਨੀ, ਇਹਨਾਂ ਨੂੰ ਵੀ ਮੌਤ ਨੇ ਖਾ ਜਾਣਾ ਇੱਕ ਦਿਨ। ਪਾਵਕ ਪੌਣ ਪ੍ਰਾਕਰਮ ਯੁਕਤਾ। ਇਸੇ ਪ੍ਰਕਾਰ ਪਾਵਕ ਹੈ ਜਿਹੜੀ ਅੱਗ ਹੈ, ਹਵਾ ਹੈ, ਕਹਿਣਗੇ ਜਿਹੜਾ ਹਨ ਪਾਰਕ੍ਰਮ ਯੁਕਤਾ, ਕਹਿਣਗੇ ਜਿਹੜੇ ਬਲ ਵਾਲੇ ਨੇ, ਆਪਾਂ ਨੂੰ ਬੜੇ ਤਕੜੇ ਲੱਗਦੇ ਨੇ। ਹਵਾ ਜਿਹੜੀ ਆਉਂਦੀ ਹੈ ਕਿੱਡੇ ਵੱਡੀਆਂ ਚੀਜ਼ਾਂ ਨੂੰ ਉਡਾ ਕੇ ਲੈ ਜਾਂਦੀ ਹੈ। ਅੱਗ ਜਿਹੜੀ ਹੈ ਬੇਸ਼ੁਮਾਰ ਹੁੰਦੀ ਹੈ, ਭਾਵੇਂ ਸਾਰੇ ਜਗਤ ਨੂੰ ਸਾੜ ਕੇ ਸੁਆਹ ਕਰ ਦੇਵੇ, ਪਰ ਕਹਿੰਦੇ ਉਹ ਵੀ ਜਿਹੜੇ ਹਨ ਉਹ ਜਿਹੜੀਆਂ ਐਸੀਆਂ ਬਲ ਵਾਲੀਆਂ ਹਨ, ਕਾਲ ਪਾਏ ਸੋ ਹੋਏ ਅਸਕਤਾ। ਉਹਨਾਂ ਦਾ ਵੀ ਕਾਲ ਆ ਜਾਣਾ ਹੈ। ਅੱਗ ਦਾ ਵੀ ਕਾਲ ਮੌਤ ਹੈ, ਉਹ ਹਵਾ ਦਾ ਵੀ ਇੱਕ ਜਿਹੜਾ ਹਨ ਕਾਲ ਹੈ, ਤੇ ਉਹਨਾਂ ਨੇ ਜਦੋਂ ਮੌਤ ਆਉਣੀ ਉਹਨਾਂ ਵਿੱਚ ਨਿਰਬਲਤਾ ਹੋ ਜਾਣੀ ਹੈ, ਕਿਉਂਕਿ ਮੌਤ ਇਹਨਾਂ ਨਾਲੋਂ ਵੀ ਤਕੜੀ ਹੈ। ਮਹਾਬਲੀ ਰਾਕਸ ਜੇ ਰਾਜਾ। ਹੁਣ ਅੱਗੇ ਦੇਖੋ ਜਿਹੜੇ ਮਹਾਬਲੀ ਵੱਡੇ ਬਲ ਵਾਲੇ ਤਕੜੇ ਜਿਹੜੇ ਹਨ ਰਾਖਸ਼ ਜਾਂ ਰਾਜੇ ਹੋਏ ਹਨ, ਕਾਲ ਡੰਕ ਸਭ ਕੇ ਸਿਰ ਗਾਜਾ। ਕਾਲ ਨੇ ਆਪਣਾ ਡੰਕ ਬਾਈਟ ਕਰਕੇ ਕਾਲ ਨੇ ਉਹਨਾਂ ਨੂੰ ਵੀ ਮਾਰ ਦਿੱਤਾ। ਕਹਿਣਗੇ ਦੇਖੋ ਕਾਲ ਐਸਾ ਤਕੜਾ ਹੈ, ਭਾਵੇਂ ਕੋਈ ਕਿੱਡਾ ਵੀ ਮਹਾਬਲੀ ਕਿਉਂ ਨਾ ਹੋ ਜਾਵੇ, ਉਹਦੇ ਉੱਤੇ ਕਾਲ ਉਤੋਂ ਵੀ ਜ਼ਿਆਦਾ ਜਿਹੜਾ ਤਕੜਾ ਹੁੰਦਾ ਹੈ। ਭੇ ਅਵਤਾਰ ਜਿਤੇ ਰਣ ਧੀਰਾ। ਫਿਰ ਅੱਗੇ ਦੇਖੋ ਜਿੰਨੇ ਵੀ ਅਵਤਾਰ ਹੋਏ ਨੇ, ਜਿਨ੍ਹਾਂ ਨੇ ਵੱਡੇ ਜੰਗ ਜਿੱਤੇ ਆਪਣੇ ਸਮੇਂ ਦੇ ਵਿੱਚ, ਮਹਾਭਾਰਤ ਵਰਗਾ ਜੰਗ, ਹੋਰ ਵੀ ਕਿੰਨੇ ਹੀ ਜੰਗ, ਰਾਵਣ ਦੇ ਨਾਲ ਜੰਗ, ਕਿੱਡੇ ਵੱਡੇ ਜਿਹੜੇ ਹਨ ਜੰਗ ਜਿੱਤੇ ਉਸਨਾਂ ਨੇ। ਕਾਲ ਪਾਏ ਕੇ ਤਜਨ ਸਰੀਰਾ। ਦੇਖੋ ਉਹ ਵੀ ਰਾਮਚੰਦਰ ਵਰਗੇ, ਕ੍ਰਿਸ਼ਨ ਭਗਵਾਨ ਵਰਗੇ, ਕਹਿੰਦੇ ਉਹਨਾਂ ਨੂੰ ਵੀ ਜਿਹੜਾ ਹੈ ਕਾਲ ਨੇ ਖਾ ਲਿਆ, ਉਹਨਾਂ ਨੂੰ ਵੀ ਕਾਲ ਨੇ ਨਹੀਂ ਛੱਡਿਆ, ਉਹਨਾਂ ਦੇ ਸਰੀਰ ਵੀ ਉਹਨਾਂ ਨੂੰ ਛੱਡਣੇ ਹੀ ਪਏ। ਤਜਨ ਕਹਿਣ ਲੱਗੇ ਇਸ ਕਰਕੇ ਸਾਰੇ ਆਪਣੇ ਸਰੀਰ ਛੱਡ ਕੇ ਹੀ ਜਾਂਦੇ ਹਨ। ਮਹਾ ਸਿੱਧ ਸੁਰ ਗੰਧਰਵ ਕਿੰਨਰ। ਫਿਰ ਦੇਖੋ ਹੁਣ ਸਪਿਰਿਚੁਅਲ ਦੇ ਪਾਸੇ ਦੇਖੋ, ਕਿੰਨੇ ਹੀ ਸਿੱਧ ਲੋਕ ਹਨ, ਵੱਡੇ ਸਿੱਧਾਂ ਵਾਲੇ, ਸ਼ਕਤੀਆਂ ਵਾਲੇ, ਮਿਰੇਕਲ ਪਾਵਰਸ ਵਾਲੇ, ਕਿੱਡੇ ਸਿੱਧ ਲੋਕ ਹਨ, ਯੋਗੀ ਲੋਕ ਹਨ। ਤੇ ਕਹਿੰਦੇ ਫਿਰ ਦੇਵਤੇ ਹਨ 33 ਕਰੋੜ, ਤੇ ਜੇ 33 ਕਰੋੜ ਦੇਵਤੇ ਅੱਗੇ ਗੰਧਰਵ ਹਨ, ਕਿੰਨਰ ਹਨ, ਇਹ ਵੀ ਸਾਰੇ ਯਖ ਆਦ ਸਭ ਹੈ ਛਿਨ ਭੰਗਰ। ਫਿਰ ਜਿਹੜੇ ਹਨ ਦੂਸਰੇ ਯਖ ਜਿਹੜੇ ਹੁੰਦੇ ਹਨ, ਸਾਰਿਆਂ ਨੇ ਹੀ ਛਿਨ ਭੰਗਰ, ਛਿਨ ਵਿੱਚ ਹੀ ਨਾਸ ਹੋ ਜਾਣਾ ਹੈ, ਉਹਨਾਂ ਨੇ ਸੈਕਿੰਡਸ ਦੇ ਵਿੱਚ ਨਾਸ ਹੋ ਜਾਣਾ ਹੈ। ਜਮ ਉਡਗਨ ਪੁਰਹੂਤ ਕੁਮੇਰਾ। ਫਿਰ ਜਿਹੜੇ ਹਨ ਜਮ ਹਨ, ਜਿਹੜੇ ਮੌਤ ਦਾ ਦੇਵਤਾ ਮੰਨਿਆ ਹੈ, ਜਿਹਨੂੰ ਜਿਹੜਾ ਹੈ ਮੌਤ ਜਿਹੜਾ ਆਪ ਜਿਹੜਾ ਹਨ ਰੂਹਾਂ ਨੂੰ ਲੈ ਕੇ ਜਾਂਦਾ ਹੈ, ਮੌਤ ਦੇ ਸਮੇਂ ਸਰੀਰਾਂ ਵਿੱਚੋਂ ਦੁੱਖ ਦੇ ਕੇ ਕੱਢਦਾ ਹੈ, ਰਸਤੇ ਵਿੱਚ ਸਜ਼ਾਵਾਂ ਦਿੰਦਾ ਹੈ। ਇਹ ਜਮ ਜਿਹੜਾ ਹੈ, ਤੇ ਅੱਗੇ ਇਹ ਧਰਮਰਾਜ ਜਿਹੜਾ ਹੈ ਉਹ, ਫਿਰ ਉਡਗਣ ਜਿੰਨੇ ਤਾਰੇ ਹਨ, ਫਿਰ ਇੰਦਰ ਹੈ, ਫਿਰ ਕੁਬੇਰ ਹੈ, ਇਹ ਸਾਰੇ ਹੋਏ ਵਿਪਰਜੈ ਲੱਗੈ ਨਾ ਦੇਰਾ। ਇਹ ਵੀ ਵਿਪਰਜੇ, ਇਹਨਾਂ ਦਾ ਬਲ ਵੀ ਇਹਨਾਂ ਦੇ ਅਗੇਂਸਟ ਹੋ ਜਾਣਾ ਹੈ, ਇਹਨਾਂ ਦੀ ਸ਼ਕਤੀ ਹੀ ਇਹਨਾਂ ਦੀ ਕਮਜ਼ੋਰੀ ਬਣ ਕੇ ਇਹਨਾਂ ਨੇ ਵੀ ਮੌਤ ਦੇ ਘਾਟ ਉਤਰ ਜਾਣਾ ਹੈ। ਜੋ ਬ੍ਰਹਮਾ ਜਗ ਕਾਰਨ ਕੇਰੋ। ਦੇਖੋ ਹੁਣ ਅੱਗੇ ਹੋਰ ਦੇਖੋ, ਕਹਿੰਦੇ ਜਿਹੜਾ ਬਰਮਾ ਹੈ ਇਹ ਸਾਰੇ ਜਗਤ ਨੂੰ ਬਣਾਉਣ ਵਾਲਾ
ਜਿਹੜਾ ਹੈ ਇਹ ਜਗਤ ਦੀ ਜਿਹੜੀ ਹੈ ਬਣਾਵਟ ਨੂੰ ਬਣਾਉਣ ਵਾਲਾ ਹੈ, ਉਹ ਬਰਮਾ ਜਿਹੜਾ ਹੈ ਕ੍ਰੀਏਟਰ। ਤੇ ਅਭਾਵ ਕਰ ਕਾਲ ਕਰੇ ਰੋ। ਦੇਖੋ ਤੇ ਅਭਾਵ ਉਹਦਾ ਬਣਾਇਆ ਹੋਇਆ ਸਾਰਾ ਅਭਾਵ ਮੀਨਿੰਗਲੈਸ ਕਰ ਦੇਣਾ ਹੈ। ਮੌਤ ਐਸੀ ਹੈ ਕਰਾਰੀ ਤਕੜੀ ਜਿਹਨੇ ਕਿ ਬਰਮਾ ਦਾ ਬਣਾਇਆ ਹੋਇਆ ਨਲ ਐਂਡ ਵੋਇਡੇ ਕਰ ਦੇਣਾ ਸਾਰਾ। ਹਰੀ ਬਿਸ਼ਨ ਜਿਹੇ ਜਗਤ ਅਲਾਏ। ਫਿਰ ਹਰੀ ਬਿਸ਼ਨ ਵਿਸ਼ਨੂੰ ਨੂੰ ਜਿਹਨੂੰ ਹਰੀ ਕਹਿੰਦੇ ਹਾਂ, ਜਿਹਦਾ ਹਰੀ ਹਰੀ ਜਾਪ ਦੁਨੀਆ ਕਰਦੀ ਹੈ। ਹਰੀ ਹਰ ਤੁਤਾ ਜਿਹ ਤੇ ਕੀ ਜਾਏ। ਦੇਖੋ ਹਰੀ ਦੀ ਹਰ ਤੁਤਾ ਕਹਿੰਦੇ ਹਰੀ ਦਾ ਜਿਹੜਾ ਹੈ ਹਰੀਪਣ, ਹਰੀ ਹੁੰਦਾ ਹੈ ਜੀਵਨ ਦੇਣ ਵਾਲਾ, ਪਾਲਣਾ ਕਰਨ ਵਾਲਾ। ਉਹ ਹਰੀ ਜਿਹੜਾ ਹੈ ਕਹਿੰਦੇ ਹਰ ਤੁੱਤਾ ਕਹਿੰਦਾ ਉਹਨੂੰ ਵੀ ਜਿਹੜਾ ਉਹਦਾ ਹਰੀਪੁਣਾ ਹੈ, ਉਹਦਾ ਜਿਹੜਾ ਭਗਵਾਨ ਰੂਪੀ ਜਿਹੜੀਆਂ ਸ਼ਕਤੀਆਂ ਉਹਦੇ ਵਿੱਚ ਨੇ ਪਾਲਣ ਕਰਨ ਵਾਲੀਆਂ, ਜਿਹਦੇ ਕਰਕੇ ਉਹਨੂੰ ਲੋਕ ਮੱਥਾ ਟੇਕਦੇ ਹਨ, ਉਹ ਵੀ ਜਿਹੜੀਆਂ ਸਾਰੀਆਂ ਹਨ ਨਾਸ ਹੋ ਜਾਣੀਆਂ ਹਨ। ਰੁਦਰ ਹੈ ਬੇਖ ਭਿਆਨਕ ਜਾਹੀ। ਹੁਣ ਅੱਗੇ ਦੇਖੋ ਸ਼ਿਵ ਜੀ ਜਿਹੜਾ ਮੰਨਿਆ ਜਾਂਦਾ ਜੋ ਤੀਜੀ ਅੱਖ ਖੁੱਲਦੀ ਆ ਸਾਰੀ ਦੁਨੀਆ ਦਾ ਨਾਸ ਕਰਦਾ ਹੈ, ਉਹ ਮੌਤ ਦਾ ਦੇਵਤਾ ਮੰਨਿਆ ਹੈ, ਉਹ ਸਾਰੀ ਦੁਨੀਆ ਦਾ ਨਾਸ ਕਰਦਾ ਜਦੋਂ ਡੰਕ ਆਪਣਾ ਵਜਾਉਂਦਾ ਹੈ। ਇਸੇ ਪ੍ਰਕਾਰ ਕਰਕੇ ਰੁਦਰ ਹੈ ਬੇਖ ਭਿਆਨਕ ਜਾਹੀ, ਬੜਾ ਭਿਆਨਕ ਰੂਪ ਵਾਲਾ, ਬੜਾ ਡਰਾਉਣੀ ਸ਼ਕਲ ਵਾਲਾ ਸ਼ਿਵ ਜੀ ਹੈ। ਕਾਲ ਪਾਏ ਸੇ ਹੋਵਹਿ ਨਾਹੀ। ਉਹਨਾਂ ਦਾ ਵੀ ਕਾਲ ਹੋ ਜਾਣਾ, ਉਹਨੇ ਵੀ ਰਹਿਣਾ ਕੋਈ ਨਹੀਂ ਹੈਗਾ, ਉਹਦਾ ਵੀ ਜਿਹੜਾ ਨਾਸ ਹੋ ਜਾਣਾ ਹੈ। ਬਚਣਾ ਤਾਂ ਉਹਨੇ ਵੀ ਨਹੀਂ, ਜਿਹਨੂੰ ਮੰਨਿਆ ਹੈ ਕਿ ਦੁਨੀਆ ਦਾ ਨਾਸਕ ਹੈ, ਦੁਨੀਆ ਨੂੰ ਖਤਮ ਕਰਨ ਵਾਲਾ ਹੈ, ਉਹਦਾ ਵੀ ਆਪਣਾ ਵੀ ਨਾਸ ਹੋ ਜਾਣਾ ਹੈ। ਸਭ ਕੋ ਜੋ ਆਧਾਰ ਆਕਾਸ਼ਾ। ਦੇਖੋ ਸਭ ਕੋ ਜੋ ਆਧਾਰ ਆਕਾਸ਼ਾ, ਜਿਹੜਾ ਸਾਰੇ ਜਗ ਦਾ ਆਧਾਰ ਹੈ ਆਕਾਸ਼, ਜਿਹੜਾ ਉੱਤੇ ਬਿਨ ਥੰਮਾ ਗਗਨ ਰਹਾਇਆ, ਜਿਹੜਾ ਆਪਣੇ ਜਿਹੜਾ ਹਨ ਬਿਨਾਂ ਥੰਮਾਂ ਤੋਂ ਜਿਹੜਾ ਆਕਾਸ਼ ਹੈ ਆਪਣੇ ਉੱਤੇ, ਜਿਵੇਂ ਇੱਕ ਛੱਤ ਹੁੰਦੀ ਆ ਘਰ ਦੀ, ਉਵੇਂ ਇਹ ਜਿਹੜਾ ਆਕਾਸ਼ ਹੈ, ਇਹ ਸਾਰਾ ਆਕਾਸ਼ ਜਿਹੜਾ ਦਿਸ ਰਿਹਾ ਹੈ। ਕਾਲ ਅਗਾਰੀ ਹੋਏ ਸੋ ਨਾਸਾ। ਕਾਲ ਦੇ ਸਾਹਮਣੇ ਇਹਦਾ ਵੀ ਨਾਸ ਹੋ ਜਾਣਾ ਹੈ, ਇਹਨੇ ਵੀ ਰਹਿਣਾ ਨਹੀਂ ਕੋਈ ਵੀ। ਇਹਨ ਜੀਵਨ ਕਿਆ ਗਿਣਤੀ ਹੋਈ। ਦੇਖੋ ਇਹਨ ਜੀਵਨ, ਸਾਡੇ ਜੀਵਨ ਦੀ ਕੀ ਗਿਣਤੀ ਕਰਨੀ ਹੈ ਕਿ ਆਪਣਾ ਜੀਵਨ ਕਿੱਡਾ ਕੁ ਹੈ। ਦੇਵਤਿਆਂ ਦਾ ਜੀਵਨ ਤਾਂ ਬਹੁਤ ਲੰਮਾ ਜੀਵਨ ਹੈ, ਉਹ ਤਾਂ ਬੜੇ ਜਿਹੜੇ ਹਨ ਮਿਲੀਅਨ ਈਅਰਸ ਬਿਲੀਅਨ ਈਅਰਸ ਤੱਕ ਰਹਿੰਦੇ ਹਨ, ਉਹਨਾਂ ਦਾ ਵੀ ਨਾਸ ਹੋ ਜਾਣਾ ਹੈ। ਕਹਿੰਦੇ ਸਾਡੇ ਜੀਵਨ ਦੀ ਕੀ ਗਿਣਤੀ ਹੈ। ਰਸਿਓ ਕਾਲ ਕੋ ਹੈ ਸਭ ਕੋਈ। ਇਸ ਕਰਕੇ ਇਸ ਕੰਕਲੂਸ਼ਨ ਤਾਂ ਇਹੀ ਬਣਦਾ ਹੈ, ਸਿੱਟਾ ਤਾਂ ਇਹੀ ਨਿਕਲਦਾ ਹੈ ਕਿ ਸਾਰਿਆਂ ਨੂੰ ਹੀ ਕਾਲ ਮੌਤ ਆਪਣੇ ਵਸ ਵਿੱਚ ਕਰ ਲੈਂਦੀ ਹੈ, ਸਾਰਿਆਂ ਨੂੰ ਪਕੜ ਲੈਂਦੀ ਹੈ। ਰਹਿਨੋ ਸਥਿਰ ਕਿਨਹੂ ਨਾਹੀ। ਇਸ ਕਰਕੇ ਕਿਸੇ ਨੇ ਵੀ ਸੰਸਾਰ ਵਿੱਚ ਰਹਿਣਾ ਨਹੀਂ ਕੋਈ ਵੀ ਹੈਗਾ। ਪਾਏ ਸਮਾ ਸਭ ਹੀ ਬਿਨਸਾਹੀ। ਆਪਣੇ ਸਮੇਂ ਨੂੰ ਪਾ ਕਰਕੇ, ਆਪਣਾ ਸਮਾਂ ਜਿਹੜਾ ਬਤੀਤ ਕਰਕੇ, ਜਿੰਨਾ ਵੀ ਲਾਈਫ ਟਾਈਮ ਕਿਸੇ ਨੂੰ ਮਿਲਦਾ ਹੈ ਜੀਵਨ ਕਾਲ, ਉਹ ਆਪਣੇ ਜੀਵਨ ਕਾਲ ਨੂੰ ਹੰਢਾ ਕੇ ਉਹ ਮਰ ਜਾਂਦੇ ਨੇ, ਉਹ ਆਪਣਾ ਸਰੀਰ ਛੱਡ ਕੇ ਚਲੇ ਜਾਂਦੇ ਨੇ। ਇਹੀ ਅਟਲ ਸਚਾਈ ਹੈ। ਅਤ ਸੂਖਮ ਤੇ ਸੂਖਮ ਕਾਲੂ। ਦੇਖੋ ਜਿਵੇਂ ਅਤ ਸੂਖਮ, ਇਹ ਜਿਹੜਾ ਹੈ ਕਾਲ ਮੌਤ ਜਿਹੜੀ ਹੈ ਛੋਟੀ ਤੋਂ ਛੋਟੀ, ਬਰੀਕ ਤੋਂ ਬਰੀਕ ਹੈ। ਦੇਖੋ ਇਹ ਐਸੀ ਹੈ ਤੇ ਸੂਖਮ ਕਾਲੂ, ਇਹ ਕਾਲ ਜਿਹੜਾ ਹੈ ਸਮਾਂ। ਹੁਣ ਸਮਾਂ ਜਿਹੜਾ ਹੈ ਕਹਿੰਦੇ ਅਤ ਸੂਖਮ। ਦੇਖੋ ਕਾਲ ਦੀ ਜਿਹੜੀ ਗਿਣਤੀ ਕਰੀਏ ਤਾਂ ਮਿਲੀ ਸੈਕਿੰਡਸ, ਮਾਈਕਰੋ ਸੈਕਿੰਡਸ, ਨਾਨੋ ਸੈਕਿੰਡਸ, ਕਿੱਥੋਂ ਤੱਕ ਆਪਾਂ ਜਾਵਾਂਗੇ। ਦੇਖੋ ਇੰਨੇ ਛੋਟੇ ਛੋਟੇ ਸਮਾਂ ਜਿਹੜਾ ਹੈ, ਇਹ ਸੂਖਮ ਤੋਂ ਸੂਖਮ ਹੈ ਇਹ ਸਮਾਂ। ਦੇਖੋ ਜਿਸ ਦਿਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਕਹੇ, ਹਜੇ ਦੁਨੀਆ ਨੇ ਇਹ ਗੱਲ ਨੂੰ ਡਿਸਕਵਰ ਨਹੀਂ ਕੀਤਾ ਸੀਗਾ, ਉਸ ਵੇਲੇ ਤਾਂ ਸੈਕਿੰਡਸ ਦੀ ਗੱਲ ਵੀ ਲੋਕ ਘੱਟੇ ਕਰਦੇ ਸਨ, ਸਿਰਫ ਗੱਲ ਕਰਦੇ ਸਨ ਮੁਹੂਰਤਾਂ ਦੀ ਤੇ ਸਮੇਂ ਦੀ। ਜਿਹੜੀ ਹੈ ਇਹ ਗਿਣਤੀ ਸ਼ੁਰੂ ਹੋਈ ਆ ਅੱਖ ਦੇ ਫਰਕਣ ਤੋਂ, ਵੀ ਜਿੰਨਾ ਕੁ ਸਮਾਂ ਆਏ ਫਲਿੱਕਣ ਨੂੰ ਲੱਗਦਾ ਹੈ। ਪਰ ਅੱਜ ਦੁਨੀਆ ਦੇਖੋ ਕਿੱਥੋਂ ਤੱਕ ਪਹੁੰਚ ਗਈ ਹੈ, ਨਾਨੋ ਅੱਗੇ ਵੀ ਹੋਰ ਜਿਹੜੇ ਹਨ ਦੇਖੋ ਕਿੱਥੋਂ ਤੱਕ ਚਲੇ ਗਏ, ਕਿੰਨਾ ਛੋਟੇ ਤੋਂ ਛੋਟਾ ਸਮਾਂ ਹੈ। ਅੱਜ ਕੰਪਿਊਟਰਸ ਦੇ ਵਿੱਚ ਦੇਖੋ ਸਮਾਂ ਕਿਹੜੀ ਜਿਹੜਾ ਹਨ ਸੂਖਮ, ਕਿੰਨੀ ਛੋਟੀ ਜਿਹੜਾ ਹਨ ਛੋਟੇ ਸਮੇਂ ਤੋਂ ਲੈ ਕੇ ਜਿਹੜਾ ਹਨ ਗਿਣਤੀ ਸ਼ੁਰੂ ਹੁੰਦੀ ਹੈ। ਇੱਕ ਸੈਕਿੰਡ ਦਾ ਵੀ ਕਿੱਡੀ ਵੱਡੀ ਗਿਣਤੀ ਹੋ ਗਈ ਅੱਜ। ਹਾਂਜੀ, ਸੈਕਿੰਡ ਤਾਂ ਅੱਜ ਆਪਾਂ ਨੂੰ ਬਹੁਤ ਵੱਡਾ ਲੱਗਦਾ ਹੈ, ਕਿਉਂਕਿ ਮਿਲੀ ਸੈਕਿੰਡਸ, ਮਾਈਕਰੋ ਸੈਕਿੰਡ, ਨਾਨੋ ਸੈਕਿੰਡਸ ਤੱਕ ਕੰਮ ਜਾਂਦਾ ਹੈ। ਕੰਪਿਊਟਰਸ ਦੀ ਜਿਹੜੀ ਸਪੀਡ ਹੈ, ਪ੍ਰੋਸੈਸਰਸ ਦੀ ਹੈ, ਦੇਖੋ ਕਿੱਥੋਂ ਤੱਕ ਚਲੀ ਗਈ।
ਕਿੰਨੇ ਜਿਹੜੇ ਹਨ ਬਰੀਕ ਬਰੀਕ ਤੋਂ ਬਰੀਕ ਚਲੇ ਗਏ। ਦੇਖੋ ਅਤ ਸੂਖਸ਼ਮ ਤੇ ਸੂਖਸ਼ਮ ਕਾਲੂ, ਇਹ ਕਾਲ ਜਿਹੜਾ ਹੈ ਸੂਖਸ਼ਮ ਤੋਂ ਸੂਖਸ਼ਮ, ਛੋਟੇ ਤੋਂ ਛੋਟਾ ਹੈ, ਅਤ ਵਿਸਾਲ ਤੇ ਮਹਾ ਵਿਸਾਲੂ, ਤੇ ਵੱਡੇ ਤੋਂ ਵੱਡਾ ਵੀ ਹੈ ਸਮਾਂ, ਆਪਣੇ ਸਮੇਂ ਤੋਂ ਅੱਗੇ ਵੀ ਬੜਾ ਸਮਾਂ ਹੈ, ਜਿਹੜਾ ਕਿ ਆਪਾਂ ਦੇਖਦੇ ਹਾਂ ਇਤਿਹਾਸ ਦੇ ਵਿੱਚ ਕਿੰਨਾ ਸਮਾਂ ਇਹ ਦੁਨੀਆ ਨੂੰ ਬਣੀ ਹੋਈ ਨੂੰ ਬੀਤ ਗਿਆ ਹੈ। ਅੱਜ ਪੱਥਰਾਂ ਤੋਂ ਪਤਾ ਲੱਗ ਰਿਹਾ ਹੈ ਕਿ ਦੁਨੀਆ ਦੀ ਉਮਰ ਕਿੰਨੀ ਹੈ, ਗ੍ਰੈਂਡ ਕੈਨੀਅਨ ਤੋਂ ਪਤਾ ਲੱਗ ਰਿਹਾ ਹੈ ਕਿੰਨੇ ਬਿਲੀਅਨ ਈਅਰਸ ਦੀ ਇਹ ਧਰਤੀ ਹੈ, ਕਦੋਂ ਦੀ ਇਹ ਧਰਤੀ ਬਣੀ ਹੋਈ ਹੈ। ਜੋ ਅੱਜ ਦੇ ਰਿਸਰਚਰਸ ਹਨ ਉਹ ਰਿਸਰਚ ਕਰ ਕਰਕੇ ਦੱਸ ਰਹੇ ਨੇ ਕਿੰਨੀ ਪੁਰਾਣੀ ਇਹ ਜਿਹੜੀ ਹਨ ਧਰਤੀ ਹੈ, ਕਿੰਨਾ ਸਮਾਂ ਇਹ ਧਰਤੀ ਨੇ ਦੇਖ ਲਿਆ ਹੈ। ਇਸ ਪ੍ਰਕਾਰ ਕਰਕੇ ਅਤ ਵਿਸਾਲ, ਜੇ ਸਮੇਂ ਨੂੰ ਵੱਡਾ ਕਰਕੇ ਦੇਖੀਏ ਤਾਂ ਵੱਡੇ ਤੋਂ ਵੱਡਾ ਹੈ। ਇਹਦਾ ਦੂਜਾ ਜਿਹੜਾ ਹੈ ਇਹ ਵੀ ਜਿਹੜਾ ਹੈ ਅਰਥ ਬਣਦਾ ਹੈ, ਇਹ ਸਮਾਂ ਜਿਹੜਾ ਹੈ ਇਹ ਵੱਡੇ ਤੋਂ ਵੱਡਾ ਹੈ। ਕਿਉਂਕਿ ਇਹ ਵੱਡਾ ਇਸ ਕਰਕੇ ਹੈ ਕਿਉਂਕਿ ਇਹ ਸਮਾਂ ਜਿਹੜਾ ਹੁੰਦਾ ਹੈ ਜੋ ਇੱਕ ਵਾਰੀ ਬੀਤ ਜਾਵੇ ਫਿਰ ਮੁੜ ਕੇ ਨਹੀਂ ਆਉਂਦਾ। ਜੋ ਹੱਥ ਆਇਆ ਸਮਾਂ ਹੈ ਉਹ ਸਮੇਂ ਵਿੱਚ ਵਿਸਾਲ ਤੋਂ ਵਿਸਾਲ ਵੀ ਜਿਹੜਾ ਹਨ ਮਹਾਨ ਤੋਂ ਮਹਾਨ ਕਾਰਜ ਵੀ ਕੀਤੇ ਜਾ ਸਕਦੇ ਨੇ, ਤੇ ਸਮੇਂ ਵਿੱਚ ਹੀ ਸੂਖਸ਼ਮ ਤੋਂ ਸੂਖਸ਼ਮ ਕਾਰਜ ਵੀ ਕੀਤੇ ਜਾ ਸਕਦੇ ਨੇ, ਕਿਉਂਕਿ ਇਹ ਇੱਕ ਮੌਕਾ ਹੈ ਜੋ ਪਰਮੇਸ਼ਰ ਨੇ ਇਸ ਆਪਣੇ ਜਿਹੜੀ ਹਨ ਇਹ ਕ੍ਰੀਏਸ਼ਨ ਨੂੰ ਦਿੱਤਾ ਹੈ। ਕਰ ਹੈ ਊਚ ਤੇ ਜੋ ਅਤ ਨੀਚੂ, ਦੇਖੋ ਇਹ ਸਮਾਂ ਹੀ ਹੈ ਨਾ ਜਿਹੜਾ ਕਿ ਬਹੁਤ ਉੱਚਿਆਂ ਨੂੰ ਨੀਵੇਂ ਕਰ ਦਿੰਦਾ ਹੈ। ਕੁਝ ਸਮਾਂ ਹੁੰਦਾ ਹੈ ਬੰਦਾ ਬਹੁਤ ਉੱਚਾ ਮਹਾਨ ਬਣ ਜਾਂਦਾ ਹੈ, ਤੇ ਜਦੋਂ ਸਮਾਂ ਆਉਂਦਾ ਹੈ ਉਹੀ ਬੰਦਾ ਨੀਚ ਹੋ ਜਾਂਦਾ ਹੈ। ਉਹ ਆਪਣੇ ਜਿਹੜਾ ਹਨ ਆਪਣੇ ਕੈਰੈਕਟਰ ਤੋਂ ਡਿੱਗ ਕੇ ਕਿੱਥੋਂ ਤੱਕ ਡਿੱਗਦਾ ਉਹ ਨੀਚ ਹੋ ਜਾਂਦਾ ਹੈ। ਨੀਚ ਹੈ ਥਪ ਹੈ ਊਚ ਖਿਨ ਬੀਚੋ। ਫਿਰ ਦੇਖੋ ਜਿਵੇਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਕਿਹਾ ਸੀ ਉਹ ਬੱਚੇ ਨੂੰ, ਆਓ ਬੈਠ ਸੁਲਤਾਨ, ਵਿਚਾਰਾ ਬੱਕਰੀਆਂ ਚਾਰਨ ਵਾਲੇ ਬੱਚੇ ਨੂੰ ਗੁਰੂ ਨਾਨਕ ਨੇ ਇੱਕੋ ਸ਼ਬਦ ਕਿਹਾ, ਆਓ ਬੈਠ ਸੁਲਤਾਨ, ਉਹਨੂੰ ਜਾ ਕੇ ਸੁਲਤਾਨ ਬਣਾ ਦਿੱਤਾ। ਸੋ ਦੇਖੋ ਕਹਿੰਦੇ ਨੀਚ ਨੂੰ ਊਚ ਵੀ ਕਰ ਦਿੰਦਾ ਹੈ। ਇਹ ਸਮਾਂ ਹੀ ਹੈ ਸਭ ਕੁਝ, ਇਹ ਸਮੇਂ ਦੇ ਵਿੱਚ ਹੀ ਸਭ ਕੁਝ ਚੱਲਦਾ ਹੈ। ਇਸ ਪ੍ਰਕਾਰ ਕਰਕੇ ਇਹ ਸਮਾਂ ਕਿਸ ਦੇ ਹੱਥ ਨਹੀਂ, ਇਹ ਸਮਾਂ ਹੀ ਹੈ ਜੋ ਆਪਣੇ ਜੀਵਨ ਨੂੰ ਆਪਾਂ ਨੂੰ ਦਿਖਾਉਂਦਾ ਹੈ। ਇਹ ਸਮੇਂ ਦੇ ਅੰਤ ਵੇਲੇ ਸਭ ਕੁਝ ਹੀ ਮੁੱਕ ਜਾਂਦਾ ਹੈ। ਰਾਈ ਮੇਰ ਮੇਰ ਤੇ ਰਾਈ, ਦੇਖੋ ਰਾਈ ਤੇ ਮੇਰ ਕਹਿਣ ਲੱਗੇ ਇੱਕ ਕਿਣਕੇ ਤੋਂ ਲੈ ਕੇ ਰਾਈ ਤੋਂ ਲੈ ਕੇ ਪਹਾੜ ਬਣਾ ਦਿੰਦਾ ਹੈ, ਪਹਾੜ ਨੂੰ ਇੱਕ ਡਸਟ ਬਣਾ ਦਿੰਦਾ ਹੈ। ਬਸੇ ਉਜਾਰ ਹੈ ਉਜਰ ਬਸਾਈ, ਇਹੀ ਹੈ ਬਸਿਆਂ ਹੋਇਆਂ ਨੂੰ ਉਜਾੜ ਦਿੰਦਾ ਹੈ, ਉਜੜਿਆ ਹੋਇਆਂ ਨੂੰ ਬਸਾ ਦਿੰਦਾ ਹੈ। ਮਹਾਬਲੀ ਚਾਹੇ ਸੋ ਕਰਹੀ, ਦੇਖੋ ਜੋ ਮਹਾਬਲੀ ਇਹ ਸਮਾਂ ਹੈ ਜੋ ਚਾਹੇ ਉਹ ਕਰ ਸਕਦਾ ਹੈ, ਜਿਹਨੂੰ ਮਰਜੀ ਜੋ ਬਣਾ ਦੇਵੇ। ਇਹ ਸਮਾਂ ਹੀ ਹੈ, ਸਮਾਂ ਹੀ ਹੈ ਜਿਹਨੂੰ ਆਪਾਂ ਇੰਜੋਏ ਕਰ ਰਹੇ ਹਾਂ, ਜਿਹਨੂੰ ਆਪਾਂ ਲਾਈਫ ਕਹਿ ਰਹੇ ਹਾਂ। ਇਹ ਸਮਾਂ ਹੀ ਮਹਾਬਲੀ ਹੈ, ਬੜਾ ਤਕੜਾ ਹੈ। ਇਸ ਆਗੇ ਕੋ ਧੀਰ ਨਾ ਧਰਹੀ, ਇਸ ਕਰਕੇ ਇਸ ਦੇ ਅੱਗੇ ਕੋਈ ਵੀ ਧੀਰਜ ਨਹੀਂ ਰੱਖ ਸਕਦਾ। ਇਹ ਸਮਾਂ ਜਿਹੜਾ ਹੈ ਕਿਸੇ ਦੀ ਪਰਵਾਹ ਨਹੀਂ ਕਰਦਾ, ਇਹ ਆਪਣੀ ਰਫ਼ਤਾਰ ਨਾਲ ਚੱਲਦਾ ਹੀ ਰਹਿੰਦਾ ਹੈ। ਚਾਹੇ ਇਹਨੂੰ ਸੌਂ ਕੇ ਬਤੀਤ ਕਰਾ ਲਓ, ਚਾਹੇ ਇਹਨੂੰ ਕੰਮ ਵਿੱਚ ਲਾ ਲਓ, ਚਾਹੇ ਇਹਨੂੰ ਭਗਤੀ ਵਿੱਚ ਲਾ ਲਓ, ਮਰਜ਼ੀ ਆਪਣੀ ਹੈ। ਇੰਨੀ ਕੁ ਤਾਂ ਮਰਜ਼ੀ ਆਪਣੀ ਉਹੀ ਚੱਲਦੀ ਵੀ ਸਮੇਂ ਦੀ ਵਰਤੋਂ ਕਿਵੇਂ ਕਰਨੀ। ਆਪਾਂ ਸਮੇਂ ਨੂੰ ਕੋਈ ਕੰਟਰੋਲ ਨਹੀਂ ਕਰ ਸਕਦਾ, ਸਮੇਂ ਨੂੰ ਕੋਈ ਬੰਦ ਨਹੀਂ ਕਰ ਸਕਦਾ, ਹਟਾ ਨਹੀਂ ਸਕਦਾ। ਧਨੁਖ ਅਭਾਵ ਹੱਥ ਹੈ ਜਾਂ ਕੇ, ਦੇਖੋ ਇਹ ਜਿਹੜਾ ਸਮਾਂ ਹੈ ਧਨੁਖ, ਇਹਦੇ ਹੱਥ ਵਿੱਚ ਇੱਕ ਧਨੁਖ ਹੈ। ਉਹ ਧਨੁਖ ਕੀ ਆ? ਕਰਨ ਵਾਲਾ। ਇਹਦੇ ਹੱਥ ਵਿੱਚ ਕਰਨ ਦੀ ਸ਼ਕਤੀ ਹੈ। ਇਹਦੇ ਵਿੱਚ ਇਹ ਸਮਾਂ ਜਿਹੜਾ ਜੋ ਮਰਜ਼ੀ ਕਰ ਸਕਦਾ। ਇਹ ਐਸਾ ਧਨੁਖ ਬੋ ਇਹ ਸਮੇਂ ਦੇ ਹੱਥ ਵਿੱਚ ਹੈ। ਰਾਗ ਰੋ ਦੁਐਖ ਬਾਣ ਵੱਟ ਤਾਂ ਕੇ, ਫਿਰ ਰਾਗ ਤੇ ਦੁਐਖ, ਰਾਗ ਪ੍ਰੇਮ ਕਰਨਾ, ਦੁਐਖ ਈਰਖਾ ਕਰਨੀ। ਕਹਿਣਗੇ ਇਹ ਦੋ ਬਾਣ, ਦੋ ਐਰੋਸ ਹਨ। ਛੈ ਕਰ ਜਗ ਉਪਜਾਵ ਹੈ ਸੋ, ਦੇਖੋ ਚਾਹੇ ਇਹੀ ਤੀਰਾਂ ਦੇ ਨਾਲ, ਚਾਹੇ ਰਾਗ ਦੇ ਨਾਲ ਇਹ ਦੁਨੀਆ ਨੂੰ ਬਣਾ ਸਕਦਾ ਹੈ, ਦੁਐਖ ਦੇ ਨਾਲ ਇਹ ਦੁਨੀਆ ਨੂੰ ਖਤਮ ਵੀ ਕਰ ਸਕਦਾ ਹੈ। ਅੱਜ ਤੱਕ ਦੁਨੀਆ ਨੂੰ ਕਿਹਨੇ ਖਤਮ ਕੀਤਾ? ਬਹਾਨਾ ਤਾਂ ਇਹੀ ਬਣਿਆ ਨਾ, ਇਨਸਾਨ ਹੀ ਦੁਨੀਆ ਨੂੰ ਖਤਮ ਕਰਦੇ ਨੇ। ਇਨਸਾਨ ਹੀ ਹੈ ਜੋ ਵੱਡੇ ਵੱਡੇ ਬੰਬ ਬਣਾ ਕੇ ਜਿਹੜੇ ਹਨ ਐਟਮ ਬਣਾ ਲਏ, ਨਿਊਕਲੀਅਰ ਬੰਬਸ ਬਣਾ ਲਏ। ਉਹ ਦੁਨੀਆ ਨੂੰ ਮਾਰਨ ਵਾਲੇ, ਖਤਮ ਕਰਨ ਵਾਲੇ ਤਾਂ ਜਿਹੜਾ ਹਨ ਕਾਰਜ ਵੀ ਇਹ ਸਮਾਂ ਹੀ ਕਰਾਉਂਦਾ ਹੈ। ਜਿਹੜਾ ਰਾਗ ਤੇ ਦੁਐਖ ਇਹਦੀਆਂ ਦੋ ਐਰੋਸ ਹਨ। ਰਾਗ ਦੇ ਵਿੱਚ ਦੁਨੀਆ ਵਿੱਚ ਪ੍ਰੇਮ ਫੈਲਾ ਦਿੰਦਾ ਹੈ, ਦੁਐਖ ਦੇ ਵਿੱਚ ਦੁਨੀਆ ਨੂੰ ਨਾਸ ਕਰ ਦਿੰਦਾ ਹੈ, ਜਿਵੇਂ ਵਰਲਡ ਵਾਰ 1 ਤੇ ਵਰਲਡ ਵਾਰ 2 ਆਪਾਂ ਦੇਖੀ ਹੈ। ਸੋ ਇਸ ਪ੍ਰਕਾਰ ਕਰਕੇ ਇਹ ਸਾਰਾ ਜਿਹੜਾ ਹੈ ਕਾਰਜ ਦੁਨੀਆ ਦਾ ਇਹ ਸਮਾਂ ਆਪਣੇ ਆਪ ਹੀ ਕਰਦਾ ਹੈ।
ਹੈ। ਸਿਸ ਲੀਲਾ ਜਿਉ ਦੇਖ ਨਾ ਕੋ। ਦੇਖੋ ਜਿਵੇਂ ਬਾਲਕ ਦੀ ਲੀਲਾ ਹੁੰਦੀ ਹੈ, ਬਾਲਕ ਇੱਕ ਬੱਚੇ ਦੀਆਂ ਖੇਡਾਂ ਹੁੰਦੀਆਂ ਨੇ, ਉਹਨੂੰ ਜਦੋਂ ਜੀ ਕਰਦਾ ਉਹ ਬਣਾ ਲੈਂਦਾ ਹੈ, ਜਦੋਂ ਜੀ ਕਰਦਾ ਉਹ ਢਾ ਦਿੰਦਾ ਹੈ। ਸੂਰਜ ਚੰਦ ਗੋਏ ਕਰ ਹਾਥੇ। ਦੇਖੋ ਇਹ ਜਿਹੜੇ ਸੂਰਜ ਤੇ ਚੰਦ ਨੇ, ਇਹ ਜਿਵੇਂ ਬਾਲ ਹੈ, ਹੱਥ ਵਿੱਚ ਜਿਵੇਂ ਕੋਈ ਖੁੱਦੋ ਫੜੀ ਹੋਈ ਹੈ, ਜਿਵੇਂ ਫੁੱਟਬਾਲ ਹੈ, ਜੋ ਕਹਿੰਦੇ ਇਹੀ ਚੀਜ਼ ਹੈ। ਇਹ ਜਿਹੜਾ ਚੰਦ ਤੇ ਸੂਰਜ ਤਾਂ ਇਸ ਤਰ੍ਹਾਂ ਹੀ ਹਨ। ਖੇਲ ਹੈ ਨਿਤ ਉਛਾਰ ਤਿਨ ਸਾਥੇ। ਦੇਖੋ ਜਿਵੇਂ ਕੋਈ ਆਪਣੇ ਹੱਥ 'ਚ ਬਾਲ ਫੜ ਕੇ ਉਹ ਉੱਤੇ ਨੂੰ ਉਛਾਲਦਾ, ਸੱਟਦਾ, ਫਿਰ ਦੂਜੇ ਹੱਥ ਨਾਲ ਫੜਦਾ ਹੈ। ਜਿਹੜਾ ਹਨ ਉਹ ਜਿਹੜਾ ਕ੍ਰਿਕਟ ਖੇਡਦੇ ਨੇ, ਬਾਲ ਨੂੰ ਇੱਧਰ ਉੱਧਰ ਮਾਰਦੇ ਨੇ ਆਪਣੇ ਹੱਥਾਂ ਦੇ ਵਿੱਚ। ਇਸੇ ਤਰ੍ਹਾਂ ਹੀ ਚੰਦ ਸੂਰਜ ਹੈ, ਜਿਹਨੂੰ ਸਮਾਂ ਜਿਹੜਾ ਹੈ ਆਪਣੇ ਹੱਥਾਂ 'ਚ ਖਿਡਾ ਰਿਹਾ ਹੈ। ਕਿਉਂਕਿ ਸੂਰਜ ਕੋਲ ਵੀ ਸਮਾਂ ਹੈ ਨਾ। ਜਦੋਂ ਦਿਨ ਚੜ੍ਹਦਾ ਸੂਰਜ ਆਪਾਂ ਨੂੰ ਦਿਖਾਈ ਦਿੰਦਾ ਹੈ, ਜਦੋਂ ਦਿਨ ਛਿਪਦਾ ਹੈ ਕੀ ਹੁੰਦਾ, ਸੂਰਜ ਜਦੋਂ ਛਿਪਦਾ ਫਿਰ ਚੰਦਰਮਾ ਆ ਜਾਂਦਾ ਹੈ। ਇਹ ਕੌਣ ਕਰਦਾ? ਸਮਾਂ ਹੀ ਕਰਦਾ ਹੈ ਨਾ। ਸਮਾਂ ਜਦੋਂ ਹੁੰਦਾ ਹੈ ਉਹ ਸੂਰਜ ਨੂੰ ਲਿਆ ਦਿੰਦਾ ਹੈ, ਜਦੋਂ ਸਮਾਂ ਚਾਹੁੰਦਾ ਤਾਂ ਚੰਦਰਮਾ ਨੂੰ ਚੜਾ ਦਿੰਦਾ ਹੈ, ਫਿਰ ਚੰਦਰਮਾ ਨੂੰ ਤਾਰ ਕੇ ਫਿਰ ਸੂਰਜ ਨੂੰ ਚੜਾ ਦਿੰਦਾ ਹੈ। ਉਹਦੀ ਆਪਣੀ ਮਰਜ਼ੀ ਹੈ। ਕਹਿੰਦੇ ਜਿਵੇਂ ਬੋਲਾਂ ਖੇਡਦਾ, ਇਸੇ ਤਰ੍ਹਾਂ ਹੀ ਇਹ ਹੈ ਚੰਦ ਸੂਰਜ, ਜਿਹੜੇ ਗੋਲੇ ਹੀ ਹਨ ਉਹਦੇ ਵਾਸਤੇ ਖਿਡੌਣੇ ਹੀ ਹਨ। ਬ੍ਰਹਮ ਉਦੰਬਰ ਬਿਰਖ ਸਮਾਨਾ। ਇਸ ਕਰਕੇ ਕਹਿੰਦੇ ਬ੍ਰਹਮ ਉਦੰਗਰ, ਕਹਿੰਦੇ ਜਿਹੜਾ ਹਨ ਗੁਲੇਰ ਇੱਕ ਫਿਗ ਟਰੀ ਹੁੰਦਾ ਹੈ। ਸੋ ਇਹ ਜਿਹੜਾ ਹੈ ਗੁੱਲਰ ਵਾਲਾ ਜਿਹੜਾ ਦਰਖਤ ਹੁੰਦਾ ਹੈ, ਉਹਦੇ ਵਿੱਚ ਜਿਹੜੀਆਂ ਹਨ ਕਿੰਨੇ ਹੀ ਬੀਜ ਹੁੰਦੇ ਨੇ। ਇੱਕ ਬੀਜ ਦੇ ਇੱਕ ਜਿਹੜਾ ਹਨ ਉਹਦੇ ਵਿੱਚ ਜਿਹੜਾ ਫਲ ਹੁੰਦਾ ਹੈ, ਉਹ ਫਲ 'ਚ ਕਿੰਨੇ ਹੀ ਬੀਜ ਹੁੰਦੇ ਨੇ। ਕਹਿੰਦੇ ਬ੍ਰਹਮ ਜਿਹੜਾ ਹੈ, ਇਹ ਬ੍ਰਹਿਮੰਡ ਜਿਹੜਾ ਹੈ, ਇਹ ਸੰਸਾਰ ਜਿਹੜਾ ਬਿਰਖ ਸਮਾਨਾ, ਇਹ ਇੱਕ ਟਰੀ ਹੁੰਦਾ ਹੈ। ਇੱਕ ਟਰੀ ਤੇ ਇੱਕ ਜਿਹੜਾ ਫਿਗ ਫਰੂਟ ਲੱਗਦਾ ਹੈ, ਉਹਦੇ ਵਿੱਚ ਕਿੰਨੇ ਹੀ ਹੋਰ ਬੀਜ ਹੁੰਦੇ ਨੇ। ਇਸੇ ਪ੍ਰਕਾਰ ਇਹ ਸਾਰਾ ਹੀ ਸੰਸਾਰ ਹੈ। ਦੇਖੋ ਪਰਮੇਸ਼ਰ ਉਹ ਇੱਕ ਦਰਖਤ ਹੈ, ਉਸਦੇ ਫਲ ਨੇ, ਤੇ ਉਹ ਫਲਾਂ ਦੇ ਵਿੱਚ ਕਿੰਨੇ ਅੱਗੇ ਬੀਜ ਹੋਰ ਨੇ, ਜਿਹੜੇ ਹੋਰ ਕਿੰਨੇ ਦਰਖਤ ਨੂੰ ਪੈਦਾ ਕਰ ਦਿੰਦੇ ਹਨ। ਸੋ ਮਹਾਰਾਜ ਨੇ ਇੱਥੇ ਇੱਕ ਸ਼ਕਤੀ ਦਾ ਵਰਣਨ ਕੀਤਾ ਹੈ ਕਿ ਪਰਮੇਸ਼ਰ ਨੇ ਇਸ ਸੰਸਾਰ ਨੂੰ ਬਣਾਇਆ, ਇੰਨੀ ਸ਼ਕਤੀਸ਼ਾਲੀ ਇਸ ਸੰਸਾਰ ਨੂੰ ਬਣਾਇਆ ਕਿਉਂਕਿ ਪਰਮਾਤਮਾ ਦੇ 'ਚ ਵਸਦਾ ਹੈ, ਪਰਮਾਤਮਾ ਵਿੱਚ ਸ਼ਕਤੀ ਹੈ। ਇਸ ਕਰਕੇ ਦੇਖੋ ਇੱਕ ਦਰਖਤ ਇੱਕ ਬੀਜ ਤੋਂ ਲੱਗ ਕੇ ਫਿਰ ਉਹ ਬੀਜ ਨੂੰ ਪੈਦਾ ਕਰਦਾ ਹੈ। ਉਹੀ ਬੀਜ ਨੂੰ ਤੁਸੀਂ ਜਿਹੜਾ ਹਨ ਧਰਤੀ ਚਲਾਓ, ਉਹਦੇ ਵਿੱਚ ਹੋਰ ਇੱਕ ਟਰੀ ਆ ਜਾਂਦਾ ਹੈ। ਇਹ ਸ਼ਕਤੀ ਪੈਦਾ ਕਰਨ ਵਾਲੀ ਪਰਮੇਸ਼ਰ ਨੇ ਇਸ ਸੰਸਾਰ ਵਿੱਚ ਹੀ ਰੱਖੀ ਹੈ। ਸੋ ਹਰ ਕੋਈ ਕਹਿੰਦਾ ਹੈ ਕਿ ਵੀ ਮੇਰੇ ਵਿੱਚ ਵੀ ਸ਼ਕਤੀ, ਮੈਂ ਇਹ ਕਰ ਸਕਦਾ ਹਾਂ। ਦੇਖੋ ਮੈਂ ਬੀਜ ਬੀਜਿਆ ਤੇ ਦਰਖਤ ਲੱਗ ਗਿਆ। ਇਹ ਸ਼ਕਤੀ ਜਿਹੜੀ ਹੈ ਪਰਮਾਤਮਾ ਦੀ ਹੋਈ ਹੈ ਨਾ, ਕਿਉਂਕਿ ਪਰਮਾਤਮਾ ਆਪ ਇੱਥੇ ਵਸਦਾ ਹੈ। ਇਸ ਪ੍ਰਕਾਰ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਹਨ ਕਿ ਇਹ ਸਮਾਂ ਜਿਹੜਾ ਹੈ, ਇਹਨੂੰ ਕੋਈ ਵੀ ਇਹਦੇ ਅੱਗੇ ਖੜ ਨਹੀਂ ਸਕਿਆ, ਤੇ ਪਰਮੇਸ਼ਰ ਦੀ ਸ਼ਕਤੀ ਆਪ ਹੀ ਵਰਤਦੀ ਹੈ ਸਾਰੇ ਸੰਸਾਰ ਵਿੱਚ। ਫਲ ਅਨੇਕ ਬ੍ਰਹਮੰਡ ਪ੍ਰਮਾਨਾ। ਦੇਖੋ ਫਿਰ ਜਿਹੜਾ ਗੁੱਲਰ ਹੁੰਦਾ ਹੈ, ਕਹਿੰਦੇ ਕਿ ਉਹਦੇ ਫਲ, ਕਹਿੰਦੇ ਕਿ ਜਿਵੇਂ ਉਹਦੇ ਫਲਾਂ ਵਿੱਚ ਬੀਜ ਹੁੰਦੇ ਨੇ, ਇੰਨੀਆਂ ਦੁਨੀਆਂ, ਇੰਨੀਆਂ ਗੈਲੈਕਸੀ ਸਨ ਅੱਗੇ ਤੋਂ ਅੱਗੇ, ਜਿਹੜੇ ਪਰਮਾਤਮਾ ਨੇ ਇਹਨੂੰ ਪੈਦਾ ਕੀਤਾ ਹੈ। ਬ੍ਰਹਮੰਡ ਜਿਹੜੇ ਪ੍ਰਮਾਣਾ, ਇੱਕ ਇੱਕ ਬ੍ਰਹਮੰਡ ਦੇ ਵਿੱਚ ਬਰਮਾ ਵਿਸ਼ਨੂੰ ਸ਼ਿਵ ਜੀ ਹੈ, ਕਿੰਨੇ ਹੀ ਬ੍ਰਹਮੰਡ ਹਨ ਐਸੇ। ਭਖਿਅਤ ਕਾਲ ਨਾ ਤ੍ਰਿਪਤੈ ਕੈਸੇ। ਇਸ ਕਰਕੇ ਕਹਿੰਦੇ ਭਖਿਅਤ ਬ੍ਰਹਮੰਡਾਂ ਨੂੰ ਜਿਹੜਾ ਹਨ ਫਿਰ ਖਾ ਜਾਣਾ, ਉਹਨਾਂ ਨੂੰ ਖਤਮ ਕਰ ਦੇਣਾ, ਫੇਰ ਬਣਾ ਦੇਣਾ। ਕਹਿੰਦੇ ਨਾ ਤ੍ਰਿਪਤੈ ਕੈਸੇ, ਇਹ ਸਮਾਂ ਕਿਤੇ ਰੱਜਦਾ ਨਹੀਂ। ਦੇਖੋ ਇਸ ਸਮੇਂ ਨੇ ਆਪਣੇ ਰਫਤਾਰ ਦੇ ਵਿੱਚ ਕਿੰਨੇ ਬ੍ਰਹਮੰਡ ਬਣਾਏ, ਕਿੰਨੇ ਖਤਮ ਕੀਤੇ, ਫੇਰ ਬਣਾਏ, ਫੇਰ ਖਤਮ ਕੀਤੇ। ਸਮਾਂ ਕਿਤੇ ਥੱਕਦਾ ਨਹੀਂ। ਘ੍ਰਿਤ ਅਹੂਤੀ ਪਾਵਕ ਜੈਸੇ। ਦੇਖੋ ਜਿਵੇਂ ਘਿਰਤ, ਜਿਵੇਂ ਘਿਓ ਦੀ ਅਹੂਤੀ ਦਿੱਤੀ ਜਾਵੇ, ਜਿਵੇਂ ਕੋਈ ਜਿਹੜਾ ਹੈ ਹਵਨ ਕਰਦੇ ਨੇ, ਉਹ ਅੱਗ ਲਾ ਕੇ ਅੱਗ ਦੇ ਵਿੱਚ ਘਿਓ ਨੂੰ ਸਾੜਦੇ ਨੇ। ਜਦੋਂ ਘਿਓ ਸਾੜਦੇ ਨੇ ਉਹਦੇ ਵਿੱਚ ਧੂਆਂ ਆਉਂਦਾ ਹੈ, ਵਾਸ਼ਨਾ ਆਉਂਦੀ ਹੈ। ਕਹਿੰਦੇ ਘਿਰਤ ਅਹੂਤੀ ਪਾਵਕ ਜੈਸੇ। ਹੁਣ ਅੱਗ ਨੇ ਤਾਂ ਕਿਤੇ ਨਹੀਂ ਨਾ ਕਿਹਾ ਵੀ ਮੇਰੇ 'ਚ ਘਿਓ ਨਾ ਪਾਇਓ, ਜਿੰਨਾ ਤੁਸੀਂ ਘਿਓ ਪਾਓਗੇ ਉਨਾ ਉਹਨੇ ਸਾੜੀ ਤੁਰੀ ਜਾਣਾ ਹੈ। ਮੂਰਤ ਬਿਦਤ ਨਾ ਪਰਹਿ ਪਛਾਨੀ। ਇਸ ਕਰਕੇ ਇਹ ਕਾਲ ਸਮੇਂ ਦੀ ਕੋਈ ਮੂਰਤੀ ਕਿਸੇ ਨੇ ਪਛਾਣੀ ਨਹੀਂ ਅੱਜ ਤੱਕ। ਕਿਹਨੇ ਦੇਖਿਆ ਸਮਾਂ ਕੈਸਾ ਲੱਗਦਾ ਹੈ ਦੇਖਣ ਨੂੰ। ਜਿਹੜੇ ਸਮੇਂ ਦੇ ਆਪਾਂ ਸਾਰੇ ਅਧੀਨ ਹਾਂ, ਸਾਰੇ ਆਪਾਂ ਉਹਦੇ ਤੇ ਡਿਪੈਂਡੈਂਟ ਹਾਂ, ਆਪਾਂ ਸਾਰੇ ਹੀ ਉਹਦੇ ਕੰਟਰੋਲ ਵਿੱਚ ਹਾਂ, ਪਰ ਉਹ ਸਮੇਂ ਨੂੰ ਕਿਸੇ ਨੇ ਜਾਣਿਆ ਨਹੀਂ, ਉਹ ਸਮੇਂ ਦਾ ਰੂਪ ਨਹੀਂ ਕਿਸੇ ਨੇ ਅੱਜ ਤੱਕ ਦੇਖਿਆ, ਉਹਦਾ ਫਾਰਮ ਕੀ ਹੈ। ਘਟੀ ਮਾਸ ਬਰਖੈ ਤੇ ਜਾਨੀ। ਬਸ ਇੰਨਾ ਹੀ ਆਪਾਂ ਸਮੇਂ ਦਾ ਜਾਣਿਆ ਵੀ ਇਹ ਇੱਕ ਘੜੀ ਹੈ, ਇਹ 24 ਮਿੰਟਸ ਹੈ। ਇਹ ਜਿਹੜਾ ਹਨ ਮਾਸ, ਇਹ 1 ਮਹੀਨਾ ਹੋ ਗਿਆ, ਇਹ ਸਾਲ ਹੋ ਗਿਆ। ਆਪਾਂ ਇਹੀ ਗਿਣਤੀ ਤਾਂ ਕਰਦੇ ਹਾਂ ਆਪਣੇ ਹਿਸਾਬ ਨਾਲ, ਪਰ ਉਹ ਗਿਣਤੀ ਕਿੱਥੋਂ ਸ਼ੁਰੂ ਹੁੰਦੀ ਹੈ? ਦਿਨ ਤੇ ਰਾਤ ਤੋਂ। ਵੀ ਇਹ ਦਿਨ ਚੜਿਆ, ਸੂਰਜ ਚੜਿਆ, ਚਲੋ ਜੀ ਹੁਣ ਦਿਨ ਸ਼ੁਰੂ ਹੋ ਗਿਆ, ਇਹ ਦਿਨ ਛਿਪ ਗਿਆ। ਬਸ ਇਹੀ ਗਿਣਤੀ ਆਪਾਂ ਕਰਦੇ ਹਾਂ, ਪਰ ਅਸਲ ਕਾਲ ਦਾ ਸਰੂਪ ਤਾਂ ਕਿਸੇ ਨੇ ਨਾ ਦੇਖਿਆ। ਝੀਵਰ ਕਾਲ ਕਰਿਆ ਜਿਹ ਜਾਲਾ। ਜਿਵੇਂ ਕਹਿੰਦੇ ਝੀਵਰ, ਕੋਈ ਜਿਹੜਾ ਫਿਸ਼ਰਮੈਨ ਹੈ, ਕਹਿਣ ਲੱਗੇ ਉਹ ਕੀ ਕਰਦਾ ਹੈ, ਆਪਣਾ ਨੈਟ ਜਿਹੜਾ ਹੈ ਉਹ ਜਿਹੜਾ ਹੈ
ਇੱਕ ਜਿਹੜੀ ਨਦੀ ਉੱਤੇ ਪਾਉਂਦਾ ਹੈ ਮੱਛੀਆਂ ਨੂੰ ਫੜਨ ਵਾਸਤੇ। ਤੇ ਕੀ ਹੁੰਦਾ ਹੈ, ਮੱਛੀਆਂ ਅਚਨਚੇਤ ਵਿਚਾਰੀਆਂ ਜਿਹੜੀਆਂ ਹਨ ਤਾਰੀਆਂ ਮਾਰ ਰਹੀਆਂ ਹਨ, ਪਾਣੀ ਵਿੱਚ ਆਨੰਦ ਮਾਣ ਰਹੀਆਂ, ਅਚਾਨਕ ਹੀ ਉਹ ਜਿਹੜਾ ਜਾਲ ਉੱਤੇ ਪੈ ਜਾਂਦਾ ਹੈ। ਤੇ ਉਹ ਮੱਛੀਆਂ ਨੂੰ ਐਵੇਂ ਹੀ ਨਹੀਂ ਪਤਾ ਲੱਗਦਾ ਕਿ ਅਸੀਂ ਜਾਲ ਦੇ ਵਿੱਚ ਹਾਂ। ਹੁਣ ਜਦੋਂ ਉਹ ਖਿੱਚਦਾ, ਜਦੋਂ ਬਾਹਰ ਆਉਂਦੇ ਆ, ਪਤਾ ਤਾਂ ਉਦੋਂ ਹੀ ਲੱਗਦਾ ਹੈ। ਐਸਾ ਹੀ ਤਾਂ ਸਮਾਂ ਹੈ ਜਿਹੜਾ ਮੌਤ ਦਾ ਜਾਲ ਪਾ ਕੇ ਜਦੋਂ ਮਰਜੀ ਵੀ ਆਪਾਂ ਨੂੰ ਮੌਤ ਦੇ ਘਾਟ ਉਤਾਰ ਦਿੰਦਾ ਹੈ। ਫਸੇ ਜੀਵ ਤਿਸ ਮਾਹੇ ਵਿਸਾਲਾ। ਦੇਖੋ ਉਹੀ ਜਿਹੜਾ ਹਨ ਮੌਤ ਰੂਪੀ ਜਿਹੜੇ ਜਾਲ ਦੇ ਵਿੱਚ ਇਹ ਜੀਵ ਫਸੇ ਹੋਏ ਨੇ। ਬਸ ਖਿੱਚਣ ਦੀ ਦੇਰ ਹੈ ਕਿ ਬਸ ਇਹ ਜੀਵਨ ਦਾ ਸਮਾਂ ਖਾਤਮਾ ਹੋ ਜਾਂਦਾ ਹੈ, ਖਤਮ ਹੋ ਜਾਂਦਾ ਹੈ, ਮੁੱਕ ਜਾਂਦਾ, ਐਂਡ ਹੋ ਜਾਂਦਾ ਹੈ। ਛੂਟਨ ਹੋਏ ਨਾ ਸੇ ਕਹਿ ਭਾਤੇ। ਪਰ ਹੁਣ ਦੇਖੋ ਉਸ ਫਿਸ਼ਰਮਨ ਜਿਹੜਾ ਹੈ, ਉਸ ਝੀਵਰ ਦੇ ਜਾਲ ਵਿੱਚੋਂ ਕਿਹੜੀ ਮੱਛੀ ਹੁਣ ਛੁੱਟ ਸਕਦੀ ਆ ਵਿਚਾਰੀ। ਹੁਣ ਛੁੱਟਣ ਦਾ ਉਹਦੇ ਕੋਲ ਕੋਈ ਵਸੀਲਾ ਵੀ ਨਹੀਂ ਹੈ। ਇਸੇ ਪ੍ਰਕਾਰ ਆਪਾਂ ਸਾਰੇ ਮੌਤ ਦੇ ਜਾਲ ਵਿੱਚ ਹਾਂ, ਛੁੱਟ ਤਾਂ ਆਪਾਂ ਕਿਤੇ ਵੀ ਨਹੀਂ ਸਕਦੇ। ਦੁੱਖ ਮਹਿ ਪਚ ਹੈ ਨਾ ਪਾਵ ਹੈ ਸਾਤੇ। ਦੇਖੋ ਇਸ ਕਰਕੇ ਆਪਾਂ ਦੁੱਖ ਮੈਂ ਪਚ ਹੈ ਉਹ ਸਮੇਂ ਤੱਕ ਜੇ ਆਪਣੀ ਪਛਾਣ ਨਾ ਹੋਈ, ਜੇ ਗੁਰੂ ਦਾ ਉਪਦੇਸ਼ ਨਾ ਕਮਾਇਆ, ਬਾਣੀ ਨਾ ਪੜ੍ਹੀ, ਸਿਮਰਨ ਨਾ ਕੀਤਾ, ਤਾਂ ਉਹ ਸਮਾਂ ਮੌਤ ਦਾ ਜਿਹੜਾ ਨੀਅਤ ਹੋ ਚੁੱਕਿਆ ਹੈ। ਜਿਹੜਾ ਕਿ ਬਾਣੀ ਵੀ ਮਹਾਰਾਜ ਬਾਣੀ ਵਿੱਚ ਵੀ ਆਪਾਂ ਪੜ੍ਹਦੇ ਹਾਂ, ਮਰਨ ਲਖਾਏ ਮੰਡਲ ਮੈਂ ਆਏ, ਮਰਨਾ ਲਿਖਾ ਕੇ ਆਪਾਂ ਇਸ ਸੰਸਾਰ ਤੇ ਆਏ ਹੋਏ ਹਾਂ। ਤੇ ਉਹ ਸਮਾਂ ਤਾਂ ਨੀਅਤ ਕੀਤਾ ਗਿਆ ਆਪਣੇ ਜਨਮ ਤੋਂ ਪਹਿਲਾਂ ਹੀ। ਹੁਣ ਆਪਾਂ ਜਿਹੜੇ ਹਾਂ ਉਹ ਸਮੇਂ ਤੱਕ ਆਪਾਂ ਪਹੁੰਚਣਾ ਤੇ ਆਪਾਂ ਆਪਣਾ ਜਿਹੜਾ ਆਪਣੀ ਮੌਤ ਹੋ ਜਾਣੀ ਹੈ। ਜਦੋਂ ਉਹ ਮੌਤ ਆ ਜਾਂਦੀ ਆ, ਉਸ ਸਮੇਂ ਬੰਦਾ ਛੁੱਟ ਨਹੀਂ ਸਕਦਾ। ਜੇ ਜੀਵਨ ਕਾਲ ਦੇ ਵਿੱਚ ਉਹਨੇ ਗੁਰੂ ਦਾ ਉਪਦੇਸ਼ ਨਾ ਕਮਾਇਆ ਹੋਵੇ, ਉਹਨੂੰ ਐਨਲਾਈਟਮੈਂਟ ਨਾ ਆਇਆ ਹੋਵੇ, ਰੀਅਲਾਈਜੇਸ਼ਨ ਨਾ ਆਇਆ ਹੋਵੇ, ਤਾਂ ਉਹ ਫਸ ਜਾਂਦਾ ਹੈ। ਫਿਰ ਮੌਤ ਦੀ ਬੜੀ ਪੀੜਾ ਉਹਨੂੰ ਸਹਾਰਨੀ ਪੈਂਦੀ ਆ, ਉਹਨੂੰ ਸ਼ਾਂਤੀ ਨਹੀਂ ਆਉਂਦੀ, ਉਹਨੂੰ ਪੀਸ ਆਫ ਮਾਈਂਡ ਨਹੀਂ ਆਉਂਦਾ। ਜਿਵੇਂ ਐਗਜ਼ਾਮ ਕਰਦੇ ਬੱਚੇ ਨੂੰ ਕਹਿ ਦਿਓ ਕਿੰਨਾ ਕੁ ਸਮਾਂ ਚਾਹੀਦਾ, ਉਹ ਕਹਿੰਦਾ ਹੋਰ ਦੇ ਦਿਓ, ਹੋਰ ਦੇ ਦਿਓ। ਇਸੇ ਤਰ੍ਹਾਂ ਹੀ ਜੀਵਨ ਦਾ ਸਮਾਂ ਵੀ ਐਸਾ ਹੈ, ਪਰ ਇਹ ਸਮਾਂ ਕਿਸੇ ਦੀ ਲਿਹਾਜ਼ ਨਹੀਂ ਕਰਦਾ। ਜੇਤਕ ਹੈ ਪਰ ਪੰਜ ਪਸਾਰਾ। ਦੇਖੋ ਜਿੰਨਾ ਵੀ ਇਹ ਪੰਜ ਭੂਤਾਂ ਦਾ, ਪੰਜ ਪ੍ਰਿੰਸੀਪਲ ਐਲੀਮੈਂਟ ਦਾ, ਪੰਜ ਤੱਤਾਂ ਦਾ ਬਣਾਇਆ ਹੋਇਆ ਸਾਰਾ ਇਹ ਪਰਪੰਚ, ਇਹ ਸੰਸਾਰ ਹੈ। ਕਈ ਬਾਰ ਕੇ ਕਾਲ ਆਹਾਰਾ। ਦੇਖੋ ਕਈ ਵਾਰ ਇਸ ਸੰਸਾਰ ਨੂੰ ਕਾਲ ਮੌਤ ਨੇ ਖਾ ਲਿਆ ਤੇ ਫੇਰ ਬਣਾ ਲਿਆ। ਕਈ ਵਾਰ ਐਸਾ ਹੋਇਆ ਹੈ। ਬਹੁਰੋ ਰਚੈ ਸੁਖੇਨ ਸੰਵਰ। ਫੇਰ ਮੁੜ ਕੇ ਬਣਾ ਦਿੰਦੇ ਹਨ ਸੌਖਾ ਹੀ, ਸੌਖਾ ਹੀ ਤੋੜ ਦਿੰਦੇ ਨੇ, ਸੌਖਾ ਹੀ ਬਣਾ ਦਿੰਦੇ ਨੇ। ਜੈਸੇ ਜਲ ਤੇ ਬੁੱਧ ਬੁੱਧਾ ਉਪਜੈ ਬਿਨਸੈ ਨੀਤ। ਕਹਿਣਗੇ ਇਸੇ ਤਰ੍ਹਾਂ ਹੀ ਇਹ ਜਗਤ ਹੈ। ਜਗ ਰਚਨਾ ਤੈਸੇ ਰਚੀ ਕੋ ਨਾਨਕ ਸੁਨਮੀਤ। ਦੇਖੋ ਐਸਾ ਹੀ ਹੁੰਦਾ ਹੈ ਜਿਵੇਂ ਜਲ ਤੇ ਬੁਲਬੁਲੇ ਬਣ ਜਾਂਦੇ ਨੇ, ਉਹਨਾਂ ਦੇ ਉੱਤੇ ਜਿਹੜੇ ਬਬਲਸ ਬਣਦੇ ਨੇ, ਬਣ ਕੇ ਟੁੱਟ ਜਾਂਦੇ ਨੇ। ਕਹਿੰਦਾ ਐਸਾ ਹੀ ਇਹ ਸੰਸਾਰ ਹੈ। ਖਿੰਨ ਪਾਤਰ ਵਿੱਚ ਬਣਦਾ ਹੈ, ਖਿੰਨ ਵਿੱਚ ਟੁੱਟ ਜਾਂਦਾ ਹੈ। ਹੁਣ ਦੇਖ ਲਾ ਪਿਛਲਾ ਸਮਾਂ ਜਿਹੜਾ ਹੈ, ਆਪਾਂ ਜਿਹੜਾ ਜੇ ਦੇਖੀਏ ਤਾਂ ਕਿੰਨਾ ਕੁ ਚਿਰ ਲੱਗਿਆ ਹੋਊਗਾ ਉਹਨੂੰ ਬੀਤਣ ਦਾ। ਜੇ ਅੱਜ ਦੇ ਸਮੇਂ ਨੂੰ ਪਿੱਛੇ ਦੇਖੀਏ ਤਾਂ ਬਹੁਤ ਥੋੜਾ ਲੱਗਦਾ ਹੈ। ਅਗਲਾ ਸਮਾਂ ਜਿਹੜਾ ਹੈ ਉਹ ਵੀ ਬਹੁਤ ਛੇਤੀ ਜਿਹੜਾ ਹਨ, ਉਹ ਇੱਕ ਮਿਸਤਰੀ ਤਾਂ ਜ਼ਰੂਰ ਹੁੰਦਾ ਵੀ ਪਤਾ ਨਹੀਂ ਹੋਰ ਕੀ ਹੋਣਾ, ਪਰ ਉਹ ਵੀ ਬਹੁਤ ਛੇਤੀ ਬੀਤ ਜਾਂਦਾ ਹੈ। ਇਸ ਪ੍ਰਕਾਰ ਕਰਕੇ ਸਮਾਂ ਜਿਹੜਾ ਹੈ ਐਸਾ ਹੀ ਹੈ। ਦਰੋਹਨ ਬਿਸਨ ਸਿਵ ਨਿਜ ਤਨ ਧਰ ਕੇ। ਦੇਖੋ ਦਰੋਹਣ ਕਹਿਣਗੇ ਜਿਹੜਾ ਬਰਮਾ ਹੈ, ਇਹ ਬਰਮਾ ਵਿਸ਼ਨੂੰ ਸ਼ਿਵ ਜੀ ਹੋਏ। ਇਹਨਾਂ ਨੇ ਵੀ ਆਪਣੇ ਤਨ ਜਿਹੜੇ ਹਨ, ਆਪਣੇ ਸਰੀਰ ਬਣਾਏ, ਇਹ ਦੇਵਤੇ ਬਣੇ ਤੇ ਇਹਨਾਂ ਨੂੰ ਦੇਵਤੇ ਥਾਪਿਆ ਗਿਆ, ਸਮੇਂ ਵਿੱਚ ਥਾਪਿਆ ਗਿਆ ਤੇ ਸਮੇਂ ਦੇ ਅੰਦਰ ਹੀ ਇਹਨਾਂ ਨੇ ਖਤਮ ਹੋ ਜਾਣਾ ਹੈ। ਅੰਤਰ ਧਿਆਨ ਕਰੈ ਪੁਨ ਤਾਹੀ। ਦੇਖੋ ਫਿਰ ਉਹਨਾਂ ਨੂੰ ਅੰਤਰ ਧਿਆਨ ਕਰ ਲੈਂਦਾ ਪਰਮੇਸ਼ਰ। ਜਦੋਂ ਨਹੀਂ ਚਾਹੀਦੇ ਬਰਮਾ ਤੇ ਵਿਸ਼ਨੂੰ ਤੇ ਸ਼ਿਵ ਜੀ, ਉਹਨਾਂ ਨੂੰ ਅੰਤਰ ਧਿਆਨ, ਉਹਨਾਂ ਨੂੰ ਗੁਪਤ ਕਰ ਲੈਂਦਾ ਹੈ, ਉਹਨਾਂ ਨੂੰ ਖਤਮ ਕਰ ਦਿੰਦਾ ਹੈ, ਜੋ ਉਹਨਾਂ ਦੀ ਲੋੜ ਨਹੀਂ। ਸੋ ਇਸੇ ਪ੍ਰਕਾਰ ਕਹਿੰਦੇ ਇਨਸਾਨਾਂ ਦੀ ਕੀ ਗੱਲ ਕਰਨੀ ਆ। ਜਿਹੜਾ ਦੇਵਤਾ ਸਾਰੇ ਸੰਸਾਰ ਨੂੰ ਬਣਾਉਣ ਵਾਲਾ ਮੰਨਿਆ ਬਰਮਾ, ਜਿਹੜਾ ਪਾਲਣ ਵਾਲਾ ਜਿਹੜਾ ਹਨ ਵਿਸ਼ਨੂੰ ਮੰਨਿਆ, ਜਿਹੜਾ ਮੌਤ ਦੇ ਘਾਟ ਉਤਾਰਨ ਵਾਲਾ ਸ਼ਿਵ ਜੀ ਮੰਨਿਆ ਹੈ, ਉਹਨਾਂ ਦੀ ਵੀ ਮੌਤ ਹੋ ਜਾਂਦੀ ਹੈ। ਆਪਾਂ ਕੀ ਹਾਂ। ਗ੍ਰਸੈ ਸਕਲ ਕੋ ਤਜਾ ਨਾ ਕਾਹੀ। ਦੇਖੋ ਜਿਹੜਾ ਹਨ ਪਰਮੇਸ਼ਰ ਨੇ ਇਹ ਕਾਲ ਐਸਾ ਬਣਾਇਆ ਹੈ ਜਿਹਨੇ ਸਾਰਿਆਂ ਨੂੰ ਹੀ ਖਾ ਜਾਣਾ ਹੈ, ਛੱਡਣਾ ਇਹਨੇ ਕਿਸੇ ਨੂੰ ਨਹੀਂ ਹੈਗਾ। ਤਾਂ ਨਾ ਦੈਂਤਾਂ ਨੂੰ, ਨਾ ਮਨੁੱਖਾਂ ਨੂੰ, ਨਾ ਜਿਹੜਾ ਹਨ ਦੇਵਤਿਆਂ ਨੂੰ। ਬਿਨ ਕਰਨਾ ਤੇ ਕਰੂਰ ਵਿਸਾਲਾ। ਬੜਾ ਕਰੜਾ ਹੈ ਸਮਾਂ। ਸਮਾਂ ਕਿਸੇ ਨੂੰ ਚਾਂਸ ਨਹੀਂ ਦਿੰਦਾ, ਕਿਸੇ ਨੂੰ ਜਿਹੜਾ ਹਨ ਕੋਈ ਚੋਇਸ ਨਹੀਂ ਦਿੰਦਾ। ਸਮਾਂ ਕਿਸੇ ਨੂੰ ਵੀ ਆ ਕੇ ਪੁੱਛਦਾ ਨਹੀਂ ਭਾਈ ਤੈਨੂੰ ਮੈਂ ਲੈ ਜਾਵਾਂ, ਹੁਣ ਤੇਰਾ ਸਮਾਂ ਖਤਮ ਕਰ ਦੇਵਾਂ, ਨਹੀਂ ਕਰਦਾ ਭਾਈ। ਉਹ ਕਿਸੇ ਤੇ ਲਿਹਾਜ਼ ਨਹੀਂ ਕਰਦਾ। ਜਿਹੜਾ ਹਨ ਮਾਪਿਆਂ ਦੇ ਸਾਹਮਣੇ ਬੱਚਿਆਂ ਨੂੰ ਲੈ ਜਾਂਦਾ ਹੈ, ਜਿੱਥੇ ਸਮਾਂ ਆ ਜਾਵੇ ਉਹੀ ਜਿਹੜਾ ਹੈ ਪਤਨੀ ਤੋਂ ਪਤੀ ਨੂੰ ਵਿਛੋੜ ਦਿੰਦਾ ਹੈ, ਪਤਨੀ ਨੂੰ ਪਤੀ, ਪਤੀ ਤੋਂ ਪਤਨੀ ਕੋ, ਜਿਹੜਾ ਹਨ ਬੱਚਿਆਂ ਨੂੰ ਆਪਣੇ ਮਾਪਿਆਂ ਨਾਲੋਂ, ਇਹ ਕਰਦਾ ਹੀ ਰਹਿੰਦਾ। ਇਹਨੂੰ ਕੋਈ ਤਰਸ ਨਹੀਂ ਹੈਗਾ। ਬੜਾ ਕਰੜਾ ਹੈ, ਕਰੜੇ ਸੁਭਾਅ ਵਾਲਾ ਇਹ ਸਮਾਂ ਹੈ। ਮ੍ਰਿਗ ਬ੍ਰਹਮੰਡ ਕੇਹਰੀ ਕਾਲਾ। ਦੇਖੋ ਮਿਰਗ, ਇਹ ਸਾਰਾ ਹੀ ਸੰਸਾਰ ਇੱਕ ਮਿਰਗ ਹੈ, ਇੱਕ ਡੀਅਰ ਹੈ।
ਜਿਹੜਾ ਕਿ ਸਮਾਂ ਇਹਦਾ ਹੰਟ ਹੈ, ਇਹ ਸਮਾਂ ਉਹਨੂੰ ਹੰਟ ਕਰਕੇ ਮਾਰੇ ਦਿੰਦਾ ਹੈ। ਦੋਹਰਾ ਕਮਲ ਫੂਲ ਅਦਭੁਤ ਹੈ, ਬਚਿਓ ਤਾਹੇ ਤੇ ਸੋਏ। ਪਰ ਇੱਕ ਗੱਲ ਹੈ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਦੇਖੋ ਕਮਲ ਫੁੱਲ ਅਦਭੁਤ ਹੈ, ਪਰ ਕਮਲ ਫੁੱਲ ਜਿਹੜਾ ਹੈ ਨਾ, ਕਹਿੰਦੇ ਇਹਦੇ ਵਿੱਚ ਇੱਕ ਗੁਣ ਹੈ, ਬੱਚਿਓ ਤਾਹੇ ਤੇ ਸੋਏ। ਕਹਿਣ ਲੱਗੇ ਜਿਹੜਾ ਕੋਈ ਜਿਹੜਾ ਹੈ, ਜਿਵੇਂ ਕਮਲ ਫੁੱਲ ਹੈ, ਪਾਣੀ ਜਿੰਨਾ ਵੀ ਮਰਜੀ ਚੜ ਜਾਵੇ, ਇਹ ਕਮਲ ਨੇ ਉੱਤੇ ਹੀ ਤਰਨਾ ਹੁੰਦਾ ਹੈ, ਇਹ ਪਾਣੀ ਵਿੱਚ ਡੁੱਬਦਾ ਨਹੀਂ ਤੇ ਪਾਣੀ ਨੇ ਉੱਤੇ ਠਹਿਰਨ ਵੀ ਨਹੀਂ ਦਿੰਦਾ। ਇਸ ਪ੍ਰਕਾਰ ਕਰਕੇ ਕਹਿੰਦੇ ਵੀ ਜਿਹਦੇ ਅੰਦਰ ਗਿਆਨ ਦਾ ਕਵਲ ਜਿਹੜਾ ਹਨ ਖਿੜ ਜਾਂਦਾ ਹੈ, ਉਹ ਗਿਆਨ ਦੇ ਜਿਹੜੇ ਹਨ ਕਵਲ ਦੇ ਨਾਲ ਉਹਨਾਂ ਨੂੰ, ਜਿਨ੍ਹਾਂ ਨੂੰ ਐਨਲਾਈਟਮੈਂਟ ਹੋ ਜਾਂਦਾ ਹੈ, ਜਿਨ੍ਹਾਂ ਨੂੰ ਸਪਿਰਿਚੁਅਲ ਅਲਾਈਨਮੈਂਟ ਹੋ ਗਿਆ, ਰੀਅਲਾਈਜੇਸ਼ਨ ਹੋ ਗਿਆ, ਸਮਝ ਪੈ ਗਈ ਗੁਰੂ ਦੇ ਉਪਦੇਸ਼ ਰਾਹੀਂ ਕਿ ਪਰਮੇਸ਼ਰ ਹੀ ਸਭ ਕੁਝ ਹੈ। ਨਹਿ ਸਮੀਪ ਤਹਿ ਜਾਵਈ, ਰਹਿਓ ਬਿਨਾ ਬਲ ਹੋਏ। ਉਸ ਦੇ ਕੋਲ ਸਮਾਂ ਵੀ ਜਿਹੜਾ ਆਪਣਾ ਬਲ ਹਾਰ ਜਾਂਦਾ ਹੈ, ਉਹਨਾਂ ਦੇ ਉੱਤੇ ਸਮਾਂ ਆਪਣਾ ਬਲ, ਆਪਣੀ ਤਾਕਤ ਨਹੀਂ ਪਾ ਸਕਦਾ। ਉਹ ਜਿਹੜੇ ਹਨ ਆਪਣੀ ਮਰਜ਼ੀ ਨਾਲ ਸਮੇਂ ਨੂੰ ਆਪਣੇ ਕੰਟਰੋਲ ਵਿੱਚ ਕਰ ਲੈਂਦੇ ਨੇ, ਕਿਉਂਕਿ ਜਿਨ੍ਹਾਂ ਨੇ ਆਪਣੇ ਹਿਰਦੇ 'ਚ ਪਰਮੇਸ਼ਰ ਦਾ ਪ੍ਰੇਮ ਕੀਤਾ, ਜਿਨ੍ਹਾਂ ਨੇ ਪਰਮੇਸ਼ਰ ਨੂੰ ਜਾਣਿਆ, ਕਹਿੰਦੇ ਉਹਨਾਂ ਦੇ ਕੋਲ ਫਿਰ ਸਮਾਂ ਜਿਹੜਾ ਹਨ ਉਹ ਆਪਣਾ ਜਿਹੜਾ ਹੈ ਬਲ, ਆਪਣੀ ਤਾਕਤ ਨਹੀਂ ਪਾ ਸਕਦਾ, ਉਹਨਾਂ ਤੇ ਜ਼ੋਰ ਨਹੀਂ ਪੈਂਦਾ ਫਿਰ ਸਮੇਂ ਦਾ। ਚੌਪਈ ਸ਼ਾਂਤ ਮੈਤਰੀ ਅੰਕੁਰ ਤਾਸੂ। ਦੇਖੋ ਸ਼ਾਂਤ, ਜਿਹੜਾ ਸ਼ਾਂਤ ਗੁਣ ਹੈ, ਮੈਤਰੀ ਭਾਵ ਕਰਨਾ, ਸਾਰਿਆਂ ਨਾਲ ਮਿੱਤਰਤਾ ਕਰਨੀ, ਤੇ ਅੰਕੁਰ ਜਿਨ੍ਹਾਂ ਦੇ ਵਿੱਚ ਐਸੇ ਜਿਹੜੇ ਚੰਗੇ ਗੁਣ ਹਨ। ਚੇਤਨਤਾ ਮਾਤਰ ਪ੍ਰਕਾਸ਼ੂ। ਵੇ ਦੇਖੋ ਚੇਤਨਤਾ, ਜਿਨ੍ਹਾਂ ਦੇ ਵਿੱਚ ਚੇਤਨਤਾ ਹੈ, ਦੇਖੋ ਐਸੇ ਮਾਤਰ ਪ੍ਰਕਾਸ਼ੂ, ਪ੍ਰਕਾਸ਼ ਮਾਤਰ ਜਿਹਦੇ ਵਿੱਚ ਪਰਮੇਸ਼ਰ ਹੈ, ਜਿਨ੍ਹਾਂ ਨੂੰ ਰੀਅਲਾਈਜੇਸ਼ਨ ਹੁੰਦਾ ਹੈ ਕਿ ਇਹ ਸੰਸਾਰ ਦੇ ਵਿੱਚ ਪਰਮੇਸ਼ਰ ਹੀ ਸਾਰੇ ਪਾਸੇ ਹੈ, ਜਿਹੜਾ ਮੇਰੇ ਅੰਦਰ ਵੀ ਹੈ। ਇਸ ਮਹਿ ਕਾਲ ਲੀਨ ਹੋਏ ਜਾਵ ਹੈ। ਉੱਥੇ ਕਾਲ ਲੀਨ ਹੋ ਜਾਂਦਾ, ਉਹਦੇ ਵਿੱਚ ਸਮਾ ਜਾਂਦਾ ਹੈ। ਦੇਖੋ ਕਾਲ ਨਾਲ ਆਪਾਂ ਲੜ ਨਹੀਂ ਸਕਦੇ, ਕਾਲ ਦੇ ਸਮੇਂ ਦੇ ਅਗੇਂਸਟ ਆਪਾਂ ਨਹੀਂ ਜਾ ਸਕਦੇ, ਪਰ ਕਾਲ ਇੱਕ ਚੀਜ਼ ਦੇ ਵਿੱਚ ਸਮਾਉਂਦਾ ਹੈ, ਉਹ ਹੈ ਪਰਮੇਸ਼ਰ। ਪਰਮੇਸ਼ਰ ਦੇ ਵਿੱਚ ਉਹ ਲੀਨ ਹੋ ਜਾਂਦਾ ਹੈ। ਇਸੇ ਪ੍ਰਕਾਰ ਜਦੋਂ ਆਪਾਂ ਕਹਿੰਦੇ ਨਾ ਪਰਮੇਸ਼ਰ ਇਹ ਸਾਰੀ ਜਿਹੜੀ ਹਨ ਬਣਾਵਟ ਬ੍ਰਹਿਮੰਡ ਨੂੰ ਬਣਾ ਕੇ ਫਿਰ ਆਪਣੇ ਵਿੱਚ ਲੀਨ ਕਰ ਲੈਂਦਾ ਹੈ, ਮਤਲਬ ਜਿਹੜਾ ਹੈ ਉਹਨੂੰ ਜਿਹੜਾ ਇਨਵਿਜ਼ੀਬਲ ਕਰ ਲੈਂਦਾ ਹੈ, ਉਹਨੂੰ ਆਪਣੇ ਅੰਦਰ ਹੀ ਸਮਾ ਲੈਂਦਾ ਹੈ। ਸੋ ਜਦੋਂ ਉਹ ਸਮਾਉਂਦਾ ਹੈ, ਮਤਲਬ ਸਮਾਂ ਵੀ ਜਿਹੜਾ ਹੁੰਦਾ ਹੈ ਨਾ, ਪਰਮੇਸ਼ਰ ਦੇ ਅੰਦਰ ਹੀ ਸਮਾ ਜਾਂਦਾ ਹੈ। ਇਸ ਪ੍ਰਕਾਰ ਕਰਕੇ ਜਿੱਦਣ ਆਪਾਂ ਨੂੰ ਆਤਮਾ ਦਾ ਗਿਆਨ ਹੋਣਾ ਹੈ, ਉਹ ਸਮਾਂ ਜਿਹੜਾ ਹੁੰਦਾ ਹੈ ਉਹਨੇ ਗਿਆਨ ਦੇ ਵਿੱਚ ਸਮਾ ਜਾਣਾ ਹੈ। ਉਹ ਸਮਾਂ ਜਿਹੜਾ ਹੈ ਫਿਰ ਪਤਾ ਹੀ ਨਹੀਂ ਕਿੱਧਰ ਨੂੰ ਅਲੋਪ ਹੋ ਜਾਂਦਾ ਹੈ। ਉਹ ਜਿਹੜੇ ਹਨ ਉਹਨਾਂ ਨੇ ਪਰਮੇਸ਼ਰ ਦੇ ਵਿੱਚ ਹੀ ਲੀਨ ਹੋ ਜਾਂਦੇ। ਇਸੇ ਪ੍ਰਕਾਰ ਜਿਹੜੇ ਜੀਵ ਹਨ ਉਹਨਾਂ ਨੇ ਵੀ ਤਾਂ ਪਰਮੇਸ਼ਰ 'ਚ ਹੀ ਲੀਨ ਹੋਣਾ ਹੈ ਨਾ। ਜੇ ਉਹ ਪਰਮੇਸ਼ਰ 'ਚ ਲੀਨ ਹੋ ਗਏ, ਸਮਾਂ ਉਹਨਾਂ ਵਿੱਚ ਲੀਨ ਹੋ ਗਿਆ। ਤੇ ਤਜ ਅਪਰ ਸਰਬ ਕੋ ਖਾਵ ਹੈ। ਇਸ ਕਰਕੇ ਜਿਹੜਾ ਹਨ ਇਹ ਜਿਹੜਾ ਹਨ ਤਰਹ ਤਜ, ਇਹਨਾਂ ਨੂੰ ਛੱਡ ਕੇ ਬਾਕੀ ਸਾਰਿਆਂ ਨੂੰ ਸਮਾਂ ਖਾਂਦਾ ਹੈ, ਪਰ ਉਹਨਾਂ ਨੂੰ ਨਹੀਂ ਖਾ ਸਕਦਾ ਜਿਨ੍ਹਾਂ ਨੇ ਪਰਮੇਸ਼ਰ ਦੇ ਵਿੱਚ ਸਮਾਈ ਪਾ ਲਈ ਹੈ। ਤਾਂ ਤੇ ਸ਼ਬਦ ਕਰੋ ਅਭਿਆਸ। ਇਸ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਸ਼ਬਦ ਦਾ ਅਭਿਆਸ ਕਰੋ, ਗੁਰਬਾਣੀ ਦਾ ਅਭਿਆਸ ਕਰੋ, ਉਹਨਾਂ ਦੀ ਗੁਰਬਾਣੀ ਨੂੰ ਪੜ੍ਹੋ, ਸਮਝੋ, ਉਹਨਾਂ ਦੀ ਵਿਚਾਰ ਕਰੋ, ਗੁਰਬਾਣੀ ਤੇ ਭਰੋਸਾ ਰੱਖੋ, ਤੇ ਜਿਹੜਾ ਗੁਰਬਾਣੀ ਦੇ ਸ਼ਬਦਾਂ ਨਾਲ ਜੁੜੇਗਾ ਉਹੀ ਛੁੱਟੇਗਾ। ਸਗਰੋ ਭੇਦ ਹੋਏ ਪ੍ਰਕਾਸ਼। ਤੇ ਇਹ ਸਾਰਾ ਭੇਦ ਗਿਆਨ ਉਹਨਾਂ ਦੇ ਅੱਗੇ ਜਿਹੜਾ ਉਹਨਾਂ ਦੇ ਅੰਦਰ ਪ੍ਰਕਾਸ਼ ਕਰ ਜਾਏਗਾ, ਐਨਲਾਈਟਮੈਂਟ ਹੋ ਜਾਏਗੀ ਉਹਨਾਂ ਨੂੰ। ਸੁਣ ਸਿੱਖੋ ਸਭ ਤਜੋ ਬਿਖਾਦਾ। ਇਸ ਕਰਕੇ ਹੇ ਗੁਰਸਿੱਖੋ ਸੁਣੋ, ਸਾਰੇ ਹੀ ਵਿਖਾਦ ਵਿਕਾਰਾਂ ਵਾਲੇ ਕਰਮ ਤੁਸੀਂ ਛੱਡ ਦਿਓ, ਕਿਉਂਕਿ ਵਿਕਾਰ ਵਿੱਚ ਕੁਝ ਨਹੀਂ ਰੱਖਿਆ। ਵਿਕਾਰ ਵਿੱਚ ਮੌਤ ਹੈ, ਪਰਮੇਸ਼ਰ ਦੇ ਭਗਤੀ ਵਿੱਚ ਉੱਥੇ ਹੀ ਜੀਵਨ ਹੈ। ਇਸ ਪ੍ਰਕਾਰ ਕਰਕੇ ਜੀਵਨ ਨੂੰ ਪਾਉਣਾ ਕਰੋ। ਇਹ ਮੌਤ ਦੇ ਵੱਲ ਜਾਣ ਦਾ ਕੀ ਫਾਇਦਾ ਹੈ ਜਿੱਥੇ ਦੁੱਖ ਹੀ ਦੁੱਖ ਅੱਗੇ ਮਿਲਦੇ ਹਨ। ਤਨ ਅਹੰਗ ਸਮਾਰੋਹ ਆਦਾ। ਖੋਇਆ ਕੀ ਹੁੰਦਾ ਹੈ? ਸਾਰਾ ਤਨ ਦਾ ਹੰਕਾਰ ਜਿੱਥੇ ਖਤਮ ਹੋ ਜਾਂਦਾ ਹੈ, ਜਿੱਥੇ ਪਰਮੇਸ਼ਰ 'ਚ ਲੀਨਤਾ ਪ੍ਰਾਪਤ ਹੁੰਦੀ ਹੈ। ਸਮਾਰੋ ਆਦਾ, ਉਸੇ ਪਰਮੇਸ਼ਰ ਦੇ ਸਿਮਰਨ ਨੂੰ ਸੰਭਾਲਣਾ ਕਰੋ, ਉਹੀ ਸਿਮਰਨ ਤੇ ਭਰੋਸਾ ਰੱਖੋ। ਜਗਤ ਅਸਾਰ ਜਾਣ ਘਰ ਸਾਰੋ। ਇਹ ਜਗਤ ਅਸਾਰ ਝੂਠਾ ਹੈ, ਇਹਨੂੰ ਇਸੇ ਤਰ੍ਹਾਂ ਹੀ ਜਾਣਨਾ ਕਰੋ। ਸਾਰ ਵਿਚਾਰ ਭਲੇ ਔਰ ਧਾਰੋ। ਤੇ ਪਰਮੇਸ਼ਰ ਦਾ ਨਾਮ ਹੀ ਸਾਰ ਸੱਚ ਹੈ, ਹਮੇਸ਼ਾ ਰਹਿਣ ਵਾਲਾ, ਉਸੇ ਨੂੰ ਹੀ ਭਲਾ ਜਾਣੋ। ਭਲਾ ਜਾਣ ਕੇ ਉਸੇ ਦਾ ਹੀ ਸਿਮਰਨ ਕਰੋ। ਮੋਖ ਸਦਨ ਕੀ ਇਹ ਤਨ ਸਰੋਣੀ। ਦੇਖੋ ਮੁਕਤੀ ਰੂਪ ਘਰ ਦੀ ਇਹੀ ਇੱਕ ਪੌੜੀ ਹੈ। ਇਹੀ ਪੌੜੀ ਚੜ੍ਹ ਕਰਕੇ ਹੀ ਜਿਹੜਾ ਹਨ ਪਰਮੇਸ਼ਰ ਦੇ ਸਰੂਪ ਵਿੱਚ ਲੀਨਤਾ ਪ੍ਰਾਪਤ
ਪ੍ਰਾਪਤ ਹੁੰਦੀ ਹੈ। ਸਿਮਰੋ ਸਤਨਾਮ ਦਿਨ ਰਹਿਣੀ। ਇਸ ਕਰਕੇ ਸਿਮਰੋ, ਸਿਮਰਨ ਕਰੋ ਸਤਨਾਮ ਪਰਮੇਸ਼ਰ ਦਾ ਦਿਨ ਤੇ ਰਾਤ। ਇਸ ਪ੍ਰਕਾਰ ਉਪਦੇਸ਼ ਕਨੇਰਾ। ਇਸ ਪ੍ਰਕਾਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਸੰਗਤ ਨੂੰ ਉਪਦੇਸ਼ ਦਿੱਤਾ। ਦੇ ਕਰ ਗੁਰ ਅਗਿਆਨ ਕਟੇਰਾ। ਮਹਾਰਾਜ ਦਾ ਇਹ ਉਪਦੇਸ਼ ਜੋ ਸਤਿਗੁਰਾਂ ਨੇ ਆਪ ਆਪਣੇ ਸ੍ਰੀ ਮੁਖ ਤੋਂ ਉਚਾਰਨ ਕੀਤਾ, ਜਿਹਨੂੰ ਸੁਣ ਕਰਕੇ ਸਾਰਾ ਹੀ ਅਗਿਆਨ ਦੂਰ ਹੋ ਜਾਂਦਾ ਹੈ। ਹੋਤ ਭਇਓ ਅਰਨੋਦੈ ਕਾਲਾ। ਦੇਖੋ, ਹੋਤ ਭਇਓ ਉਸ ਵੇਲੇ ਤੱਕ, ਜਦੋਂ ਤੱਕ ਗੁਰੂ ਮਹਾਰਾਜ ਨੇ ਇਹ ਉਪਦੇਸ਼ ਦਿੱਤਾ, ਸੂਰਜ ਉਦੇ ਦਾ ਸਮਾਂ ਹੋ ਗਿਆ, ਸਨਰਾਈਜ਼ ਦਾ ਸਮਾਂ ਹੋ ਗਿਆ ਸੀ ਉਸ ਵੇਲੇ। ਨਿਕਸੇ ਤਿਹ ਛਿਨ ਵਹਿਰ ਕਿਰਪਾਲਾ। ਉਸ ਵੇਲੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਧਰਮਸ਼ਾਲਾ ਤੋਂ ਬਾਹਰ ਆ ਗਏ। ਜੈ ਜੈਕਾਰ ਹੋਏ ਚੌਫੇਰੇ। ਜੈ ਜੈਕਾਰ ਹੋ ਰਹੀ ਹੈ ਸਾਰੇ ਪਾਸੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ। ਪੜ੍ਹੈ ਵੇਦ ਧੁਨ ਸ਼ਬਦ ਕਨੇਰੇ। ਸਾਰੇ ਗੁਰਬਾਣੀ ਗਿਆਨ ਉਹਦੀਆਂ ਜਿਹੜੀਆਂ ਹਨ, ਸੋ ਉਪਦੇਸ਼ ਗਿਆਨ ਦਾ, ਗੁਰਬਾਣੀ ਦਾ ਪਾਠ, ਗੁਰਬਾਣੀ ਦਾ ਕੀਰਤਨ ਹੀ ਸੁਣਾਈ ਦੇ ਰਿਹਾ ਚਾਰੇ ਪਾਸੇ। ਕੁਸਾ ਮ੍ਰਿਦੁਲ ਜਹ ਰੁਚਰ ਬਿਛੌਣਾ। ਜਿੱਥੇ ਮਹਾਰਾਜ ਦੀ ਸੇਜਾ ਬਣਾਈ ਹੋਈ ਸੀਗੀ, ਉਹ ਅਸਥਾਨ ਤੇ ਸਤਿਗੁਰੂ ਜੀ ਤਹਾਂ ਜਾਏ ਪੌਡੇ ਗੁਣ ਭੋਨਾ। ਮਹਾਰਾਜ ਜੀ ਉੱਥੇ ਪਹੁੰਚ ਕਰਕੇ ਜਾ ਕੇ ਉਸ ਕੁਸਾ ਦੇ ਉੱਤੇ ਮਹਾਰਾਜ ਜੀ ਲੰਮੇ ਪੈ ਗਏ। ਸਤਿਗੁਰੂ ਜੀ ਨੇ ਤਿਆਰੀ ਕਰ ਲਈ ਹੁਣ ਆਪਣੀ ਜੋਤੀ ਜੋ ਸਮਾਉਣ ਦੀ। ਸਤਿਗੁਰੂ ਜੀ ਉਸ ਕੁਸਾ ਦੇ ਉੱਤੇ ਜਾ ਲੰਮੇ ਪਏ। ਗੁਣਤ ਸੁਲਖਣੀ ਔਰ ਇਸ ਭਾਂਤੀ। ਉਸ ਵੇਲੇ ਮਾਤਾ ਸੁਲਖਣੀ ਜੀ ਨੇ ਐਸਾ ਆਪਣੇ ਮਨ ਵਿੱਚ ਵਿਚਾਰ ਕੀਤੀ, ਮਮ ਸੁਤ ਝੂ ਰਹੇਂਗੇ ਪਛਤਾਤੇ। ਕਹਿੰਦੇ ਮੇਰੇ ਪੁੱਤਰ ਜਿਹੜੇ ਹੁਣ ਨਹੀਂ ਆਉਂਦੇ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਸੱਦੇ ਤੋਂ ਵੀ ਨਹੀਂ ਆਏ, ਬਾਅਦ ਵਿੱਚ ਇਹ ਪਛਤਾਉਣਗੇ ਦੋਵੇਂ, ਬਾਬਾ ਸ੍ਰੀ ਚੰਦ ਤੇ ਬਾਬਾ ਲਖਮੀ ਦਾਸ। ਮਿਲੇ ਨਾ ਆਨ ਜਨਕ ਕੇ ਤਾਈ। ਦੇਖੋ, ਜੇ ਹੁਣ ਆਪਣੇ ਪਿਤਾ ਨੂੰ ਨਾ ਆ ਕੇ ਨਾ ਮਿਲੇ ਤਾਂ ਇਹਨਾਂ ਨੇ ਪਛਤਾਉਣਾ ਹੀ ਹੈ ਫਿਰ। ਤਨਕ ਪ੍ਰਤੀਤ ਨਾ ਤਿਨ ਕੋ ਆਏ। ਦੇਖੋ, ਤਨਕ ਥੋੜੀ ਜੀ ਵੀ ਇਹਨਾਂ ਨੂੰ ਭਰੋਸਾ ਨਹੀਂ ਆਪਣੇ ਪਿਤਾ ਤੇ, ਵੀ ਸਾਡਾ ਪਿਤਾ ਹੀ ਗੁਰੂ ਹੈ ਤੇ ਸਾਡਾ ਗੁਰੂ ਹੀ ਪਰਮੇਸ਼ਰ ਹੈ। ਇੰਨਾ ਥੋੜਾ ਵੀ ਇਹਨਾਂ ਦੇ ਵਿੱਚ ਭਰੋਸਾ ਨਹੀਂ। ਤਬ ਠਾਂਡੀ ਹੋਇ ਪ੍ਰਭੂ ਅਗਾਰੇ। ਉਸ ਵੇਲੇ ਮਾਤਾ ਸੁਲਖਣੀ ਜੀ ਉੱਠ ਕੇ ਖੜੇ ਹੋ ਗਏ ਜਿੱਥੇ ਸਤਿਗੁਰੂ ਜੀ ਹੁਣ ਲੰਮੇ ਪੈ ਗਏ ਹਨ। ਸਤਿਗੁਰਾਂ ਜੀ ਨੂੰ ਲੰਮੇ ਪਿਆ ਦੇਖ ਕੇ ਮਾਤਾ ਸੁਲਖਣੀ ਜੀ ਖੜੇ ਹੋ ਕੇ ਹੱਥ ਜੋੜ ਕੇ ਬੇਨਤੀ ਕਰਨ ਲੱਗੇ। ਹੱਥ ਬੰਦ ਅਸ ਗਿਰਾ ਉਚਾਰੇ। ਹੱਥ ਬੰਨ ਕੇ ਐਸੀ ਬੇਨਤੀ ਕੀਤੀ ਮਾਤਾ ਸੁਲਖਣੀ ਜੀ ਨੇ, ਅਬ ਕੇ ਪੁੰਨ ਨਿਜ ਤਾਤਨ ਤਾਈ। ਕਹਿਣਗੇ ਅਬ ਕੇ ਪੁੰਨ, ਕਹਿਣਗੇ ਹੁਣ ਜਿਹੜਾ ਹਨ ਆਪਣੇ ਪੁੱਤਰਾਂ ਤਾਈ। ਕਹਿਣਗੇ ਪਾਤਸ਼ਾਹ ਜੀ, ਹੇ ਪਤੀ ਦੇਵ, ਅਬ ਕੇ ਪੁੰਨ, ਕਹਿੰਦੇ ਇੱਕ ਮੇਰੀ ਬੇਨਤੀ ਹੈ ਕਿ ਤੁਸੀਂ ਇੱਕ ਵਾਰ ਹੋਰ ਸੱਦੋ ਆਪਣੇ ਪੁੱਤਰਾਂ ਨੂੰ। ਪਠੋ ਬੁਲਾਏ ਪਾਸ ਗੋਸਾਈ। ਕੋਈ ਗੁਰਸਿੱਖ ਨੂੰ ਭੇਜ ਕੇ, ਹੇ ਗੁਸਾਈ, ਹੇ ਜਗਤ ਦੇ ਮਾਲਕ, ਜਗਤ ਦੇ ਕਾਰਕ ਪਾਤਸ਼ਾਹ ਜੀ, ਇੱਕ ਸਿੱਖ ਨੂੰ ਭੇਜ ਕੇ ਫੇਰ ਇੱਕ ਵਾਰੀ ਬੁਲਾ ਕੇ ਦੇਖ ਲਓ। ਆਵਹਿੰਗੇ ਅਬ ਮਨ ਹੈ ਬੈਨਾ। ਹੁਣ ਆਉਣਗੇ ਉਹ, ਹੁਣ ਤੁਹਾਡੇ ਬਚਨ ਮੰਨ ਕੇ ਜ਼ਰੂਰ ਆਉਣਗੇ। ਮਾਤਾ ਸੁਲਖਣੀ ਜੀ ਕਹਿੰਦੇ, ਛਿਮਾ ਛੇਤਰ ਤੁਮ ਸ੍ਰੀ ਗੁਣ ਐਨਾ। ਸ਼ਿਮਾ ਛੇਤਰ, ਤੁਸੀਂ ਸ਼ਿਮਾ ਰੂਪੀ ਧਰਤੀ ਹੋ। ਧਰਤੀ ਦਾ ਜਿਹੜਾ ਗੁਣ ਹੈ ਨਾ, ਸ਼ਿਮਾ ਕਰਨਾ, ਜਿਹੜੀ ਦਇਆ ਰੂਪੀ ਜਿਹੜੀ ਧਰਤੀ ਹੈ, ਪਾਤਸ਼ਾਹ ਜੀ ਉਹ ਤੁਸੀਂ ਹੋ। ਧਰਤੀ ਨੇ ਇਹ ਗੁਣ ਤੁਹਾਡੇ ਤੋਂ ਹੀ ਲਿਆ ਹੋਇਆ ਹੈ, ਇਸ ਕਰਕੇ ਤੁਸੀਂ ਗੁਣਾਂ ਦੇ ਘਰ ਹੋ। ਨੇਕੀ ਬਾਤ ਮਿਲ ਹੈ ਇਸ ਕਾਲਾ। ਨਿੱਕੀ ਬਾਤ, ਇਹ ਚੰਗੀ ਗੱਲ ਹੋਵੇਗੀ ਜੇ ਤੁਸੀਂ ਆਪਣੇ ਪੁੱਤਰਾਂ ਨੂੰ ਇਸ ਵਕਤ, ਇਸ ਸਮੇਂ ਜੇ ਤੁਸੀਂ ਮਿਲ ਕੇ ਉਹਨਾਂ ਨੂੰ ਵੀ ਥੋੜਾ ਜਿਹਾ ਉਪਦੇਸ਼ ਦੇ ਦਿਓ। ਬਿਨਾ ਮਾਨੀਏ ਮੇਰਾ ਦਿਆਲਾ। ਹੇ ਦਇਆ ਦੇ ਘਰ, ਮੇਰੀ ਇੱਕ ਬੇਨਤੀ ਮੰਨ ਲਓ ਤੁਸੀਂ ਹੁਣ। ਦੇਖ ਦੀਨ ਬੇਦੀ ਕੁਲ ਮੌਰੰਗ। ਉਸ ਵੇਲੇ ਮਾਤਾ ਸੁਲਖਣੀ ਜੀ ਨੂੰ ਐਸੀ ਦੀਨਤਾ ਦੀ ਹਾਲਾਤ ਵਿੱਚ ਦੇਖ ਕੇ, ਪਿੱਟੀ ਨਸ ਦੀ ਹਾਲਤ ਵਿੱਚ ਦੇਖ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਮਨ ਵਿੱਚ ਦਇਆ ਆ ਗਈ। ਆਇਸ ਦੇ ਸਿੱਖ ਪਠਿਓ ਬਹੋਰਾ। ਮਹਾਰਾਜ ਨੇ ਆਗਿਆ ਦਿੱਤੀ ਇੱਕ ਸਿੱਖ ਨੂੰ, ਦੇ ਆਗਿਆ ਦਿੱਤੀ ਕਹਿਓ ਜਾਏ ਕੇ ਤਿੰਨ ਦੋਏ ਆਗੇ। ਕਿ ਤੁਸੀਂ ਜਾਓ ਬਾਬਾ ਸ੍ਰੀ ਚੰਦ ਤੇ ਬਾਬਾ ਲਖਮੀ ਦਾਸ ਨੂੰ ਜਾ ਕੇ ਇੱਕ ਵਾਰੀ ਹੋਰ ਸੱਦੋ, ਹੁਣ ਇੱਥੇ ਆਉਣ ਵਾਸਤੇ ਕਹੋ। ਨਿਸ਼ਚੈ ਗੁਰੂ ਸਮਾਵਨ ਲਾਗੇ। ਤੇ ਇਹ ਜਾ ਕੇ ਕਹਿਣਾ ਹੈ ਤੁਸੀਂ ਨਿਸ਼ਚੈ ਕਿ ਹੁਣ ਤਾਂ ਗੁਰੂ ਮਹਾਰਾਜ ਜੀ ਸਮਾ ਰਹੇ ਹਨ। ਹੁਣ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਜੋਤੀ ਵਿੱਚ ਜੋਤ ਮਿਲਾ ਦੇਣੀ ਹੈ। ਉਹਨਾਂ ਨੇ ਆਪਣੇ ਜਿਹੜਾ ਹਨ ਆਪਣੀ ਜੋਤੀ ਸਰੂਪ ਵਿੱਚ ਲੀਨ ਹੋ ਜਾਣਾ ਹੈ। ਮਾਤਾ ਬੇਨਤੀ ਕੀਨ ਕਨੇਰੇ। ਤੇ ਇਹ ਵੀ ਜਾ ਕੇ ਕਹਿ ਦਿਓ ਕਿ ਤੁਹਾਡੀ ਮਾਤਾ ਨੇ ਵੀ ਇਹੀ ਬੇਨਤੀ ਕੀਤੀ ਹੈ, ਤੁਹਾਡੀ ਮਾਤਾ ਵੀ ਚਾਹੁੰਦੇ ਆ ਤੁਸੀਂ ਇੱਥੇ ਚੱਲ ਕੇ ਆਓ ਹੁਣ। ਮੁਝ ਤੁਮ ਪਾਸ ਪਠਾਇਓ ਫੇਰੀ। ਹਾਂ, ਕਹਿੰਦੇ ਮੁਝ ਪੁੰਨ, ਕਹਿਣਗੇ ਫੇਰ ਸਾਨੂੰ ਤੁਹਾਡੇ ਕੋਲ ਤੁਹਾਡੇ ਮਾਤਾ ਪਿਤਾ ਨਹੀਂ ਭੇਜਿਆ ਹੈ ਤੁਹਾਨੂੰ ਸੱਦਣ ਵਾਸਤੇ। ਰੰਚਕ ਔਰ ਵਿਲੰਬ ਨਾ ਕੋਈ। ਇਸ ਕਰਕੇ ਥੋੜੀ ਬਹੁਤੀ ਵੀ ਜਿਹੜੀ ਹਨ ਭੂਰਕ ਵੀ ਜਿਹੜੀ ਹੈ ਹੁਣ ਦੇਰੀ ਨਾ ਕਰਿਓ। ਚਾਹੋ ਤਾਂ ਮਿਲੋ ਭਲੇ ਬਿਦ ਹੋਏ। ਚਾਹੋ ਤਾਂ ਮਿਲੋ, ਤੁਹਾਨੂੰ ਚਾਹੀਦਾ ਹੈ ਜੇ ਮਿਲ ਪੋ ਤਾਂ ਚੰਗੀ ਗੱਲ ਹੈ।
ਚਾਹੋ ਤਾਂ ਮਿਲੋ, ਜੇ ਚਾਹੁੰਦੇ ਹੋ ਤਾਂ ਇਹੀ ਸਮਾਂ ਹੈ ਮਿਲਣ ਦਾ, ਇਸ ਤੋਂ ਬਾਅਦ ਸਮਾਂ ਹੱਥ ਨਹੀਂ ਆਉਣਾ। ਸ੍ਰੀ ਚੰਦ ਪੁਨ ਲਖਮੀ ਦਾਸ, ਉਸ ਵੇਲੇ ਬਾਬਾ ਸ੍ਰੀ ਚੰਦ ਤੇ ਬਾਬਾ ਲਖਮੀ ਦਾਸ ਬਾਤ ਬਾਤ ਸੁਨ ਭਏ ਉਦਾਸ। ਉਹਨਾਂ ਨੂੰ ਜਿਹੜਾ ਹੈ, ਜਦੋਂ ਉਹਨਾਂ ਨੇ ਮਾਤਾ ਦਾ ਨਾਂ ਸੁਣਿਆ ਕਿ ਮਾਤਾ ਜੀ ਵੀ ਸਾਨੂੰ ਸੱਦ ਰਹੇ ਹਨ, ਤਾਂ ਉਹਨਾਂ ਨੇ ਆਪਣੀ ਮਾਤਾ ਦੀ ਗੱਲ ਜਿਹੜੀ, ਦੇਖੋ ਆਪਣੀ ਪਿਤਾ ਦੀ ਗੱਲ ਘੱਟ ਆਪਣੀ ਮਾਤਾ ਦੀ ਜ਼ਿਆਦਾ ਸੁਣਦੇ ਸਨ। ਤੇ ਕਹਿੰਦੇ ਜੇ ਉਹਨਾਂ ਨੇ ਜਿਹੜਾ ਸੁਣਿਆ ਕਿ ਸਾਡੀ ਮਾਤਾ ਜੀ ਨੇ ਵੀ ਕਿਹਾ ਹੈ ਤਾਂ ਉਹ ਉਦਾਸ ਹੋ ਗਏ ਵੀ ਗੱਲ ਸੱਚੀ ਹੋਈ ਹੈ। ਤਤ ਛਿਨ ਉਠੇ ਤਜੇ ਅਨਮਤਾ, ਉਸੇ ਵੇਲੇ ਉੱਠ ਕਰਕੇ ਹੋਰ ਮਤੀਆਂ ਹੋਰ ਜਿਹੜੇ ਖਿਆਲ ਛੱਡ ਕੇ ਬਾਬਾ ਸ੍ਰੀ ਚੰਦ ਤੇ ਬਾਬਾ ਲਖਮੀ ਦਾਸ ਉੱਠ ਕੇ ਖੜੇ ਹੋ ਗਏ, ਆਉਣ ਵਾਸਤੇ ਤਿਆਰ ਹੋ ਗਏ। ਕਹਿਓ ਸਮਾਏ ਨਾ ਸਾਚੇ ਪਿਤਾ, ਕਹਿਓ ਸਮਾਏ ਨਾ ਸਾਚੇ ਪਿਤਾ, ਕਹਿਣ ਲੱਗੇ ਵੀ ਜਿਹੜਾ ਸਾਡਾ ਪਿਤਾ ਹੈ ਸਮਾਏ ਨਾ ਸਾਚੇ, ਕਹਿਣ ਲੱਗੇ ਸਾਡਾ ਪਿਤਾ ਜਿਹੜਾ ਹੈ ਕਿਵੇਂ ਸਮਾਉਣ ਲੱਗਿਆ ਹੈ, ਕਿਸ ਤਰ੍ਹਾਂ ਉਹਨਾਂ ਦੀ ਸਮਾਈ ਹੋਣੀ ਹੈ, ਉਹ ਤਾਂ ਆਪ ਪਰਮੇਸ਼ਰ ਰੂਪ ਹਨ, ਜਿਹੜੇ ਹਨ ਉਹ ਕਿਵੇਂ ਸਮਾ ਜਾਣਗੇ ਇਸੇ ਤਰ੍ਹਾਂ ਹੀ। ਗਮਨੇ ਮਿਲਨ ਭਈ ਇਤ ਐਸੇ, ਪਰ ਕਹਿੰਦੇ ਫਿਰ ਵੀ ਮਿਲਣ ਵਾਸਤੇ ਉਹ ਆ ਗਏ ਹਨ, ਗੱਲ ਇਸ ਤਰ੍ਹਾਂ ਉਹਨਾਂ ਨੇ ਮੰਨ ਲਈ ਹੈ। ਉਤ ਕੀ ਸੁਨਹੁ ਕੀਨ ਗੁਰ ਜੈਸੇ। ਹੁਣ ਦੇਖੋ ਉਧਰ ਦੇਖੋ, ਇੱਧਰ ਜਿਹੜੇ ਹਨ ਬਾਬਾ ਸ੍ਰੀ ਚੰਦ ਤੇ ਬਾਬਾ ਲਖਮੀ ਦਾ ਸਲਾਹਾਂ ਕਰਕੇ ਆਉਣ ਵਾਸਤੇ ਤਿਆਰ ਹੋ ਰਹੇ ਨੇ, ਤੇ ਦੂਸਰੇ ਪਾਸੇ ਦੇਖੋ ਜਿੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਲੰਮੇ ਪਏ ਹਨ, ਉੱਥੇ ਕੀ ਹੋਇਆ। ਅੰਬਰ ਪਾਏ ਬਦਨ ਪਰ ਤਬ ਹੀ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਥੋੜੇ ਚਿਰ ਉਡੀਕ ਕਰਕੇ ਮਹਾਰਾਜ ਨੇ ਇੱਕ ਚਿੱਟਾ ਚਾਦਰਾ ਲੈ ਕੇ ਸਤਿਗੁਰਾਂ ਜੀ ਨੇ ਆਪਣਾ ਸੁੰਦਰ ਤਨ ਨੂੰ ਢੱਕ ਲਿਆ, ਤੇ ਢੱਕ ਕਰਕੇ ਆਪਣਾ ਜਿਹੜਾ ਚਿਹਰਾ ਸੀ ਉਹ ਵੀ ਢੱਕ ਲਿਆ। ਪੌੜ ਗਏ ਦੇਖੈ ਨਰ ਸਭ ਹੀ, ਦੇਖੋ ਪੌੜ ਗਏ, ਸਤਿਗੁਰੂ ਜੀ ਲੰਮੇ ਪਏ ਹਨ ਤੇ ਮਹਾਰਾਜ ਨੇ ਜਿਹੜਾ ਆਪਣਾ ਸਾਰਾ ਸਰੀਰ ਚਿੱਟੇ ਚਾਦਰੇ ਨਾਲ ਢੱਕ ਲਿਆ। ਇਹ ਸਮਾਏ ਤਨ ਰਹੇ ਨਾ ਪ੍ਰਾਨਾ, ਗਏ ਸਮਾਏ ਦੇਖਦਿਆਂ ਬਸ ਚਾਦਰਾ ਮੂੰਹ ਨੂੰ ਢੱਕਣ ਦੀ ਲੋੜ ਹੀ ਸੀ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਸਮਾ ਗਏ। ਮਹਾਰਾਜ ਜੀ ਜੋਤੀ ਵਿੱਚ ਆਪਣੀ ਜੋਤ ਨੂੰ ਸਮਾ ਦਿੱਤਾ। ਪਾਤਸ਼ਾਹ ਜੀ ਉਸ ਅਨੰਤ ਸਰੂਪ ਦੇ ਵਿੱਚ ਜਾ ਸਮਾਏ, ਪਰਮੇਸ਼ਰ ਰੂਪ ਦੇ ਨਿਰਗੁਣ ਸਰੂਪ ਵਿੱਚ ਜਾ ਸਮਾਏ। ਭਾਕ ਹਾਏ ਕੋ ਸ਼ਬਦ ਮਹਾਨਾ, ਪਾਕ ਹਾਏ ਕੋ ਸ਼ਬਦ ਮਹਾਨਾ, ਕਹਿੰਦੇ ਕੋਲ ਖੜਿਆਂ ਦਾ ਜਿਹੜਾ ਹੈ ਧਾਹਾਂ ਨਿਕਲ ਗਈਆਂ ਉਹਨਾਂ ਦੀਆਂ, ਉਹ ਰੋਣ ਲੱਗ ਪਏ, ਹਾਹਾਕਾਰ ਹੋ ਗਈ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਜੋਤੀ ਜੋ ਸਮਾ ਗਏ ਹਨ। ਕਰ ਹੀ ਲੋਕ ਬਿਲਾਪ ਕਲਾਪਾ, ਕਹਿੰਦੇ ਬਹੁਤ ਲੋਕ ਗੁਰਸਿੱਖ ਜਿਹੜੇ ਖੜੇ ਸਨ ਵਿਰਲਾਪ ਕਰਨ ਲੱਗੇ, ਉਹਨਾਂ ਨੇ ਜਿਹੜਾ ਹਨ ਬੜਾ ਦੁੱਖ ਬਣਾਇਆ, ਬੜੀਆਂ ਉਹਨਾਂ ਦੇ ਹਿਰਦੇ ਵਿੱਚ ਪੀੜਾ ਹੋਈ ਕਿ ਸਾਡਾ ਗੁਰੂ ਤਨ ਕਰਕੇ ਸਰੀਰ ਕਰਕੇ ਸਾਤੋਂ ਹੁਣ ਦੂਰ ਹੋ ਗਿਆ, ਹੁਣ ਨਹੀਂ ਸਾਡੇ ਵਿੱਚ ਵਿਚਰੇਗਾ ਸਾਡਾ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਆਪਣੇ ਤਨ ਸਰੀਰ ਕਰਕੇ। ਇਹ ਦੁੱਖ ਨੂੰ ਨਾ ਸਹਾਰਿਆ ਉਹਨਾਂ ਨੇ, ਕਿਉਂਕਿ ਉਹਨਾਂ ਦਾ ਆਸਰਾ ਹੀ ਗੁਰੂ ਨਾਨਕ ਹੈ, ਉਹਨਾਂ ਨੂੰ ਪਿਆਰ ਹੀ ਗੁਰੂ ਨਾਨਕ ਨਾਲ ਹੈ, ਉਹਨਾਂ ਦੀ ਤਾਂ ਸਾਰੀ ਦੁਨੀਆ ਹੀ ਗੁਰੂ ਨਾਨਕ ਸੀ। ਭਇਓ ਪ੍ਰਭੂ ਕੋ ਬਿਰਹੋ ਪ੍ਰਤਾਪਾ, ਇਸ ਕਰਕੇ ਪ੍ਰਭੂ ਹੇ ਪਰਮੇਸ਼ਰ ਦੇ ਸਰੂਪ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਵਿਛੋੜਾ ਵਰਗਾ ਦੁੱਖ ਹੋਰ ਕੋਈ ਦੁੱਖ ਨਹੀਂ। ਸਭ ਤੋਂ ਵੱਡਾ ਦੁੱਖ ਉਹ ਵੀ ਅਚਾਨਕ ਹੀ ਆ ਪਿਆ, ਸੰਗਤਾਂ ਤੋਂ ਸੰਭਾਲਿਆ ਨਾ ਗਿਆ, ਉਹਨਾਂ ਨੂੰ ਬੜਾ ਦੁੱਖ ਹੋਇਆ, ਉਹਨਾਂ ਨੂੰ ਪਤਾ ਨਾ ਲੱਗੇ ਵੀ ਹੁਣ ਕਰੀਏ ਤੇ ਕਰੀਏ ਕੀ ਹੁਣ। ਨਰਨ ਬਿਖੈ ਭਾਰ ਉਦਨ ਕਨੇਰਾ, ਇਸ ਪ੍ਰਕਾਰ ਕਰਕੇ ਸਾਰੀ ਨਰਾਂ ਦੇ ਵਿੱਚ ਉੱਥੇ ਰੁਦਨ ਦੀ ਸ਼ਬਦ ਜਿਹੜਾ ਹਨ, ਭਾਵੇਂ ਕੀਰਤਨ ਗਾਇਆ ਜਾ ਰਿਹਾ ਹੈ ਪਰ ਫਿਰ ਵੀ ਸੰਗਤਾਂ ਤੋਂ ਜਿਹੜਾ ਹੈ ਆਪਣਾ ਜਿਹੜਾ ਇਮੋਸ਼ਨ ਸੰਭਾਲੇ ਨਾ ਗਏ। ਸਾਰਿਆਂ ਜਿਹੜੇ ਹਨ ਸਿੱਖ ਸੰਗਤਾਂ ਰੋਣ ਲੱਗ ਪਈਆਂ। ਸੁਰਨ ਮਜਾਰ ਆਨੰਦ ਵਧੇਰਾ, ਤੇ ਦੇਵਤਿਆਂ ਦੇ ਵਿੱਚ ਜੈ ਜੈਕਾਰ ਹੋਣ ਲੱਗੀ, ਉਹਨਾਂ ਦੇ ਵਿੱਚ ਬੜਾ ਆਨੰਦ ਵਧਿਆ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਹੁਣ ਸਾਡੇ ਕੋਲ ਹੁੰਦਿਆਂ ਹੋਇਆਂ ਸੱਚਖੰਡ ਵਿੱਚ ਜਾਣਗੇ, ਸਾਨੂੰ ਆ ਕੇ ਇੱਥੇ ਦਰਸ਼ਨ ਦੇਣਗੇ, ਸਾਡੇ ਜਿਹੜੇ ਹਨ ਇਹ ਭਵਨ, ਇਹ ਜਿਹੜਾ ਹੈਵਨ ਹੈ ਇਹਨੂੰ ਵੀ ਨਿਹਾਲ ਕਰਨਗੇ, ਇਹਨੂੰ ਆਪਣੇ ਹਨ ਚਰਨ ਪਾ ਕੇ ਇਹਨੂੰ ਸਫਲ ਕਰਨਗੇ। ਅਤ ਉਤਸਵ ਕੇ ਗੀਤਨ ਗਾਵ ਹੈ, ਬਹੁਤ ਉਤਸਵ ਦੇ ਗੀਤ ਜਿਹੜੇ ਹਨ ਦੇਵਤੇ ਗਾ ਰਹੇ ਹਨ, ਰਸਤੇ ਦੇ ਵਿੱਚ ਖੜੇ ਹਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਵਾਸਤੇ ਫੁੱਲ ਲੈ ਕੇ, ਮਹਾਰਾਜ ਦਾ ਸਤਿਕਾਰ ਕਰਨ ਵਾਸਤੇ, ਸਤਿਗੁਰਾਂ ਵਾਸਤੇ ਜਿਹੜਾ ਹਨ ਉਸਤਤ ਗਾਉਂਦੇ ਹਨ, ਉਹਨਾਂ ਨੂੰ ਚਾਅ ਚੜਿਆ ਕਿ ਸਤਿਗੁਰੂ ਹੁਣ ਸਾਨੂੰ ਸੇਵਾ ਬਖਸ਼ਣਗੇ। ਬਾਦਤ ਤਾਲ ਮਿਲਾਏ ਬਜਾਵ ਹੈ, ਬਾਦਤ ਵਾਜੇ ਵਜਾਉਂਦੇ ਹਨ ਦੇਵਤੇ, ਤਾਲਾਂ ਦੇ ਵਿੱਚ ਤਾਲ ਵਜਾਉਂਦੇ ਹਨ, ਉਹ ਵੀ ਜਿਹੜੇ ਹਨ ਸ਼ਬਦ ਪੜ੍ਹਦੇ ਹਨ ਗੁਰਬਾਣੀ ਦੇ। ਸਵਈਆ ਨੰਦੀ ਸੋ ਬ੍ਰਿਖਬ ਚੜੇ ਸ਼ਿਵਜੂ, ਉਸ ਵੇਲੇ ਨੰਦੀ ਦੇ ਜਿਹੜਾ ਹਨ ਬੈਲ ਹੈ ਉਹਦੇ ਤੇ ਚੜ ਕੇ ਸ਼ਿਵ ਜੀ ਜਿਹੜਾ ਹੈ ਮੌਤ ਦਾ ਦੇਵਤਾ ਜਿਹਨੂੰ ਮੰਨਿਆ ਹੈ, ਉਹ ਵੀ ਆਪਣੇ ਨੰਦੀ ਬਲਦ ਤੇ ਚੜ ਕੇ। ਤਨ ਉਜਲ ਇੰਦਰ ਸਾਂਕ ਸੁਹਾਏ, ਫੇਰ ਜਿਹੜਾ ਹਨ ਇੰਦਰ ਜੋ ਚੰਦਰਮਾ ਵਰਗਾ ਉਹਦਾ ਚਿਹਰਾ ਹੈ, ਸੁੰਦਰ ਹੈ, ਚਿੱਟੇ ਰੰਗ ਦਾ, ਉਹ ਇੰਦਰ ਵੀ ਜਿਹੜਾ ਹੈ ਜਿਹੜਾ ਹਨ ਸ਼ਸ਼ਾਂਕ ਜਿਹੜਾ ਹੈ ਉਸਦਾ ਜਿਹੜਾ ਨਿਸ਼ਾਨ ਹੈ, ਸਹੇ ਦੇ ਕੰਨਾਂ ਵਰਗਾ ਜਿਹੜਾ ਹੈ
ਉਸ ਦਾ ਜਿਹੜਾ ਹੈ ਨਿਸ਼ਾਨ ਹੈ ਉਹ ਵੀ ਜਿਹੜਾ ਬੜਾ ਖੁਸ਼ ਹੋਇਆ, ਉਹ ਵੀ ਜਿਹੜਾ ਹੈ ਉਹਨੂੰ ਚਾਅ ਚੜਿਆ ਗੁਰੂ ਨਾਨਕ ਸਾਹਿਬ ਨੂੰ ਮਿਲਾਂਗੇ ਹੁਣ। ਬਿਆਲ ਕਰਾਲ ਅਲੰਕ੍ਰਿਤ ਹੈ। ਫਿਰ ਸੱਪਾਂ ਦਾ ਭਿਆਨਕ ਦੇਖੋ, ਇਹ ਸ਼ਿਵ ਜੀ ਜਿਹੜਾ ਹੈ ਇਸ ਦੇ ਮੱਥੇ ਦੇ ਉੱਤੇ ਉਹ ਚੰਦਰਮਾ ਹੁੰਦਾ ਹੈ। ਉਹ ਚੰਦਰਮਾ ਵੀ ਉਹ ਹੁੰਦਾ ਹੈ ਜਿਹੜਾ ਕਿ ਜਿਹਨੂੰ ਜਿਹੜਾ ਹੈ ਉਹ ਮੰਨਿਆ ਜਾਂਦਾ ਤਿੱਖਾ ਜਿਹਾ ਰੂਪ ਹੁੰਦਾ ਉਸਦਾ। ਕਹਿੰਦੇ ਉਹ ਜਿਹੜਾ ਚੰਦਰਮਾ ਹੈ ਉਹ ਸ਼ਿਵ ਜੀ ਦੇ ਜਿਹੜੇ ਹਨ ਮੱਥੇ ਤੇ ਹੈ। ਫਿਰ ਬਿਆਲ ਕਰਾਲ ਅਲੰਕ੍ਰਿਤ ਹੈ, ਗਲੇ ਦੇ ਵਿੱਚ ਸੱਪ ਜਿਹੜੇ ਹਨ ਬੜੇ ਜ਼ਹਿਰੀਲੇ ਉਹ ਪਾਏ ਹੋਏ ਹਨ। ਹਰ ਖਾਲ ਵਿਸਾਲ ਸਿਕੰਧਨ ਪਾਏ, ਮੋਢਿਆਂ ਦੇ ਉੱਤੇ ਸ਼ੇਰ ਦੀ ਖੱਲ ਪਹਿਨੀ ਹੋਈ ਹੈ ਸ਼ਿਵ ਜੀ ਨੇ। ਰੰਗ ਤਰੰਗ ਅਮੰਕਨ ਭੰਗ, ਦੇਖੋ ਪਾਪਾਂ ਨੂੰ ਭੰਨਣ ਵਾਲੀ ਗੰਗਾ ਆਪਣੀ ਜੜਾਵਾਂ ਤੋਂ ਨਿਕਲ ਰਹੀ ਹੈ ਸ਼ਿਵ ਜੀ ਦੇ। ਜਟਾ ਮਹਿ ਪਾਰਬਤੀ ਅੰਗ ਲਾਏ, ਫਿਰ ਜਿਹੜੇ ਹਨ ਉਹਨਾਂ ਦੀਆਂ ਜਟਾਵਾਂ ਹਨ, ਕੇਸਾਂ ਦੀਆਂ ਜਟਾਵਾਂ ਹੋਈਆਂ ਹਨ ਤੇ ਪਾਰਬਤੀ ਆਪਣੀ ਘਰਵਾਲੀ ਨੂੰ ਨਾਲ ਲੈ ਕੇ ਸੂਲ ਧਰੇ ਕਰ ਮੁੰਡ ਪਰੇ ਗਰ। ਦੇਖੋ ਫਿਰ ਤ੍ਰਿਸ਼ੂਲ ਆਪਣੇ ਹੱਥ ਵਿੱਚ ਫੜ ਕੇ ਸ਼ਿਵ ਜੀ ਨੇ ਤੇ ਜਿਹੜਾ ਹਨ ਮੁੰਡ ਜਿਹੜਾ ਹਨ ਲੋਕਾਂ ਦੇ ਸਿਰਾਂ ਦੀਆਂ ਮਾਲਾ ਬਣਾ ਕੇ ਆਪਣੇ ਗਲ ਵਿੱਚ ਪਾ ਕੇ ਪ੍ਰੇਮ ਕਰੇ ਔਰ ਸੌ ਚਲ ਆਏ। ਬੜੇ ਪ੍ਰੇਮ ਦੇ ਨਾਲ ਸ਼ਿਵ ਜੀ ਵੀ ਤੁਰ ਪਿਆ ਕੈਲਾਸ਼ ਤੋਂ ਕਿ ਮੈਂ ਜਾ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰ ਲਵਾਂ। ਸੰਗ ਪੰਚਾਨਨ ਤਾਤ ਖੜਾਨਨ ਹੈ, ਪੰਚ ਆਨਨ ਹੈ ਸ਼ਿਵਾਂ ਦਾ ਦੇ ਨਾਲ ਹਨ। ਸੋ ਉਹਨਾਂ ਦੇ ਜਿਹੜੇ ਪੁੱਤਰ ਹੈ, ਸੋ ਪੰਚਾਨਨ ਉਹਨਾਂ ਦਾ ਪੁੱਤਰ ਹੈ ਜਿਹਨੂੰ ਕਾਰਤਿਕੇ ਵੀ ਕਿਹਾ ਜਾਂਦਾ ਹੈ, ਜਾਂ ਉਹਦਾ ਨਾਮ ਸੁਬਰਮਣੀਅਮ ਵੀ ਮੰਨਿਆ ਹੈ ਸਾਊਥ ਦੇ ਵਿੱਚ। ਸੋ ਆਪਣਾ ਪੁੱਤਰ ਜਿਹੜਾ ਕਿ ਸ਼ਿਵ ਜੀ ਦਾ ਪੁੱਤਰ ਹੈ ਕਾਰਤਿਕੇ, ਤੋ ਉਹ ਜਿਹੜਾ ਉਹਨੂੰ ਵੀ ਨਾਲ ਲੈਣਾ ਕੀਤਾ ਤੇ ਉਹਦੇ ਜਿਹੜੇ ਹਨ ਐਸੇ ਉਹਦੇ 6 ਮੂੰਹ ਮੰਨੇ ਹਨ ਕਾਰਤਿਕੇ ਦੇ। ਦੁਰਦਾਨਨ ਸੋਭ ਵਢਾਏ, ਫਿਰ ਗਣੇਸ਼ ਜਿਹੜਾ ਦੁਰਦ ਆਨਨ ਜਿਹਦਾ ਹਾਥੀ ਦਾ ਸਿਰ ਲੱਗਿਆ ਹੋਇਆ ਹੈ, ਹਾਥੀ ਦਾ ਮੂੰਹ ਹੈ, ਉਹ ਗਣੇਸ਼ ਵੀ ਨਾਲ ਆਇਆ। ਬ੍ਰਿੰਦ ਬੜੇ ਗਣ ਸਾਥ ਬਿਰਾਜਤ, ਫਿਰ ਬਹੁਤ ਸਾਰੇ ਉਹਦੇ ਚੇਲੇ ਜਿਹੜੇ ਗਣ ਹਨ ਉਹ ਵੀ ਨਾਲ ਆਏ। ਦੇਖ ਸਰੂਪ ਸਭੈ ਹਰ ਖਾਏ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਸਰੂਪ ਦੇ ਕੇ ਉਹ ਵੀ ਨਿਹਾਲ ਹੋਏ, ਉਹਨਾਂ ਦਾ ਵੀ ਜੀਵਨ ਸਫਲਾ ਹੋਇਆ। ਜੈ ਸੁਖਦਾਇਕ ਜੈ ਸੁਰ ਨਾਇਕ। ਦੇਖੋ ਸ਼ਿਵ ਜੀ ਜਿਹੜਾ ਦੁਨੀਆ ਦੀ ਮੌਤ ਰੂਪ ਹੈ, ਉਹ ਸ਼ਿਵ ਜੀ ਆ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਸ ਕਰਦਾ ਹੈ, ਮਹਾਰਾਜ ਦਾ ਜਿਹੜਾ ਹਨ ਪ੍ਰੇਸ ਕਰਦਾ ਹੈ। ਕੀ ਕਹਿੰਦਾ ਹੈ ਸ਼ਿਵ ਜੀ? ਕਹਿੰਦਾ ਜੈ ਸੁਖਦਾਇਕ, ਤੁਹਾਡੀ ਜੈ ਹੋਵੇ ਹਰ ਹਾਲਤ ਵਿੱਚ, ਹਰ ਲੋਕ ਦੇ ਵਿੱਚ। ਹੇ ਗੁਰੂ ਨਾਨਕ ਸੱਚੇ ਪਾਤਸ਼ਾਹ, ਤੁਹਾਡੀ ਜੈ ਹੀ ਜੈ ਹੈ, ਤੁਸੀਂ ਸੁੱਖਾਂ ਦੇ ਦੇਣ ਵਾਲੇ, ਸੁੱਖਾਂ ਦੇ ਦਾਤੇ ਹੋ। ਜੈ ਸੁਰ ਨਾਇਕ, ਤੁਸੀਂ ਦੇਵਤਿਆਂ ਦੇ ਸਵਾਮੀ ਵੀ ਹੋ। ਜੈ ਇਠ ਪਾਇਕ ਵਾਕ ਅਲਾਏ, ਜੈ ਤੁਹਾਡੀ ਜੈ ਹੋਵੇ, ਤੁਸੀਂ ਉਹ ਹੋ ਜੋ ਆਪਣੇ ਪਿਆਰਿਆਂ ਦੇ ਪਾਲਨ ਕਰਨ ਵਾਲੇ ਹੋ, ਜੋ ਆਪਣੇ ਪਿਆਰਿਆਂ ਦੀ ਲਜਾ ਰੱਖਣ ਵਾਲੇ ਹੋ, ਜਿਹੜੇ ਭਗਤਾਂ ਨੂੰ ਬਚਾਉਣ ਵਾਲੇ ਹੋ। ਤੇ ਪਾਤਸ਼ਾਹ ਜੀ ਵਾਕ ਅਲਾਏ ਐਸੇ ਜਿਹੜੇ ਹਨ ਸ਼ਿਵ ਜੀ ਨੇ ਐਸੀ ਜਿਹੜੀ ਉਸਤਤ ਗਾਈ ਆ ਕੇ। ਬੰਦ ਉਬੈ ਕਰ ਬੰਦਤ ਹੈ, ਫਿਰ ਬੰਦ ਉਬੈ ਕਹਿਣਗੇ ਬੰਦਨਾ ਕੀਤੀ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਹੱਥ ਬੰਨ ਕੇ ਸ਼ਿਵ ਜੀ ਨੇ। ਬਹੁਤ ਫੂਲਨ ਕੀ ਬਰਖਾ ਬਰਖਾਏ, ਫਿਰ ਬਹੁਤ ਫੁੱਲਾਂ ਦੀ ਬਰਖਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਤੇ ਆ ਕੀਤੀ। ਹੰਸ ਚੜੇ ਚਤੁਰਾਨਨ ਨਾਰਦ, ਫਿਰ ਦੇਖੋ ਜਿਹੜੇ ਹਨ ਹੰਸ ਚੜੇ ਚਤੁਰਾਨਨ, 4 ਮੂੰਹ ਵਾਲਾ ਬਰਮਾ ਜਿਹੜਾ ਉਹ ਵੀ ਹੰਸ ਦੀ ਸਵਾਰੀ ਕਰਕੇ ਨਾਲ ਉਹਦਾ ਪੁੱਤਰ ਨਾਰਦ ਹੈ। ਸਾਰਦ ਬੁੱਧ ਵਿਸਾਰਦ ਆਏ, ਦੇਖੋ ਸਾਰਦ ਸਰਸਵਤੀ ਜਿਹੜੀ ਉਹਦੀ ਘਰਵਾਲੀ ਹੈ, ਸੋ ਬੁੱਧ ਵਿਸ਼ਾਰਦ ਜਿਹੜੀ ਕਿ ਬੁੱਧ ਦੀ ਵਿਸ਼ਾਲ ਕਰਨ ਵਾਲੀ ਹੈ। ਫਿਰ ਜਿਹੜਾ ਹਨ ਬਰਮਾ ਦਾ ਜਿਹੜਾ ਪੁੱਤਰ ਜਿਹੜਾ ਨਾਰਦ ਹੈ, ਨਾਲ ਸਰਸਵਤੀ ਨਾਲ ਹੈ, ਜੋ ਬੁੱਧੀ ਨੂੰ ਚਤਰ ਕਰਨ ਵਾਲੀ ਹੈ। ਪ੍ਰੇਮ ਭਰੇ ਔਰ ਬੇਨ ਬਜਾਵਤ, ਦੇਖੋ ਪ੍ਰੇਮ ਦੇ ਨਾਲ ਹਿਰਦੇ ਵਿੱਚ ਪ੍ਰੇਮ ਧਾਰਨ ਕੀਤਾ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ। ਬੇਨ ਜਿਹੜਾ ਹਨ ਬੇਨ ਵਜਾਉਂਦਿਆਂ ਹੋਇਆਂ, ਫਲੂਟ ਵਜਾਉਂਦਿਆਂ ਹੋਇਆਂ। ਫਿਰ ਉਹਨਾਂ ਦੇ ਪੁੱਤਰ ਸਨਕ ਸਨੰਦਨ ਸਨਾਤਨ ਤੇ ਸੰਤ ਕੁਮਾਰ, 4 ਪੁੱਤਰ ਉਹਨਾਂ ਦੇ ਆਏ ਬੜੇ ਖੁਸ਼ ਹੋ ਕੇ ਗੁਰੂ ਨਾਨਕ ਸਾਹਿਬ ਦੇ ਦਰਸ਼ਨਾਂ ਵਾਸਤੇ। ਸਨਕ ਸਨੰਦ ਹਿਰਦੈ ਹਰ ਖਾਏ, ਬਹੁਤ ਖੁਸ਼ੀ ਨਾਲ ਆਏ ਇਹ 4 ਪੁੱਤਰ ਬਰਮਾ ਦੇ। ਕੌਸਕ ਭ੍ਰਿੰਗ ਵਸਿਸ਼ਟ ਮੁਨੀ, ਦੇਖੋ ਫਿਰ ਬਰਮਾ ਦਾ ਅੱਗੇ ਪੁੱਤਰ ਹੈ ਕੌਸਕ, ਫਿਰ ਭ੍ਰਿੰਗ। ਜਿੰਨੇ ਵੀ ਰਿਸ਼ੀ ਮੁਨੀ ਹਨ ਉਹਨਾਂ ਨੂੰ ਬਰਮਾ ਦੇ ਪੁੱਤਰ ਹੀ ਮੰਨਿਆ ਜਾਂਦਾ ਹੈ, ਤੇ ਉਹਨਾਂ ਵਿੱਚੋਂ ਕੌਸਕ ਤੇ ਜਿਹੜਾ ਹੈ ਅੱਗੇ ਭ੍ਰਿੰਗ ਕੌਣ ਹੈ? ਵਿਸ਼ਵਾਮਿੱਤਰ। ਉਹ ਸਾਰੇ ਫਿਰ ਵਸ਼ਿਸ਼ਟ ਜੀ, ਇਹ ਵੀ ਸਾਰੇ ਆਏ ਜਿਨ੍ਹਾਂ ਨੇ ਵੱਡੇ ਵੱਡੇ ਪੁਰਾਣ ਸਿਮਰਤੀਆਂ ਲਿਖੇ ਹੋਏ ਹਨ। ਅੰਗਰਾ ਸੁਪੁਲ ਤੱਕ ਮਹਾ ਸੁਖ ਪਾਏ, ਫਿਰ ਜਿਹੜਾ ਅੰਗਰਾ ਉਹ ਵੀ ਇੱਕ ਰਿਸ਼ੀ ਹੈ। ਸੋ ਫਿਰ ਜਿਹੜਾ ਹੈ ਪੁਲਸਤ, ਇਹ ਵੀ ਜਿਹੜਾ ਰਿਸ਼ੀ ਹੈ, ਇਹ ਵੀ ਸਾਰੇ ਸੁਖ ਪਾ ਕੇ ਆਏ।
ਅਤਰ ਅਗਸਤ ਪਰਾਸੁਰ ਬਿਆਸ ਫੇ ਅਤਰੀ ਰਿਸ਼ੀ ਵੀ ਕਿਹਾ ਜਾਂਦਾ ਹੈ। ਅਗਸਤ ਮੁਨੀ ਜਿਹੜਾ ਹੈ, ਪਰਾਸੁਰ ਤੇ ਵਿਆਸ, ਸਬੈ ਦਰਸ਼ਨ ਗੁਰੂ ਸੁਖ ਪਾਏ ਸਾਰੇ ਆਏ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਦਰਸ਼ਨਾਂ ਵਾਸਤੇ। ਦੋਹਰਾ ਬਾਲਮੀਕ ਅਰ ਰੋਮ ਰਿਖ ਕਾਕ ਪਸੁੰਡ ਸੁਜਾਨ। ਦੇਖੋ ਬਾਲਮੀਕ ਜਿਹੜਾ ਕਿ ਜਿਹਨੇ ਕਿ ਰਮਾਇਣ ਲਿਖੀ ਹੈ 10,000 ਸਾਲ ਪਹਿਲਾਂ ਹੀ ਲਿਖ ਦਿੱਤੀ ਹੈ, ਕਹਿੰਦੇ ਉਹ ਬਾਲਮੀਕ ਜਿਹਦੇ ਜਿਹੜੇ ਹਨ, ਜਿਹਦੀ ਕੁਟਿਆ ਦੇ ਵਿੱਚ ਲਵ ਤੇ ਖੁਸ਼ ਦਾ ਜਨਮ ਹੋਇਆ ਸੀ, ਜਿੱਥੇ ਸੀਤਾ ਜਾ ਕੇ ਰਹੀ ਸੀ, ਕਹਿੰਦੇ ਉਹ ਵੀ ਆਇਆ ਰੋਮ ਰਿਖੀ। ਸੋ ਉਹ ਵੀ ਆਇਆ ਕਾਕ ਪਸੁੰਡ ਜਿਹੜਾ ਸਦੀਵੀ ਜੀਵਨ ਵਾਲਾ ਹੈ, ਉਹ ਵੀ ਆਇਆ। ਬਗਦਾਲਬ ਤੇ ਆਦ ਸਭ ਆਏ ਰਿਖੀ ਮਹਾਨ। ਦੇਖੋ ਬਗਦਾਲਪ ਤੇ ਹੋਰ ਜਿੰਨੇ ਵੀ ਰਿਸ਼ੀ ਮੁਨੀ ਸਨ ਉਹ ਵੀ ਚੱਲ ਕੇ ਆਏ। ਦੇਖੋ ਅੱਜ ਇਹ ਜਿਹੜਾ ਹੈ ਕਵੀ ਸੰਤੋਖ ਸਿੰਘ ਜੀ ਆਪਾਂ ਨੂੰ ਦੱਸ ਰਹੇ ਹਨ, ਦੇਖੋ ਉਹ ਪਰਮੇਸ਼ਰ ਰੂਪ ਗੁਰੂ ਨਾਨਕ ਹੈ, ਉਸ ਦੇ ਅਧੀਨ ਸਾਰੀ ਦੁਨੀਆ ਹੈ, ਤੇ ਉਹ ਦੁਨੀਆ ਜਿਹੜੀ ਪਾਸਟ ਪ੍ਰੈਜ਼ੈਂਟ ਐਂਡ ਫਿਊਚਰ ਹੈ, ਇਹ ਸਾਰੀ ਦੁਨੀਆ ਇਕੱਠੀ ਹੋ ਕੇ ਅੱਜ ਉਹ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਹਾਜ਼ਰ ਹੋਈ। ਸਤਿਗੁਰ ਦੀ ਜੈ ਜੈਕਾਰ ਹੋ ਰਹੀ ਹੈ। ਸਵਰਗਾਂ ਤੋਂ ਪਤਾਲਾਂ ਤੋਂ ਜਿੰਨਾ ਮਰਜੀ ਜਿੰਨੇ ਬ੍ਰਹਿਮੰਡ ਹਨ ਉਹਨਾਂ ਸਾਰਿਆਂ ਤੋਂ ਹੀ ਇਹ ਸਾਰੇ ਚੱਲ ਕੇ ਆਏ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਦਰਸ਼ਨਾਂ ਵਾਸਤੇ। ਦੇਖੋ ਇੱਥੇ ਕਵੀ ਸੰਤੋਖ ਸਿੰਘ ਜੀ ਨੇ ਗੁਰੂ ਦੀ ਵਡਿਆਈ ਦੱਸੀ ਹੈ ਕਿ ਦੇਖੋ ਕਿੰਨੇ ਤੋਂ ਕਿੰਨੇ ਉਹ ਅਗੰਮ ਰੂਪ ਦੇ ਵਿੱਚ ਸਾਰੀ ਹਾਜ਼ਰ ਹੋਏ ਆ ਕੇ। ਨਾਮਦੇਵ ਜੈ ਦੇਵ ਜਨ ਧੰਨਾ ਸੈਨ ਕਬੀਰ। ਦੇਖੋ ਹੁਣ 15 ਭਗਤ ਜਿਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦੀ ਹੈ, ਭਗਤ ਨਾਮਦੇਵ ਜੀ, ਭਗਤ ਜੈ ਦੇਵ ਜੀ, ਭਗਤ ਧੰਨਾ ਜੀ, ਭਗਤ ਸੈਨ ਜੀ, ਭਗਤ ਕਬੀਰ ਜੀ। ਇਥੇ ਦਰਸ਼ਨ ਕੇ ਭਗਤ ਸਭ ਆਏ ਗੁਰ ਕੇ ਤੀਰ। ਇਤੇ ਆਦਿਕ ਸਾਰੀ ਭਗਤ ਦੁਨੀਆ ਦੇ ਉਹ ਸਾਰੀ ਚੱਲ ਕੇ ਆਏ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਕੋਲ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ, ਮਹਾਰਾਜ ਦੀਆਂ ਬਲੇਸਿੰਗਸ ਨੂੰ ਪ੍ਰਾਪਤ ਕਰਨ ਵਾਸਤੇ। ਸਵਈਆ ਸੇਸ ਸੁਰੇਸ਼ ਜਲੇਸ਼ ਦਿਨੇਸ਼। ਦੇਖੋ ਸ਼ੇਸ਼ ਨਾਗ ਚੱਲ ਕੇ ਆਏ, ਸੁਰੇਸ਼ ਇੰਦਰ ਚੱਲ ਕੇ ਆਇਆ, ਜਲੇਸ਼ ਜਿਹੜਾ ਵਰੁਣ ਦੇਵਤਾ ਹੈ, ਜਲ ਦਾ ਏਸ਼, ਜਲ ਦਾ ਸੁਆਮੀ। ਸੋ ਜਿਹੜਾ ਹਨ ਫੇ ਦਿਨ ਏਸ਼, ਦਿਨ ਦਾ ਜਿਹੜਾ ਸੁਆਮੀ ਹੈ ਮਤਲਬ ਸੂਰਜ। ਸੋ ਇਹ ਸਾਰੇ ਨਿਸੇਸ ਧਨੇਸ ਭਿਖਿਆ ਸੁਖ ਪਾਵੈ। ਤੇ ਨਿਸ ਏਸ ਰਾਤ ਦਾ ਜਿਹੜਾ ਸੁਆਮੀ ਹੈ ਉਹ ਹੈ ਚੰਦਰਮਾ। ਸੋ ਜਿਹੜਾ ਹਨ ਧਨੇਸ, ਜਿਹੜਾ ਹਨ ਜਾਂ ਧਨ ਏਸ, ਜਿਹੜਾ ਧਨ ਦਾ ਦੇਵਤਾ ਕੁਬੇਰ ਹੈ ਉਹ ਵੀ ਆਇਆ। ਪਿੱਛੇ ਸਾਰੇ ਉਹਨਾਂ ਨੂੰ ਦੇਖ ਕੇ ਖੁਸ਼ ਹੁੰਦੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ। ਕਿੰਨਰ ਗੰਧਰਵ ਪਾਵਕ ਪੌਣ। ਫੇ ਕਿੰਨਰ ਵੀ ਆਇਆ, ਗੰਧਰਵ ਵੀ ਆਏ ਤੇ ਪਾਵਕ ਪੌਣ ਜਿਹੜੀਆਂ ਤੇਜ ਵਾਲੀ ਹਵਾ ਹੈ, ਤੇਜ ਜਿਹੜੀ ਹਨ ਤੇਜਸਵੀ ਜਿਹੜੀ ਅੱਗ ਹੈ ਉਹ ਵੀ ਚੱਲ ਕੇ ਆਏ ਸਾਰੇ। ਆਨੰਦ ਭਰੇ ਔਰ ਮੰਗਲ ਗਾਵੈ। ਆਨੰਦ ਭਰਿਆ ਹਿਰਦੇ ਦੇ ਵਿੱਚ ਤੇ ਉਹ ਮਹਾਰਾਜ ਦੇ ਮੰਗਲ ਖੁਸ਼ੀਆਂ ਦੇ ਗੀਤ ਗਾ ਰਹੇ ਹਨ, ਮਹਾਰਾਜ ਦਾ ਜਸ ਗਾ ਰਹੇ ਹਨ। ਦੇਵ ਤਰੋਵਰ ਕੀ ਪੁਸ਼ਪਾਂਜਲ। ਦੇਖੋ ਕਲਪ ਬਿਰਛ ਜਿਹੜਾ ਦੇਵਤਿਆਂ ਦਾ ਜਿਹੜਾ ਹੈ ਦਰਖਤ ਹੈ ਸਵਰਗਾਂ ਦਾ, ਉਹ ਵੀ ਚੱਲ ਕੇ ਆਇਆ ਤੇ ਉਹਦੇ ਜਿਹੜੇ ਫੁੱਲ ਹਨ ਉਹ ਫੁੱਲ ਜਿਹੜੇ ਹਨ ਕਲਪ ਬ੍ਰਿਛ ਦੇ ਦੇਵਤੇ ਬੁੱਕ ਭਰ ਕੇ ਲਿਆਏ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਉੱਤੇ ਵਾਰਨ ਵਾਸਤੇ। ਜੈ ਮੁਖ ਤੇ ਕਹਿ ਬਰਖਾਵੈ। ਜੈ ਜੈ ਕਰਦਿਆਂ ਹੋਇਆਂ ਉਸ ਕਲਪ ਬ੍ਰਿਛ ਦੇ ਫੁੱਲਾਂ ਦੀ ਵਰਖਾ ਕਰ ਰਹੇ ਹਨ ਦੇਵਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੇ। ਸ੍ਰੀ ਸੁਖ ਕੰਦ ਗੋਬਿੰਦ ਮੁਕੰਦ। ਕਹਿੰਦੇ ਹਨ ਹੇ ਸੁੱਖਾਂ ਦੇ ਕੰਦ, ਹੇ ਮਾਇਆ ਦੇ ਪਤੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ, ਹੇ ਸਾਰੇ ਇੰਦਰੀਆਂ ਦੇ ਜਿਹੜੇ ਹਨ ਤੁਸੀਂ ਆਪ ਲਾਈਫ ਫਾਰਮ ਹੋ, ਉਹਨਾਂ ਨੂੰ ਪਾਲਣ ਵਾਲੇ ਹੋ, ਸਾਰੇ ਸ੍ਰਿਸ਼ਟੀ ਗੋਲਾਕਾਰ ਸ੍ਰਿਸ਼ਟੀ ਨੂੰ ਪਾਲਣ ਵਾਲੇ ਹੋ, ਹੇ ਮੁਕਤੀ ਦਾਤੇ। ਪਦੰਗ ਅਰਬਿੰਦ ਪੂਜੈ ਮਨ ਭਾਵੈ। ਪਦੰਗ ਥੋੜੇ ਚਰਨ ਜਿਹੜੇ ਹਨ ਕਵਲਾਂ ਵਰਗੇ ਜਿਹੜੇ ਚਰਨ ਹਨ, ਪੂਜੈ ਮਨ ਭਾਵੈ। ਉਹਨਾਂ ਨੇ ਸਤਿਗੁਰਾਂ ਦੇ ਜਿਹੜੇ ਹਨ ਚਰਨਾਂ ਦੀ ਪੂਜਾ ਕਰਦੇ ਹਨ ਆ ਕੇ। ਦੋਹਰਾ ਇੱਕ ਬਿਵਾਨ ਮਨਹਰ ਮਹਾ ਪੁੰਜ ਮਣੀ ਜਿਸ ਮਾਹੇ। ਫਿਰ ਇੱਕ ਬਿਬਾਨ ਵੀ ਲੈ ਕੇ ਆਏ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਾਸਤੇ, ਜਿਹੜਾ ਕਿ ਬਹੁਤ ਸੋਹਣਾ ਜਿਹੜਾ ਹੈ ਬਿਬਾਨ ਚੈਰੀਅਟ ਹੈ, ਜਿਹਦੇ ਉੱਤੇ ਬਹੁਤ ਹੀ ਕੀਮਤੀ ਤੇ ਜਿਹੜੇ ਹਨ ਡਾਇਮੰਡਸ ਲੱਗੇ ਹੋਏ ਹਨ, ਜੋ ਜੜਿਆ ਹੋਇਆ ਹੈ ਸੋਨੇ ਦਾ। ਸੋ ਬਹੁਤ ਸੋਹਣਾ ਜਿਹੜਾ ਹੈ ਐਸਾ ਬਿਬਾਨ ਵੀ ਲੈ ਕੇ ਆਏ ਦੇਵਤੇ। ਅਤ ਪ੍ਰਕਾਸ਼ ਸੰਯੁਕਤ ਸੋ ਕੌਣ ਕਹੈ ਛਬ ਤਾਹੇ। ਦੇਖੋ ਉਸ ਜਿਹੜਾ ਬਿਬਾਨ ਹੈ ਉਸ ਚੈਰੀਅਟ ਦੀ ਵੀ ਜਿਹੜੀ ਹਨ ਉਸਤਤ ਨਹੀਂ ਕੀਤੀ ਜਾ ਸਕਦੀ। ਉਹ ਤਾਂ ਇਸ ਤਰ੍ਹਾਂ ਲੱਗਦਾ ਜਿਵੇਂ ਹਜ਼ਾਰਾਂ ਸੂਰਜ ਇੱਕ ਬਿਬਾਨ ਨੂੰ ਲੱਗੇ ਹੁੰਦੇ ਹਨ। ਇੰਨਾ ਪ੍ਰਕਾਸ਼ ਉਹਦੇ ਵਿੱਚੋਂ ਆ ਰਿਹਾ ਹੈ ਤੇ ਬੜਾ ਸ਼ਬ, ਬੜੀ ਸੁੰਦਰਤਾ ਹੈ ਉਸਦੇ
ਦੇ ਵਿੱਚ। ਚੌਪੇ ਪਾਰਖ ਦੀ ਜਿਸ ਆਏ ਅਗਾਰੇ। ਪਾਰਖ ਦੀ ਜਿਸ ਆਏ ਅਗਾਰੀ, ਕਹਿਣ ਲੱਗੇ ਪਾਰਖ ਦੀ ਜਦੋਂ ਅੱਗੇ ਆਇਆ। ਚਵਰ ਟੁਰਤ ਹੋਇ ਵਾਰੰਵਾਰੀ। ਪਾਰਖ ਦੀ ਕਹਿੰਦੇ ਐਸਾ ਹੀ ਸਤਿਗੁਰੂ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਉੱਤੇ ਚਵਰ ਜਿਹੜਾ ਚੌਰ ਝੁੱਲ ਰਿਹਾ ਹੈ ਵਾਰੰਗਵਾਰੀ। ਤੇ ਕਹਿੰਦੇ ਇਸ ਤਰ੍ਹਾਂ ਹੈ ਜਿਵੇਂ ਸਾਰਾ ਹੀ ਸੰਸਾਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਸਿਰ ਦੇ ਉੱਤੇ ਚੌਰ ਕਰ ਰਿਹਾ ਹੈ। ਸਾਰਾ ਬ੍ਰਹਿਮੰਡ ਹੀ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਤਿਕਾਰ ਵਾਸਤੇ ਇਕੱਠਾ ਹੋ ਗਿਆ। ਉਹ ਸ਼ਕਤੀਆਂ ਜਿਹੜੀਆਂ ਸੰਸਾਰ ਦੀਆਂ ਹਨ ਸਾਰੀਆਂ ਇਕੱਠੀਆਂ ਹੋ ਕੇ ਗੁਰੂ ਦੇ ਚਰਨਾਂ ਤੇ ਸਮਾਈਆਂ ਹੋਈਆਂ ਹਨ। ਜਹਾਂ ਹੋਤੇ ਬੇਦੀ ਕੁਲ ਦੀਪਾ। ਜਿੱਥੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਜੋ ਬੇਦੀ ਕੁਲ ਦੇ ਦੀਪ ਹਨ। ਸਥਿਰ ਭਇਓ ਸੋ ਤਾਹੇ ਸਮੀਪਾ। ਸਾਰੀਆਂ ਚੀਜ਼ਾਂ ਆਉਂਦੀਆਂ ਤਾਂ ਹਨ ਬਹੁਤ ਛੱਤੀ, ਪਰ ਜਿੱਥੇ ਗੁਰੂ ਨਾਨਕ ਸਾਹਿਬ ਦੇ ਚਰਨ ਹੁੰਦੇ ਨੇ ਉੱਥੇ ਆ ਕੇ ਟਿਕ ਜਾਂਦੀਆਂ ਨੇ, ਉੱਥੇ ਆ ਕੇ ਸਮਾ ਜਾਂਦੀਆਂ ਨੇ। ਇਉਂ ਮੰਨ ਲਓ ਸਾਰੀ ਦੁਨੀਆ ਅੱਜ ਗੁਰੂ ਨਾਨਕ ਦੇ ਅੰਦਰ ਸਮਾ ਗਈ ਹੈ। ਉਹ ਸਰੀਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਅੱਜ ਸੱਚਮੁੱਚ ਜਿਹੜਾ ਹੈ ਉਹੀ ਸਰੂਪ ਸਾਰੀ ਦੁਨੀਆ ਨੂੰ ਸਮਾਉਣ ਵਾਲਾ ਹੈ। ਦੇਖੋ ਕਵੀ ਸੰਤੋਖ ਸਿੰਘ ਜੀ ਨੇ ਇੱਥੇ ਇੱਕ ਰੂਪਕ ਅਲੰਕਾਰ ਐਸਾ ਬਣਾਇਆ ਕਿ ਸਾਰੀ ਦੁਨੀਆ ਸਾਰੀਆਂ ਸ਼ਕਤੀਆਂ ਗੁਰੂ ਨਾਨਕ ਵਿੱਚ ਸਮਾਈਆਂ ਹੋਈਆਂ ਹਨ। ਸਭ ਕੁਝ ਹੀ ਗੁਰੂ ਨਾਨਕ ਕਰਕੇ ਹੀ ਹੈ। ਨਿਜ ਸਰੂਪ ਤਬ ਸ੍ਰੀ ਪ੍ਰਭ ਧਾਰਾ। ਉਸ ਵੇਲੇ ਆਪਣਾ ਨਿਜ ਸਰੂਪ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਧਾਰਨ ਕੀਤਾ। ਨਿਜ ਸਰੂਪ ਜੋ ਰੀਅਲ ਸੈਲਫ ਹੈ, ਉਸ ਅਸਲੀ ਰੂਪ ਜੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਹੈ। ਚਰਨ ਕੋਕਨਾਤ ਸੁਬਦ ਅਪਾਰਾ। ਕਹਿਣਗੇ ਜਿਹੜਾ ਹਨ ਲਾਲ ਕਵਲਾਂ ਵਰਗੇ ਸਤਿਗੁਰਾਂ ਦੇ ਸੁੰਦਰ ਚਰਨ ਹਨ। ਨੂੰ ਪਰ ਮਨ ਮੈਂ ਰੁਚਿਰ ਸੁਹਾਏ। ਮਣੀਆਂ ਦੇ ਜਿਹੜਾ ਹਨ ਖੱਚਤ ਹੋਈਆਂ ਮਣੀਆਂ ਜਿਹੜੀਆਂ ਐਮਬੈਡਡ ਹਨ, ਸੁੰਦਰ ਸੁੰਦਰ ਜਿਹੜੀਆਂ ਹਨ ਸੰਸਾਰ ਦੇ ਵਿੱਚ ਕੀਮਤੀ ਜਿਹੜੇ ਹਨ ਸਟੋਨਸ ਹਨ, ਡਾਇਮੰਡਸ ਹਨ। ਕਹਿਣਗੇ ਉਹ ਸਾਰੇ ਜਿੰਨੇ ਵੀ ਜਿਹੜੇ ਹਨ ਸਾਰੇ ਜਿਹੜੇ ਹਨ ਬੜੀ ਸੁੰਦਰਤਾ ਬੜਾ ਪ੍ਰਕਾਸ਼ ਕਰਨ ਵਾਲੇ ਕੀਮਤੀ। ਦੁਐ ਜੰਗਾ ਕਦਲੀ ਛਬ ਪਾਏ। ਦੇਖੋ ਦੁਐ ਜੰਗਾਂ ਮਹਾਰਾਜ ਦੇ ਚਰਨ ਐਸੇ ਹਨ, ਮਹਾਰਾਜ ਦੇ ਜਿਹੜੀਆਂ ਹਨ ਲੱਤਾਂ ਕੁਝ ਐਸੀਆਂ ਹਨ। ਦੁਐ ਜੰਗਾ ਕਦਲੀ ਛਬ ਪਾਵੇ। ਸਤਿਗੁਰਾਂ ਦੀਆਂ ਜਿਹੜੀਆਂ ਲੱਤਾਂ ਹਨ ਦੇਖੋ ਮਹਾਰਾਜ ਦੇ ਚਰਨ ਤਾਂ ਐਸੇ ਨੇ ਜਿਹੜੇ ਕਿ ਕਵਲ ਵਰਗੇ ਨੇ। ਮਹਾਰਾਜ ਦੇ ਜਿਹੜੇ ਨੌ ਹਨ ਉਹ ਕੀਮਤੀ ਹੀਰਿਆਂ ਵਰਗੇ ਚਮਕ ਪਾ ਰਹੇ ਹਨ। ਸਤਿਗੁਰਾਂ ਦੀਆਂ ਲੱਤਾਂ ਜਿਹੜੀਆਂ ਹਨ ਚਰਨ ਜਿਹੜੇ ਹਨ ਲੱਤਾਂ ਹਨ ਦੁਐ ਜੰਗ, ਦੋਵੇਂ ਲੱਤਾਂ ਐਸੀਆਂ ਹਨ ਜਿਵੇਂ ਇੱਕ ਬਾਨਾਨਾ ਟਰੀ ਹੁੰਦਾ ਹੈ। ਹੁਣ ਜਿਹੜਾ ਬਾਨਾਨਾ ਟਰੀ ਹੁੰਦਾ ਹੈ ਜਾਂ ਜਿਹੜਾ ਹਨ ਕੇਲਿਆਂ ਦਾ ਜਿਹੜਾ ਦਰਖਤ ਹੁੰਦਾ ਹੈ ਉਹ ਜਿਹੜਾ ਹਨ ਬਹੁਤ ਸਾਫ਼ ਤੇ ਉਸ ਦਾ ਜਿਹੜਾ ਆਕਾਰ ਉਸ ਦਾ ਜਿਹੜਾ ਟਰੰਕ ਹੁੰਦਾ ਹੈ ਬਹੁਤ ਸੁੰਦਰ ਹੁੰਦਾ ਹੈ। ਸੋ ਮਹਾਰਾਜ ਦੀਆਂ ਜੰਗਾਂ ਮਹਾਰਾਜ ਦੀਆਂ ਲੱਤਾਂ ਐਸੀਆਂ ਹਨ। ਸੁਦਰ ਘੰਟਕਾ ਬੰਦੀ ਸੁਹਾਵਤ। ਮਹਾਰਾਜ ਦੀ ਜਿਹੜੀ ਤੜਾਗੀ ਹੈ ਕਹਿਣਗੇ ਉਹ ਤੜਾਗੀ ਵੀ ਜਿਵੇਂ ਹੈ ਕਹਿੰਦੇ ਜਿਹੜਾ ਸ਼ੁੱਧਰ ਕੰਟਕਾ ਉਹ ਤੜਾਗੀ ਜਿਹੜੀ ਬੰਨੀ ਹੋਈ ਹੈ ਉਹ ਵੀ ਬੜੀ ਸੁੰਦਰ ਹੈ ਜਿਵੇਂ ਲੱਕ ਜਿਹੜਾ ਹੈ ਇੱਕ ਸੁੰਦਰ ਤੜਾਗੀ ਬੰਨੀ ਹੋਈ ਹੈ। ਉਦਰ ਸਤ੍ਰਿਵਲੀ ਸੋਭ ਵਡਾਵਤ। ਮਹਾਰਾਜ ਦੇ ਪੇਟ ਦੇ ਉੱਤੇ 3 ਲਾਈਨਾਂ ਪੈਂਦੀਆਂ ਹਨ ਜੋ ਬਹੁਤ ਸੁੰਦਰ ਹਨ, ਜੋ ਸੋਭਾ ਨੂੰ ਵਧਾਉਣ ਵਾਲੀਆਂ ਹਨ। ਹੁਣ ਮਹਾਰਾਜ ਦੇ ਸਰੀਰ ਦਾ ਅਲੰਕਾਰ ਬਣਾਉਂਦੇ ਨੇ ਵੀ ਮਹਾਰਾਜ ਦਾ ਸਰੀਰ ਕਿੰਨਾ ਸੁੰਦਰ ਹੈ ਜੋ ਉੱਥੇ ਮਹਾਰਾਜ ਜੀ ਪਏ ਹਨ। ਕਾਲਿੰਦਰੀ ਆਵਰਤ ਸੋ ਨਾਭਾ। ਦੇਖੋ ਮਹਾਰਾਜ ਦਾ ਜਿਹੜਾ ਹੈ ਕਹਿੰਦੇ ਕਾਲਿੰਦਰੀ ਕੀ ਹੈ ਕਹਿੰਦੇ ਜਮਨਾ ਦੀ ਜਿਵੇਂ ਘੁੰਮਣ ਘੇਰੀ ਹੁੰਦੀ ਆ ਟਵਿਸਟਰ ਹੁੰਦੀ ਹੈ ਐਸੀ ਸਤਿਗੁਰਾਂ ਜੀ ਦੀ ਧੁਨੀ ਹੈ। ਭੁਜਾ ਚਾਰਿਯੁਤ ਭੂਖਨ ਆਬਾ। ਦੇਖੋ ਐਸੀਆਂ ਜਿਹੜੀਆਂ ਹਨ ਜੋ ਕਿ ਭੁਜਾ ਜਾਂ ਚਾਰੂਅਤ ਮਹਾਰਾਜ ਦੀਆਂ ਭੁਜਾ ਮਹਾਰਾਜ ਦੀਆਂ ਬਾਹਾਂ ਇੰਨੀਆਂ ਸੁੰਦਰ ਹਨ ਜਿਹੜਾ ਗਹਿਣਿਆਂ ਨੂੰ ਵੀ ਸ਼ੋਭਾ ਦਿੰਦੀਆਂ ਹਨ। ਸੰਖ ਚੱਕਰ ਕਰ ਕਮਲਨ ਮਾਹੀ। ਦੇਖੋ ਕਮਲਨ ਸਤਿਗੁਰੂ ਦੇ ਜਿਹੜੇ ਹਨ ਜਾਂ ਸੰਖ ਚੱਕਰ ਵਰਗੇ ਜਿਹੜੇ ਸ਼ੇਪ ਹਨ ਉਹ ਸਤਿਗੁਰਾਂ ਦੇ ਜਿਹੜੇ ਹੱਥਾਂ ਦੇ ਉੱਤੇ ਐਸੀਆਂ ਲਕੀਰਾਂ ਹਨ। ਗਦਾ ਪਦਮ ਅਤ ਸੁੰਦਰ ਆਹੀ। ਸੋ ਦੇਖੋ ਗਦਾ ਪਦਮ ਜਿਹੜਾ ਹਨ ਗਦਾ ਦੇ ਆਕਾਰ ਵਾਲੇ ਪਦਮ ਵਰਗੇ ਸਤਿਗੁਰਾਂ ਦੇ ਐਸੇ ਜਿਹੜੇ ਹਨ ਸੁੰਦਰ ਮਹਾਰਾਜ ਦੇ ਜਿਹੜੇ ਲੇਖ ਜਿਹਨੂੰ ਆਪਾਂ ਆਪਣੇ ਪੰਨ ਤੇ ਕਹਿੰਦੇ ਹਾਂ ਐਸੇ ਸੁੰਦਰ ਹਨ। ਕੰਕਣ ਅੰਗਦ ਮਨ ਗਚਕਾਰੀ। ਦੇਖੋ ਹੁਣ ਇੱਥੇ ਕਹਿੰਦੇ ਕੰਕਣ, ਹੁਣ ਕੰਕਣ ਤਾਂ ਆਪਾਂ ਕਹੋਗੇ ਵੀ ਝਾਂਜਰਾਂ ਪਾਈਆਂ ਹੋਈਆਂ ਹਨ ਪਰ ਕਹਿੰਦੇ ਕੰਕਣ ਜਿਹੜੇ ਹਨ ਸਤਿਗੁਰਾਂ ਦਾ ਜਿਹੜਾ ਜਸ ਰੂਪੀ ਕੰਗਣ ਹੈ ਮਹਾਰਾਜ ਦਾ ਜਿਹੜਾ ਬਲ ਹੈ ਉਹ ਅੰਗਦ ਜਿਹੜਾ ਆਪਣੇ ਬਾਹਾਂ ਤੇ ਪਾਈਦਾ ਹੁੰਦਾ ਹੈ। ਮਾਨੋ ਸਤਿਗੁਰਾਂ ਦੀਆਂ ਬਾਹਾਂ ਇੰਨੀਆਂ ਸੁੰਦਰ ਹਨ ਜਿਨ੍ਹਾਂ ਨੇ ਸਾਰੀ ਦੁਨੀਆ ਦਾ ਜਿਹੜਾ ਹੈ ਐਸਾ ਜਿਹੜਾ ਰੂਪ ਸਤਿਗੁਰਾਂ ਨੇ ਬਣਾਇਆ ਆਪਣਾ ਜਾਂ ਸਾਰੀ ਦੁਨੀਆ ਦੀ ਤਾਕਤ ਹੀ ਗੁਰੂ ਨਾਨਕ ਮਹਾਰਾਜ ਦੇ ਅੰਗਤ ਹਨ। ਖਬ ਸਮਾਨ ਕੰਧ ਦੁਐ ਭਾਰੀ। ਮੋਢੇ ਸਤਿਗੁਰਾਂ ਦੇ ਬਲ ਵਾਲੇ ਨੇ ਜਿਸ ਤਰ੍ਹਾਂ ਕਿ ਬੈਲ ਦੇ ਹੁੰਦੇ ਨੇ। ਸੋ ਇੱਥੇ ਤਾਂ ਜਿਹੜਾ ਹੈ ਇਸ ਦਾ ਤੇਰਾ ਹੈ ਇਹ ਅੰਦਰਲੇ ਅਰਥ ਸਨ।
ਇਹ ਜਿਹੜੇ ਹਨ ਜੋ ਅੰਤਰੀਵ ਅਰਥ ਸਨ। ਸੋ ਉਹ ਸਰੂਪ ਜਿਹੜਾ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਹੈ, ਜੋ ਪਰਮੇਸ਼ਰ ਰੂਪ ਹੈ, ਹੁਣ ਉਸ ਦਾ ਵਰਣਨ ਜਿਹੜਾ ਹਨ ਕਵੀ ਜੀ ਉਸ ਤਰ੍ਹਾਂ ਕਰਦੇ ਹਨ ਜਿਸ ਤਰ੍ਹਾਂ ਕਰਕੇ ਦੁਨੀਆ ਤੇ ਜਿਹੜਾ ਹਨ ਲੋਕਾਂ ਨੇ ਜੋ ਪਰਮੇਸ਼ਰ ਦਾ ਰੂਪ ਦੱਸਿਆ ਨਾ ਵੀ ਪਰਮੇਸ਼ਰ ਕੈਸੇ ਲੱਗਦੇ ਨੇ, ਉਹੀ ਸਰੂਪ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੂੰ ਜਿਹੜਾ ਹੈ ਉਹਨਾਂ ਨੇ ਵਰਣਨ ਕੀਤਾ। ਸੋ ਇਹਦੇ ਹੁਣ ਆਪਾਂ ਦੂਸਰੇ ਅਰਥ ਇਉਂ ਸੁਣੀਏ। ਹੁਣ ਨਿਜ ਸਰੂਪ ਤਬ ਸ੍ਰੀ ਪ੍ਰਭ ਧਾਰਾ, ਕਹਿੰਦੇ ਮਹਾਰਾਜ ਨੇ ਆਪਣਾ ਜਿਹੜਾ ਨਿਜ ਸਰੂਪ ਨੂੰ ਧਾਰਨਾ ਕੀਤਾ। ਚਰਨ ਕੋਕਨਦ ਸੁਬਦ ਅਪਾਰਾ, ਦੇਖੋ ਲਾਲ ਕਵਲਾਂ ਵਰਗੇ ਸਤਿਗੁਰਾਂ ਦੇ ਚਰਨ ਹਨ, ਬਹੁਤ ਸੁੰਦਰ। ਪਰ ਮਨ ਮੈਂ ਰੁਚਿਰ ਸੁਹਾਏ, ਮਣੀਆਂ ਵਰਗੇ ਜਿਹੜੇ ਹਨ ਸੁੰਦਰ ਸਤਿਗੁਰਾਂ ਦੇ ਨੌ ਹਨ। ਦਵੈ ਜੰਗਾ ਕਦਲੀ ਛਪ ਪਾਏ, ਜਿਹੜਾ ਹਨ ਇੱਕ ਕਦਲੀ ਜੋ ਕਿ ਬਾਨਾਨਾ ਟਰੀ ਹੈ ਉਹਦੇ ਵਰਗੀਆਂ ਸਤਿਗੁਰਾਂ ਦੀਆਂ ਸੁੰਦਰ ਜਿਹੜੀਆਂ ਲੱਤਾਂ ਹਨ। ਸ਼ੁਦਰ ਘੰਟਕਾ ਬੰਦੀ ਸੁਹਾਵਤ, ਸੋ ਸੁੰਦਰ ਜਿਹੜੀ ਹੈ ਨਾ ਕਹਿੰਦੇ ਜਿਹੜਾ ਸ਼ੁੱਧਰ ਘੰਟਕਾ ਜਿਹੜੀ ਲੱਕ ਨਾਲ ਬੰਨੀ ਹੋਈ ਜਿਹੜੀ ਹੈ, ਜਿਵੇਂ ਆਪਾਂ ਬੈਲਟ ਬੰਨਦੇ ਹਾਂ ਉਸ ਵੇਲੇ ਜਿਹੜਾ ਹਨ ਤੜਾਗੀ ਬੰਨੀ ਜਾਂਦੀ ਸੀ, ਕਹਿੰਦੇ ਬੜੀ ਸੁੰਦਰ ਉਹ ਤੜਾਗੀ ਹੈ। ਉਦਰ ਸੋ ਤ੍ਰਿਵਲੀ ਸੋਭ ਵਡਾਵਤ, ਤਿੰਨ ਬਲ ਸਤਿਗੁਰਾਂ ਦੇ ਜਿਹੜੇ ਹਨ ਪੇਟ ਤੇ ਉੱਤੇ ਪੈਂਦੇ ਹਨ। ਕਾਲਿੰਦਰੇ ਆਵਰਤ ਸੋ ਨਾਭਾ, ਦੇਖੋ ਜਿਹੜਾ ਹਨ ਮਹਾਰਾਜ ਦੀ ਧੁਨੀ ਜਿਹੜੀ ਹੈ ਜਮਨਾ ਦੀ ਘੁੰਮਣ ਘੇਰੀ ਹੈ। ਭੁਜਾ ਚਾਰਿਉਤ ਭੂਖਣ ਆਬਾ, ਦੇਖੋ ਮਹਾਰਾਜ ਦੀਆਂ ਚਾਰ ਭੁਜਾ ਹਨ, ਚਾਰ ਮਹਾਰਾਜ ਦੀਆਂ ਬਾਹਾਂ ਹਨ ਜਿਹੜੀਆਂ ਸਾਰੀਆਂ ਹੀ ਜਿਹੜੀਆਂ ਹਨ ਗਹਿਣਾ ਨਾਲ ਭਰੀਆਂ ਪਈਆਂ ਹਨ। ਸੰਖ ਚੱਕਰ ਕਰ ਕਮਲਨ ਮਾਹੀ, ਮਹਾਰਾਜ ਦੇ ਇੱਕ ਹੱਥ ਵਿੱਚ ਸੰਖ ਹੈ, ਦੂਜੇ ਹੱਥ ਵਿੱਚ ਚੱਕਰ ਹੈ। ਗਦਾ ਪਦਮ ਅਤ ਸੁੰਦਰ ਆਹੀ, ਹੁਣ ਚਾਰ ਬਾਹਾਂ ਦੀ ਗੱਲ ਕੀਤੀ ਹੈ ਨਾ, ਤੀਜੀ ਬਾਹ ਤੇ ਗਦਾ ਹੈ ਤੇ ਜਿਹੜਾ ਹਨ ਚੌਥੀ ਦੇ ਵਿੱਚ ਪਦਮ ਹੈ ਜੋ ਬਹੁਤ ਸੁੰਦਰ ਹੈ। ਪਦਮ ਦਾ ਮਤਲਬ ਇਹ ਹੈ ਕਿ ਸਾਰੀ ਦੁਨੀਆ ਦੀ ਵੈਲਥ ਇੱਕ ਹੱਥ ਵਿੱਚ ਹੈ। ਜੇ ਚਾਰ ਬਾਹਾਂ ਦਾ ਦੇਖੀਏ, ਸੰਖ ਉਹ ਹੈ ਜਿਹਦੇ ਵਿੱਚ ਸ਼ਕਤੀ ਹੈ ਦੁਨੀਆ ਦੇ ਨਾਸ ਕਰਨ ਦੀ, ਚੱਕਰ ਉਹ ਹੈ ਜੋ ਸੱਤ ਦਾ ਚੱਕਰ ਹੈ, ਜੋ ਸੱਤ ਦਾ ਚੱਕਰ ਫਿਰਾਉਣ ਵਾਲਾ ਹੈ, ਗਦਾ ਉਹ ਹੈ ਜਿਹਦੇ ਨਾਲ ਜਿਹੜਾ ਹੈ ਸੰਸਾਰ ਦੇ ਵਿੱਚ ਸੰਸਾਰ ਨੂੰ ਪਾਲਣ ਵਾਸਤੇ ਜਿਹੜਾ ਹਨ ਉਸ ਜਿਹੜਾ ਹਨ ਦੁਸ਼ਟਤਾਈ ਨੂੰ ਖਤਮ ਕਰਨ ਵਾਲੀ ਜਿਹੜੀ ਸ਼ਕਤੀ ਹੈ, ਉਹ ਇਹ ਪ੍ਰਕਾਰ ਕਰਕੇ ਸਤਿਗੁਰਾਂ ਦੇ ਚਾਰ ਹੱਥ ਹਨ, ਬਾਹਾਂ ਹਨ। ਕੰਕਣ ਅੰਗਦ ਮਨ ਗਚਕਾਰੇ, ਫੇਰ ਜਿਹੜੇ ਹਨ ਕੰਕਣ ਕੜੇ ਜਿਹੜੇ ਹਨ ਅੰਗਦ, ਜਿੱਥੇ ਮਸਲਸ ਹੁੰਦੇ ਹਨ ਉਤਲਾ ਪਾਸਾ ਬਾਂਹ ਦਾ ਉੱਥੇ ਪਾਏ ਹੋਏ ਹਨ, ਬੜੇ ਸੋਹਣੇ ਸੁੰਦਰ। ਗਚਕਾਰੀ ਮਤਲਬ ਵਿੱਚ ਹੀਰੇ ਮੋਤੀ ਜੜੇ ਹੋਏ ਹਨ। ਰਿਖਬ ਸਮਾਨ ਕੰਧ ਦਵੈ ਭਾਰੀ, ਮਹਾਰਾਜ ਦੇ ਜਿਹੜੇ ਮੋਢੇ ਹਨ ਉਹ ਉੱਚੇ ਹਨ, ਜਿਵੇਂ ਬਲਦ ਦੇ ਹੁੰਦੇ ਨੇ ਉੱਚੇ ਜਿਹੜੇ ਤਕੜੇ ਜਿਹੜੇ ਮਹਾਰਾਜ ਦੇ ਜਿਹੜੇ ਮੋਢੇ ਹਨ। ਔਰ ਆਯੁਤ ਬਨ ਮਾਲ ਸੁਹਾਵਾ, ਤੇ ਜਿਹੜਾ ਹਨ ਛਾਤੀ ਚੌੜੀ ਹੈ ਤੇ ਉੱਤੇ ਬਜੰਤੀ ਮਾਲਾ ਪਹਿਨੀ ਹੋਈ ਹੈ। ਅਦਿਕ ਕੌਸਤਭ ਮਨ ਸ਼ਬ ਪਾਵਾ, ਦੇਖੋ ਅਦਕ ਜਿਹੜਾ ਹਨ ਕੌਸਤਭ ਕਹਿੰਦੇ ਇੱਕ ਐਸੀ ਮਣੀ ਹੈ ਜੋ ਸਮੁੰਦਰ ਮੱਥਨ ਸਮੇਂ ਜਿਹੜੀ ਮਿਲੀ ਸੀ, ਜਿਹੜੀ ਕਿ ਵਿਸ਼ਨੂੰ ਦੀ ਛਾਤੀ ਤੇ ਉਹ ਪਹਿਨਦੇ ਹਨ। ਕਹਿੰਦੇ ਐਸੀ ਜਿਹੜੀ ਉਹ ਮਣੀ ਵੀ ਛਬ ਪਾ ਰਹੀ ਹੈ। ਕੰਬ ਗਰੀਬ ਤ੍ਰੈ ਰੇਖ ਬਿਰਾਜਤ, ਕੰਬ ਕਹਿਣਗੇ ਮਹਾਰਾਜ ਦੀ ਜਿਹੜੀ ਗਰਦਨ ਹੈ ਉਹ ਸੰਖ ਦੀ ਤਰ੍ਹਾਂ ਬੜੀ ਸੁੰਦਰ ਹੈ। ਤ੍ਰੈ ਰੇਖ ਬਿਰਾਜਤ, ਤਿੰਨ ਰੇਖਾਂ ਤਿੰਨ ਲਾਈਨਾਂ ਪੈਂਦੀਆਂ ਹਨ ਗਲੇ ਤੇ। ਬਦਨ ਬਿਲੋਕ ਚੰਦਰਮਾ ਲਾਜਤ, ਦੇਖੋ ਐਸਾ ਸੁੰਦਰ ਸਰੂਪ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਧਾਰਨ ਕੀਤਾ ਹੋਇਆ। ਕਹਿੰਦਾ ਚੰਦਰਮਾ ਦੇਖ ਕੇ ਵੀ ਉਹਨੂੰ ਲੱਜਤ ਸ਼ਰਮਸ਼ਾਰ ਹੁੰਦਾ ਹੈ ਕਿ ਇਹ ਰੂਪ ਤਾਂ ਮੇਰੇ ਤੋਂ ਵੀ ਬੜਾ ਸੋਹਣਾ ਹੈ। ਹੁਣ ਇੱਥੇ ਭਰਮ ਨਹੀਂ ਕਰਨਾ, ਕਵੀ ਜੀ ਨੇ ਉਹ ਗੱਲ ਕਹੀ ਹੈ ਜੋ ਕਿ ਪ੍ਰਸਿੱਧ ਸੀ ਦੁਨੀਆ ਤੇ। ਹੁਣ ਜੇ ਦੁਨੀਆ ਤੇ ਆਪਾਂ ਕਹੀਏ ਬਰਮਾ ਵਿਸ਼ਨੂੰ ਸ਼ਿਵ ਜੀ, ਹੁਣ ਇਹਨਾਂ ਨਾਲੋਂ ਜਿਹੜਾ ਹੈ ਦੁਨੀਆ ਨੇ ਹੋਰ ਕਿਸੇ ਨੂੰ ਵੱਡਾ ਨਹੀਂ ਦੇਖਿਆ। ਸੋ ਜੇ ਆਪਾਂ ਗੁਰੂ ਨਾਨਕ ਦੀ ਵਡਿਆਈ ਕਰਨੀ ਹੈ ਤਾਂ ਜੋ ਆਪਣੀ ਸਮਝ ਵਿੱਚ ਆਉਂਦਾ ਹੈ ਉਹ ਸਰੂਪ ਦਿਖਾ ਰਹੇ ਹਨ, ਪਰ ਕਹਿ ਰਹੇ ਨੇ ਉਹ ਸਰੂਪ ਤੋਂ ਵੀ ਵੱਡੇ ਗੁਰੂ ਨਾਨਕ ਨੇ। ਜੇ ਉਹ ਵੱਡੇ ਸਰੂਪ ਨੂੰ ਨਹੀਂ ਆਪਾਂ ਜਾਣਾਂਗੇ ਤਾਂ ਉਹਨਾਂ ਦੇ ਮਾਲਕ ਨੂੰ ਕੀ ਜਾਣਾਂਗੇ। ਇਸ ਪ੍ਰਕਾਰ ਕਰਕੇ ਭਰਮ ਨਹੀਂ ਕਰਨਾ ਚਾਹੀਦਾ, ਇੱਥੇ ਬ੍ਰਹਮਣਿਕਲ ਨਹੀਂ ਕਹਿਣਾ ਚਾਹੀਦਾ, ਕਿਉਂਕਿ ਜੇ ਗੁਰੂ ਨਾਨਕ ਨੂੰ ਸਿੱਧ ਕਰਨਾ ਹੈ ਪਰਮੇਸ਼ਰ ਤਾਂ ਇਹ ਵੀ ਦੱਸਣਾ ਪਵੇਗਾ ਨਾ ਉਹ ਬ੍ਰਹਮਾ ਨੂੰ ਵੀ ਆਪਣੇ ਥੱਲੇ, ਬ੍ਰਹਮਾ ਤੋਂ ਵੀ ਕੰਮ ਕਰਾਉਣ ਵਾਲੇ ਹਨ। ਬ੍ਰਹਮਾ ਵੀ ਉਹਨਾਂ ਦੀ ਉਸਤਤ ਕਰਦਾ ਹੈ, ਵਿਸ਼ਨੂੰ ਵੀ ਕਰਦਾ ਹੈ, ਸ਼ਿਵ ਜੀ ਵੀ ਕਰਦਾ ਹੈ। ਜਿਹਦੀ ਦੁਨੀਆ ਉਹਨਾਂ ਦੀ ਪੂਜਾ ਕਰਦੇ ਉਹ ਗੁਰੂ ਨਾਨਕ ਦੀ ਪੂਜਾ ਕਰਦੇ ਨੇ। ਇੱਥੇ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਵੱਡਾਪਨ ਹੈ। ਇਸ ਪ੍ਰਕਾਰ ਕਰਕੇ ਕਿਤੇ ਵੀ ਭਰਮ ਨਹੀਂ ਕਰਨਾ ਚਾਹੀਦਾ। ਚਿਬਕ ਚਾਰ ਮੁਸਕਿਆਨ ਕਪੋਲਾ, ਦੇਖੋ ਮਹਾਰਾਜ ਦੀ ਠੋਡੀ ਬਹੁਤ ਸੁੰਦਰ ਹੈ, ਚਿੱਕ ਜਿਹੜੀ ਹੈ ਬੜੀ ਸੁੰਦਰ ਹੈ ਤੇ ਗੱਲਾਂ ਲਾਲ ਹਨ। ਮੁਸਕਾਵਣ ਜੋ ਮੁਸਕਰਾਉਂਦੇ ਹਨ ਜਾਂ ਉੱਤੇ ਟੋਏ ਪੈਂਦੇ ਹਨ ਗੱਲਾਂ ਤੇ। ਆਸ ਮ੍ਰਿਦੁਲ ਛਬ ਹੋਤ ਅਮੋਲਾ, ਜਦੋਂ ਹੱਸਦੇ ਹਨ
ਹਨ ਉਹਨਾਂ ਦੀ ਹਾਸੀ ਦੇਖ ਜਿਹੜਾ ਸੁਣ ਕਰਕੇ ਮਿਰਦੁਲ ਸ਼ਬਦ ਬੜੇ ਮਿੱਠੇ ਬੜੇ ਜਿਹੜੇ ਹਨ ਸ਼ਬਦ ਆਨੰਦ ਦੇਣ ਵਾਲੇ ਹਨ ਤੇ ਬਹੁਤ ਅਮੋਲਾ ਕਹਿਣਗੇ ਬਹੁਤ ਅਮੋਲਕ ਹੈ ਸਤਿਗੁਰੂ ਦਾ ਮੁਸਕਰਾਉਣਾ। ਚਮਕ ਦਸਨ ਕੀ ਰੋਚਰ ਬਿਰਾਜੇ। ਫੇਰ ਚਮਕ ਹੈ ਉਹਨਾਂ ਦੇ ਦੰਦਾਂ ਦੀ, ਉਹਨਾਂ ਦੇ ਦੰਦ ਜਿਹੜੇ ਹਨ ਕਹਿੰਦੇ ਬੜੀ ਹੀ ਸੁੰਦਰ ਜਿਹੜੀ ਚਮਕ ਦੇ ਰਹੇ ਹਨ। ਉਨਤ ਨਾਸਕਾ ਕਾਨਨ ਕੁੰਡਲ। ਫਿਰ ਇਸ ਜਿਹੜਾ ਹੈ ਸੰਪਟ ਸੰਪਟ ਬਿਦਰਮ ਹੀਰਨ ਰਾਜੀ। ਫਿਰ ਦੇਖੋ ਸੰਪਟ ਇੱਕ ਡੱਬੀ ਹੁੰਦੀ ਹੈ, ਬਿਰਦਮ ਕਹਿਣਗੇ ਇਉਂ ਜਿਵੇਂ ਹੀਰਿਆਂ ਨੂੰ ਕੋਈ ਡੱਬੇ 'ਚ ਬੰਦ ਕੀਤਾ ਹੁੰਦਾ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦੰਦ ਇਸੇ ਪ੍ਰਕਾਰ ਸੁੰਦਰ ਹਨ। ਉਨਤ ਨਾਸਕਾ ਕਾਨਨ ਕੁੰਡਲ। ਜਿਵੇਂ ਕਹਿੰਦੇ ਉਹ ਜਿਹੜੀਆਂ ਉੱਚੀਆਂ ਨਾਸਕਾਂ, ਸਤਿਗੁਰੂ ਦਾ ਜਿਹੜੇ ਨੱਕ ਹੈ ਉਹ ਉੱਚਾ ਹੈ, ਕਾਨਨ ਕੰਨਾਂ ਵਿੱਚ ਕੁੰਡਲ ਜਿਹੜੇ ਹਨ ਕੁੰਡਲ ਹਨ। ਸੋਭਾ ਸੁਖ ਦਾ ਅਤ ਸੁਖ ਮੰਡਲ। ਸੋਭਾ ਸੁਖ ਦਾ ਜਿਹੜਾ ਸੋਭਾ ਪਾ ਰਹੇ ਹਨ, ਅਤ ਸੁਖ ਬੜਾ ਸੁਖ ਸਾਰੇ ਮੰਡਲਾਂ ਨੂੰ ਦੇ ਰਹੇ ਹਨ। ਮਨੋ ਕਮਲ ਦਲ ਸੁੰਦਰ ਲੋਚਨ। ਮਨੋ ਕਹਿੰਦੇ ਕਮਲ ਫੁੱਲ ਦਲ ਸੁੰਦਰ ਲੋਚਨ। ਸਤਿਗੁਰਾਂ ਦੇ ਜਿਹੜੀਆਂ ਅੱਖਾਂ ਹਨ, ਨੇਤਰ ਹਨ, ਉਹ ਕਮਲ ਫੁੱਲ ਦੀਆਂ ਪੰਕਤੀਆਂ ਹਨ, ਉਹਨਾਂ ਦੇ ਪਲਪ ਹਨ। ਕਿਰਪਾ ਭਰੀ ਚਿਤਵਨ ਦੁਖ ਮੋਚਨ। ਕਿਰਪਾ ਭਰੀ ਐਸੇ ਸਰੂਪ ਦਾ ਜੇ ਕੋਈ ਚਿਤਵਨ ਕਰੇ, ਇਮੇਜਿਨ ਕਰੇ ਆਪਣੇ ਹਿਰਦੇ ਦੇ ਵਿੱਚ, ਉਹ ਸਾਰੇ ਦੁੱਖ ਨੂੰ ਜਿਹੜਾ ਦੂਰ ਕਰਨ ਵਾਲੇ ਸਮਰਥਾ ਰੱਖਦਾ ਐਸਾ ਸਰੂਪ। ਜਿਹੜਾ ਗੁਰੂ ਨਾਨਕ ਨੂੰ ਐਸਾ ਸਰੂਪ ਜਿਹੜਾ ਹਨ ਦੇਖਣਾ ਹੈ। ਇਸ ਕਰਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਇਹ ਵਡਿਆਈ ਹੈ। ਸਤਿਗੁਰੂ ਜੀ ਉਹ ਸਰੂਪ ਨੇ ਜਿਨ੍ਹਾਂ ਨੇ ਸਾਰੀ ਦੁਨੀਆ ਨੂੰ ਆਪਣੇ ਵਿੱਚ ਸਮਾਇਆ ਹੋਇਆ ਹੈ। ਜੇ ਇਹਨਾਂ ਦੇ ਅਰਥ ਹੋਰ ਵੀ ਡੂੰਘੇ ਕਰੀਏ, ਇਹਨਾਂ ਵਿੱਚੋਂ ਇੱਕ ਇੱਕ ਜਿਹੜਾ ਲਫ਼ਜ਼ ਆਉਂਦਾ ਹੈ, ਇਹ ਇੱਕ ਦੁਨੀਆ ਦੇ ਇੱਕ ਇੱਕ ਕੈਰੈਕਟਰ ਨੂੰ ਇਕੱਠਾ ਕਰ ਰਹੇ ਹਨ। ਉਹ ਸਾਰੀ ਦੁਨੀਆ ਨੂੰ ਗੁਰੂ ਨਾਨਕ ਦੇ ਵਿੱਚ ਸਮਾ ਰਹੇ ਹਨ। ਧਨੁਖ ਪ੍ਰਕੁੱਟੀ ਮਸਤਕ ਚਾਰੂ। ਦੇਖੋ ਧਨੁਖ ਵਰਗੇ ਮਹਾਰਾਜ ਦੇ ਭਰਵੱਟੇ ਹਨ, ਆਈਬ੍ਰੋਸ ਹਨ, ਜਿਹੜੇ ਹਨ ਮਸਤਕ ਚਾਰੂ ਜੋ ਸੁੰਦਰ ਹਨ। ਮੱਥਾ ਸਿਰ ਕਰੀਟ ਜਿਹੇ ਪ੍ਰਭਾ ਅਪਾਰੂ। ਸਿਰ ਤੇ ਉੱਤੇ ਕਰਾਊਨ ਹੈ, ਜੇ ਪ੍ਰਭਾ ਜਿਹਦੀ ਸੁੰਦਰਤਾ ਬਹੁਤ ਜ਼ਿਆਦੇ ਹੈ। ਸਿਆਮ ਬਰਨ ਜਲ ਧਰ ਕੀ ਨਿਆਈ। ਸਾਂਵਲਾ ਰੰਗ ਹੈ ਤੇ ਜਲ ਧਰ ਕੀ ਨਿਆਈ, ਬੱਦਲ ਦੀ ਤਰ੍ਹਾਂ ਹੈ ਉਹ ਰੰਗ। ਜਿਹੜਾ ਸਾਂਵਲਾ ਕੈਸਾ ਜਿਵੇਂ ਬੱਦਲਾਂ ਦਾ ਰੰਗ ਹੁੰਦਾ ਹੈ। ਬਸਨ ਪੀਤ ਜਨ ਛਟਾ ਸੁਹਾਈ। ਸੋ ਬਸਤਰ ਜਿਹੜੇ ਪੀਲੇ ਹਨ ਮਾਨੋ ਉਹ ਬਿਜਲੀ ਹੈ। ਆਪਣਾ ਪਲਟ ਸਰੂਪ ਕਿਰਪਾਲਾ। ਦੇਖੋ ਐਸਾ ਸਰੂਪ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਉਹ ਸ਼ਰਧਾਲੂਆਂ ਨੂੰ, ਉਹ ਜਿਹੜੇ ਦੇਵਤਿਆਂ ਨੂੰ ਦਿਖਾਉਣਾ ਕੀਤਾ। ਦੇਖੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਪਰਮੇਸ਼ਰ ਹਨ, ਉਹਨਾਂ ਦੇ ਸ਼ਰਧਾਲੂ, ਉਹਨਾਂ ਦੇ ਭਗਤ, ਉਹਨਾਂ ਦੇ ਆਪਣੇ ਜਿਹੜਾ ਸਰੂਪ ਦੀ ਕਲਪਨਾ ਉਹਨਾਂ ਨੇ ਆਪਣੇ ਅੰਦਰ ਕੀਤੀ, ਉਹੀ ਗੁਰੂ ਨਾਨਕ ਤੋਂ ਪਾਇਆ। ਕਿਉਂਕਿ ਪਰਮੇਸ਼ਰ ਸਾਰਿਆਂ ਦਾ ਹੀ ਹੈ। ਜਿਸ ਤਰ੍ਹਾਂ ਵੀ ਦੇਵੀ ਭਗਤ ਹਨ, ਜਿਹੜੇ ਵੀ ਸਰੂਪ ਵਿੱਚ ਉਹ ਪਰਮੇਸ਼ਰ ਨੂੰ ਉਹਨਾਂ ਨੇ ਕਿਤੇ ਅਹਿਸਾਸ ਕੀਤਾ, ਦੇਖਿਆ, ਇਮੇਜਿਨ ਕੀਤਾ, ਉਹੀ ਸਰੂਪ ਦੇ ਵਿੱਚ ਗੁਰੂ ਨਾਨਕ ਨੇ ਉਹਨਾਂ ਨੂੰ ਦਰਸ਼ਨ ਦਿੱਤੇ। ਸੋ ਐਸਾ ਸਰੂਪ ਜਿਹੜਾ ਦੇਵਤਿਆਂ ਨੇ ਦੇਖਿਆ, ਤਾਂ ਦੇਵਤਿਆਂ ਦਾ ਜਿਹੜਾ ਹੈ ਉਹਨਾਂ ਦੀ ਇੱਛਾ ਪੂਰੀ ਕਰਨ ਵਾਸਤੇ ਸਤਿਗੁਰੂ ਨੇ ਐਸਾ ਰੂਪ ਦਿਖਾਇਆ। ਦੇ ਭਗਤਾਂ ਨੂੰ ਜਿਹੋ ਜਿਹਾ ਰੂਪ ਭਗਤਾਂ ਨੇ ਦੇਖਿਆ ਵੈਸਾ ਦਿਖਾਇਆ, ਪਰ ਸਿੱਖਾਂ ਨੂੰ ਗੁਰੂ ਨਾਨਕ ਨੇ ਆਪਣਾ ਗੁਰੂ ਨਾਨਕ ਸਰੂਪ ਦਿਖਾਇਆ। ਤੋ ਐਸੀ ਜਿਹੜੀ ਹਨ ਇਹ ਭਾਵਨਾ ਹੈ, ਕਿਉਂਕਿ ਪਰਮੇਸ਼ਰ ਸਾਰਿਆਂ ਦਾ ਹੈ। ਪਰਮੇਸ਼ਰ ਵਿੱਚ ਵਿਤਕਰਾ ਨਹੀਂ, ਬੰਦਿਆਂ ਵਿੱਚ ਵਿਤਕਰਾ ਜ਼ਰੂਰ ਹੋ ਸਕਦਾ ਹੈ। ਇਸ ਪ੍ਰਕਾਰ ਕਰਕੇ ਪਰਮੇਸ਼ਰ ਸਾਰਿਆਂ ਦਾ ਹੀ ਹੈ। ਚੜੇ ਵਿਵਾਨ ਉੱਪਰ ਤਤਕਾਲ। ਉਸ ਵੇਲੇ ਵਿਵਾਨ ਤੇ ਚੜ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਉੱਤੇ ਨੂੰ ਜਾ ਰਹੇ ਸਨ। ਛਿਨ ਦੋਨੋਂ ਸੁਤ ਚੱਲ ਆਏ। ਉਹੀ ਸਮੇਂ ਬਾਬਾ ਸ੍ਰੀ ਚੰਦ ਤੇ ਬਾਬਾ ਲਖਮੀ ਦਾਸ ਉੱਥੇ ਪਹੁੰਚ ਗਏ ਆ ਕੇ। ਸੁਨਤ ਰੌਰ ਹਿਰਦੇ ਬਿਸਮਾਏ। ਜਦੋਂ ਉਹਨਾਂ ਨੇ ਰੌਲਾ ਆਪਣੇ ਕੰਨਾਂ ਨਾਲ ਸੁਣਿਆ ਹੈਰਾਨ ਹੋ ਗਏ। ਭੀੜ ਅਧਿਕ ਜਾਵਨ ਜਗ ਨਾਹੀ। ਦੇਖੋ ਭੀੜ ਅਧਿਕ ਬਹੁਤ ਸਾਰੀ ਭੀੜ ਹੈ ਜੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਆਲੇ ਦੁਆਲੇ ਹੈ, ਜੋ ਕਿਤੇ ਨਹੀਂ ਜਾ ਰਹੀ, ਕਿਤੇ ਹਿਲ ਨਹੀਂ ਰਹੀ। ਦੁਸਤਰ ਹੋਏ ਪਹੁੰਚੇ ਪ੍ਰਭ ਪਾਹੀ। ਬਹੁਤ ਔਖੀ ਤਰੀਕੇ ਦੇ ਨਾਲ ਉਹਨਾਂ ਨੇ ਆਪਣਾ ਰਸਤਾ ਬਣਾ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਜਿੱਥੇ ਸਰੀਰ ਪਿਆ ਉੱਥੇ ਤੱਕ ਪਹੁੰਚੇ। ਦੇਖ ਸੁਲੱਖਣੀ ਸੁਤ ਸੋ ਭਾਖੀ। ਉਸ ਵੇਲੇ ਮਾਤਾ ਸੁਲੱਖਣੀ ਜੀ ਨੇ ਆਪਣੇ ਦੋਨੋਂ ਪੁੱਤਰ ਬਾਬਾ ਸ੍ਰੀ ਚੰਦ ਤੇ ਬਾਬਾ ਲਖਮੀ ਦਾਸ ਵੱਲ ਦੇਖ ਕੇ ਕਿਹਾ, ਪੂਰਬ ਕਿਉਂ ਨਾ ਆਏ ਅਸ ਕਾਂਖੇ। ਕਹਿੰਦੇ ਪੁੱਤਰ ਪਹਿਲਾਂ ਕਿਉਂ ਨਾ ਤੁਸੀਂ ਆਏ, ਤੁਹਾਨੂੰ ਕਿੰਨੀ ਵਾਰੀ ਸੱਦਿਆ ਸੀ, ਆ ਤੀਜੀ ਵਾਰੀ ਤੁਹਾਨੂੰ ਸੱਦਿਆ ਹੈ। ਕਿੰਨੀ ਵਾਰੀ ਤੁਹਾਨੂੰ ਬੰਦ ਜਿਹੜਾ ਹਨ ਸਿੱਖ ਭੇਜ ਕੇ ਤੁਹਾਨੂੰ ਸੱਦਿਆ, ਕਿਉਂ ਤੁਸੀਂ ਕਿਉਂ ਨਾ ਆਏ। ਰਹੇ ਬੁਲਾਏ ਪੱਠੇ ਦੁਆਏ ਬਾਰੀ। ਦੇਖੋ ਹੁਣ ਅਸੀਂ ਹੀ ਆਪ ਤੁਹਾਨੂੰ 2 ਵਾਰੀ ਸੱਦ ਚੁੱਕੇ ਸਾਂ ਤੇ ਤੁਸੀਂ ਹੁਣ ਆਏ ਹੋ। ਆਏ ਨਹੀਂ ਨਾ ਨੀਕ ਵਿਚਾਰੀ। ਦੇਖੋ ਤੁਸੀਂ ਚੰਗੀ ਵਿਚਾਰ ਨਾ ਕੀਤੀ, ਚੰਗਾ ਨਹੀਂ ਕੀਤਾ ਜਿਹੜਾ ਤੁਸੀਂ ਆਏ ਨਹੀਂ ਪਹਿਲਾਂ।
ਹੁਣ ਦੇਖੋ ਤੁਹਾਡੇ ਆਉਣ ਵਿੱਚ ਦੇਰ ਹੋ ਗਈ, ਪਿਛੇ ਆਏ ਰਹੋ ਪਛਤਾਈ। ਹੁਣ ਪਿੱਛੋਂ ਆ ਕੇ ਤੁਹਾਡੇ ਪੱਲੇ ਤਾਂ ਪਛਤਾਵਾ ਹੀ ਰਹਿ ਗਿਆ, ਹੁਣ ਰਿਗਰੈਟ ਕਰੋ ਹੁਣ। ਅਬ ਤੋ ਗਏ ਸਮਾਏ ਗੁਸਾਈ। ਦੇਖੋ ਗੁਸਾਈ ਇਹ ਜਗਤ ਦੇ ਮਾਲਕ ਤਾਂ ਸਮਾ ਗਏ, ਆਪਣੀ ਜੋਤੀ ਸਰੂਪ ਦੇ ਵਿੱਚ ਸਮਾ ਗਏ ਹੁਣ। ਸ੍ਰੀ ਚੰਦ ਸੁਨ ਲਖਮੀ ਦਾਸ। ਉਸ ਵੇਲੇ ਬਾਬਾ ਸ੍ਰੀ ਚੰਦ ਤੇ ਬਾਬਾ ਲਖਮੀ ਦਾਸ ਨੇ ਜਦੋਂ ਮਾਤਾ ਸੁਲੱਖਣੀ ਤੋਂ ਇਹ ਸੁਣਿਆ, ਵਿਸਮੈ ਹੋਏ ਭਏ ਦਰਸ ਨਿਰਾਸ। ਉਸ ਵੇਲੇ ਉਹ ਵਿਸਮੈ ਹੋ ਗਏ, ਹੈਰਾਨ ਹੋ ਗਏ, ਭਏ ਦਰਸ ਨਿਰਾਸ, ਦਰਸ਼ਨਾਂ ਤੋਂ ਨਿਰਾਸ਼ੇ ਰਹਿ ਗਏ। ਆਪਣੋ ਦੋਸ ਜਾਣ ਪਛਤਾਏ। ਆਪਣਾ ਦੋਸ਼ ਜਾਣ ਕੇ ਪਛਤਾਉਣ ਲੱਗੇ ਵੀ ਕਿਉਂ ਨਾ ਅਸੀਂ ਪਹਿਲਾਂ ਅਸੀਂ ਤਾਂ ਮਖੌਲੇ ਸਮਝਿਆ ਸੀ। ਕਵ ਸੰਤੋਖ ਸਿੰਘ ਸਰਦਾ ਪਾਏ। ਕਵੀ ਸੰਤੋਖ ਸਿੰਘ ਜੀ ਕਹਿੰਦੇ ਇਹ ਅਧਿਆਇ ਨੂੰ ਲਿਖ ਕਰਕੇ, ਹੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ, ਅਸੀਂ ਵੀ ਸ਼ਰਧਾ ਪਾਲੀ ਤੁਹਾਡੇ ਸਰੂਪ ਦੇ ਵਿੱਚ, ਤੁਹਾਡੇ ਸਰੂਪ ਦੇ ਵਰਣਨ ਕਰਕੇ ਤੁਹਾਡੇ ਸਰੂਪ ਦੇ ਵਿੱਚ ਸ਼ਰਧਾ ਸਾਨੂੰ ਵੀ ਹੋ ਗਈ ਕਿ ਤੁਸੀਂ ਤੇ ਪ੍ਰਮਾਤਮਾ ਇੱਕੋ ਹੀ ਸਰੂਪ ਹੋ। ਆਪਣੋ ਦੋਸ ਜਾਣ ਪਛਤਾਏ, ਕਵ ਸੰਤੋਖ ਸਿੰਘ ਸਰਦਾ ਪਾਏ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਉਤਰਾਰਧੇ ਸਮਾਵਨ ਕੋ ਪ੍ਰਸੰਗ ਵਰਣਨ ਨਾਮ ਖਸਟ 85ਵਾਂ ਅਧਿਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।